ਬਿਕਰਮਜੀਤ ਨੂਰ ਦਾ ਨਾਵਲ ਚੁੰਨੀ ਦਾ ਪੱਲਾ ਅੰਗ 13ਵਾਂ। ਇੰਦਰਜੀਤ ਕੌਰ ਦੀ ਮੁਸੀਬਤ ਅਜੇ ਘਟੀ ਨਹੀਂ। ਗੁਰਦਿਆਲ ਸਿੰਘ ਦੇ ਕਤਲ ਹੋ ਜਾਣ ਦੇ ਬਾਵਜੂਦ ਵੀ ਉਹਨੂੰ ਬੁੱਢੇ ਸੱਸ ਸਹੁਰੇ ਦਾ ਆਸਰਾ ਸੀ, ਪਰ ਉਹ ਆਸਰਾ ਵੀ ਨਾ ਰਿਹਾ। 2 ਮਹੀਨਿਆਂ ਦੇ ਅੰਦਰ ਅੰਦਰ ਦੋਵੇਂ ਪਰਮਾਤਮਾ ਨੂੰ ਪਿਆਰੇ ਹੋ ਗਏ। ਇੰਦਰਜੀਤ ਕੌਰ ਦੇ ਸਾਹਮਣੇ ਅਗਲੀ ਸਾਰੀ ਉਮਰ ਡਰਾਉਣੀ ਸ਼ਕਲ ਧਾਰ ਕੇ ਖੜ ਜਾਂਦੀ ਹੈ। ਮੈਂ ਵੀ ਕੀ ਕਰਨਾ ਅਜਿਹੀ ਜ਼ਿੰਦਗੀ ਨੂੰ, ਕਿਉਂ ਨਾ ਇਹਨੂੰ ਖਤਮ ਕਰਕੇ ਇਸ ਦੁੱਖ ਤਕਲੀਫ ਤੇ ਘੋਰ ਨਿਰਾਸ਼ਾ ਤੋਂ ਸੁਰਖਰੂ ਹੋ ਜਾਵਾਂ। ਇੱਕ ਵਾਰੀ ਤਾਂ ਉਹਨੇ ਪੂਰਾ ਮਨ ਬਣਾ ਲਿਆ ਕਿ ਅਜਿਹੇ ਜੀਵਨ ਨਾਲੋਂ ਮੌਤ ਚੰਗੀ। ਕਈ ਦਿਨ ਤੇ ਕਈ ਰਾਤਾਂ ਉਹਦੇ ਦਿਮਾਗ 'ਚ ਇਹ ਗੱਲ ਬਾਰ-ਬਾਰ ਆਉਂਦੀ ਰਹੀ, ਮੈਂ ਮਰਾਂਗੀ, ਮੈਂ ਮਰਾਂਗੀ, ਜ਼ਰੂਰ ਮਰਾਂਗੀ। ਪਰ ਸਰਬਜੀਤ 4-5 ਸਾਲ ਦੀ ਮਾਸੂਮ ਬੱਚੀ, ਉਹਨੇ ਕੀ ਵਿਗਾੜਿਆ ਸੀ ਕਿ ਪਿਓ ਦਾਦੇ ਦਾ ਸਾਇਆ ਉੱਠ ਜਾਣ ਤੋਂ ਬਾਅਦ ਉਹਨੂੰ ਮਾਂ ਦੀ ਮਮਤਾ ਤੋਂ ਵੀ ਹੱਥ ਧੋਣੇ ਪੈਣ। ਸਰਬਜੀਤ ਦਾ ਖਿਆਲ ਮਨ ਵਿੱਚ ਆਉਂਦਿਆਂ ਹੀ ਉਸ ਅੰਦਰਲਾ ਵਾਤਸਲ ਪਿਆਰ ਲਬੋ ਲਬ ਹੋ ਗਿਆ ਤੇ ਉਹਨੇ ਆਤਮ ਹੱਤਿਆ ਕਰਨ ਦੇ ਸਵਾਰਥ ਭਰੇ ਕਾਰਜ ਨੂੰ ਤਿਆਗ ਦਿੱਤਾ ਤੇ ਇਸ ਦੁੱਖਾਂ ਭਰੇ ਜੀਵਨ ਨੂੰ ਆਪਣੀ ਬੱਚੀ ਲਈ, ਉਹਦੀ ਪਰਵਰਿਸ਼ ਲਈ ਅਰਪਣ ਕਰ ਦੇਣ ਦਾ ਪ੍ਰਣ ਕਰ ਲਿਆ। ਘਰ ਵਾਲੇ ਦੇ ਕਤਲ ਹੋ ਜਾਣ ਸੰਬੰਧੀ ਉਹਨੂੰ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੀ, ਕੁਝ ਵੀ ਬੋਲਣਾ ਨਹੀਂ ਚਾਹੁੰਦੀ। ਜੱਗੇ ਦੇ ਕਾਤਲ ਹੋਣ ਦਾ ਕਿਸੇ ਪਾਸ ਕੋਈ ਸਬੂਤ ਨਹੀਂ ਸੀ। ਪਤਾ ਹੋਵੇ ਵੀ ਤਾਂ ਇਸ ਚੱਕਰ 'ਚ ਪੈਂਦਾ ਹੀ ਕੌਣ ਹੈ। ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ। ਫਿਰ ਪਿੰਡ 'ਚ ਹੋਣ ਹੀ ਸਾਰੇ 2 ਜਾਂ 4 ਜ਼ਿਮੀਂਦਾਰ ਤੇ ਬਾਕੀ ਹੋਣ ਮਜ਼ਦੂਰੇ ਜਾਂ ਦਿਹਾੜੀਏ, ਤਾਂ ਫਿਰ ਕਿਹੜਾ ਅਜਿਹੇ ਗਧੀ ਗੇੜਾਂ 'ਚ ਪੈਣ ਦਾ ਖਤਰਾ ਮੁੱਲ ਲਵੇ। ਨਾਲੇ ਅਜਿਹੇ ਸਾਨਾਂ ਦੇ ਭੇੜ ਹੋਣੇ ਕਿਹੜਾ ਨਵੀਂ ਗੱਲ ਹੈ। ਇਸ ਪਿੰਡ ਵਿੱਚ ਤਾਂ ਸਦੀਆਂ ਤੋਂ ਅਜਿਹਾ ਹੁੰਦਾ ਆਇਆ। ਖੈਰ, ਜੀਤੂ ਨੂੰ ਸਜ਼ਾ ਹੋ ਜਾਣ ਦਾ ਇੰਦਰਜੀਤ ਨੂੰ ਬਹੁਤ ਅਫਸੋਸ ਤੇ ਦੁੱਖ ਸੀ, ਪਰ ਸ਼ੇਰ ਸਿੰਘ ਦੀ ਬਰਾਬਰੀ ਵੀ ਕਿਵੇਂ ਕੀਤੀ ਜਾ ਸਕਦੀ ਸੀ। ਉਸਨੇ ਰੱਬ ਦੇ ਭਾਣੇ ਨੂੰ ਮੰਨ ਕੇ ਸਬਰ ਦਾ ਘੋਟੀ ਭਰ ਲਿਆ ਸੀ। ਇਸ ਤਰ੍ਹਾਂ 2 ਮਹੀਨੇ ਕਿਵੇਂ ਬੀਤੇ ਸਨ, ਇਹ ਇੰਦਰਜੀਤ ਕੌਰ ਹੀ ਜਾਣਦੀ ਸੀ। ਤੇ ਅੱਜ ਤਾਂ ਨੀਂਦ ਆਉਣ ਦਾ ਉੱਕਾ ਹੀ ਕੋਈ ਨਾਂ ਨਿਸ਼ਾਨ ਨਹੀਂ ਸੀ। ਸਰਬਜੀਤ ਦਿਨ ਛਿਪੇ ਤੋਂ ਪਹਿਲਾਂ ਹੀ ਸੌਂ ਗਈ ਸੀ। ਸਰਦਾਰਨੀ ਨੇ ਵੀ ਕੱਚੀਆਂ ਪੱਕੀਆਂ 2 ਬੁਰਕੀਆਂ ਨਾ ਚਾਹੁੰਦਿਆਂ ਹੋਇਆਂ ਵੀ ਅੰਦਰ ਸੁੱਟ ਲਈਆਂ। ਰੋਟੀ ਖਾਣ ਸਾਰੋਂ ਵੀ ਮੰਜੇ ਤੇ ਲੇਟ ਗਈ ਸੀ। ਲੇਟਣ ਸਾਰੀ ਨੀਂਦ ਆ ਗਈ ਸੀ, ਪਰ ਘੰਟੇ 1.5 ਘੰਟੇ ਬਾਅਦ ਜਾਗ ਖੁੱਲ ਗਈ। ਬੀਤ ਚੁੱਕੀ ਜ਼ਿੰਦਗੀ ਇੱਕ ਫਿਲਮ ਵਾਂਗ ਉਹਦੇ ਦਿਮਾਗ 'ਚ ਘੁੰਮਣ ਲੱਗੀ। ਉਹਦਾ ਰੋਣ ਨਿਕਲ ਗਿਆ। ਇੱਥੋਂ ਤੱਕ ਕਿ ਵਹਿਣ ਪਾਉਣ ਤੱਕ ਦੀ ਵਿਵਸਥਾ ਬਣ ਚੁੱਕੀ ਸੀ। ਜਦੋਂ ਕੁਝ ਢਾਰਸ ਵੱਜੀ ਤਾਂ ਮਨ ਹੀ ਮਨ ਉਹਨੇ ਇੱਕ ਬਹੁਤ ਹੀ ਅਹਿਮ ਫੈਸਲਾ ਕਰ ਲਿਆ। ਉਹ ਇਸ ਪਿੰਡ ਨੂੰ ਛੱਡ ਕੇ ਚਲੀ ਜਾਏਗੀ, ਹਮੇਸ਼ਾ ਹਮੇਸ਼ਾ ਲਈ ਇਸ ਚੰਦਰੇ ਪਿੰਡ ਦਾ ਤਿਆਗ ਕਰ ਦੇਗੀ। ਕੀ ਮਿਲਿਆ ਇਸ ਪਿੰਡ 'ਚ? ਫਿਰ ਉਹਨੇ ਸੋਚਿਆ, ਇਹ ਜ਼ਮੀਨ, ਇਹ ਜਾਇਦਾਦ, ਇਹ ਐਡੀ ਵਿਸ਼ਾਲ ਹਵੇਲੀ। ਅਚਾਨਕ ਹੀ ਉਹਨੂੰ ਜੰਗੀਰ ਸਿੰਘ ਦਾ ਖਿਆਲ ਆ ਗਿਆ। ਸਰਦਾਰ ਨੂੰ ਕਤਲ ਕਰਾਉਣ ਦਾ ਕਾਰਨ ਵੀ ਤਾਂ ਉਹੀ ਬਣਿਆ ਸੀ, ਪਰ ਉਸ ਵਿਚਾਰੇ ਦਾ ਕੀ ਕਸੂਰ? ਉਹ ਕਿਹੜਾ ਆਪ ਕਹਿਣ ਆਇਆ ਸੀ ਕਿ ਜ਼ਮੀਨ ਗਹਿਣੇ ਰੱਖ ਲਓ। ਜਿਹੜੀ ਧੁਰ ਤੋਂ ਲਿਖੀ ਹੋਵੇ ਉਹਨੂੰ ਕੌਣ ਮੇਟ ਸਕਦਾ ਹੈ। ਇਸ ਲਈ ਜੰਗੀਰ ਸਿੰਘ ਪ੍ਰਤੀ ਗਿਲਾ ਰੱਖਣ ਦਾ ਕੋਈ ਫਾਇਦਾ ਨਹੀਂ। ਕਿਉਂ ਨਾ ਸਾਰੀ ਜ਼ਮੀਨ ਜੰਗੀਰ ਸਿੰਘ ਨੂੰ ਸੌਂਪ ਦੇਵਾਂ, ਕਰੀ ਜਾਵੇ ਖੇਤੀ ਤੇ ਖਾਈ ਜਾਵੇ। ਹਰ ਛਮਾਈ ਸਾਡੇ ਖਾਤੇ 'ਚ ਕੁਝ ਰਕਮ ਜਮ੍ਹਾਂ ਵੀ ਕਰਵਾਈ ਜਾਵੇ। ਮਾਲਕ ਤਾਂ ਅਸੀਂ ਹਾਂ, ਸ਼ਾਇਦ ਕੋਈ ਦੁਆ ਲੱਗ ਜਾਏ ਗਰੀਬ ਦੀ। ਅਜਿਹੇ ਖਿਆਲਾਂ 'ਚ ਗੁਆਚੀ ਇੰਦਰਜੀਤ ਕੌਰ ਨੂੰ ਇੱਕ ਵਾਰੀ ਫੇਰ ਪਤਾ ਨਹੀਂ ਕਦੋਂ ਨੀਂਦ ਆ ਗਈ। ਸਵੇਰ ਹੋਣ ਸਾਰੀ ਉਹਨੇ ਜੰਗੀਰ ਸਿੰਘ ਨੂੰ ਸਦਵਾ ਭੇਜਿਆ। ਜੰਗੀਰ ਬਹੁਤ ਹੀ ਘਬਰਾਇਆ ਜਿਹਾ ਹਵੇਲੀ ਦੇ ਅੰਦਰ ਪਹੁੰਚਿਆ। ਸਰਦਾਰਨੀ ਨੇ ਉਹਨੂੰ ਵਿਹੜੇ 'ਚ ਹੀ ਬੈਠਣ ਨੂੰ ਕਹਿ ਦਿੱਤਾ। ਸਤਿ ਸ੍ਰੀ ਅਕਾਲ ਜੀ, ਕਹਿੰਦਿਆਂ ਜੰਗੀਰ ਸਿੰਘ ਨੇ ਸਮੁੱਚੇ ਘਰ-ਬਾਰ ਤੇ ਹਵੇਲੀ 'ਚ ਇੱਧਰ ਉੱਧਰ ਨਿਗਾਹ ਦੌੜਾਈ। ਉਹਦਾ ਮਨ ਭਰ ਆਇਆ। ਸਰਦਾਰਨੀ ਨੇ ਵੀ ਜਵਾਬ 'ਚ ਸਤਿ ਸ੍ਰੀ ਅਕਾਲ ਕਿਹਾ ਤੇ ਨਾਲ ਹੀ ਇਹ ਕਹਿਣਾ ਸ਼ੁਰੂ ਕੀਤਾ, ਜੰਗੀਰ ਸਿਆਂ, ਤੈਨੂੰ ਇਸ ਕਰਕੇ ਬੁਲਾਇਆ ਸੀ ਕਿ ਹੁਣ ਤੂੰ ਆਪਣੀ ਜ਼ਮੀਨ ਤਾਂ ਸੰਭਾਲ ਹੀ ਲੈ, ਨਾਲੋਂ ਨਾਲ ਸਾਡੀ ਤੇ ਵੀ ਖੇਤੀ ਕਰੀ ਚੱਲ। ਜੀ ਮੈਂ ਹਾਂ, ਤੂੰ ਦੇਖ, ਮੈਂ ਪਿੰਡ ਛੱਡ ਰਹੀ ਹਾਂ ਇੱਕ ਅੱਧੇ ਦਿਨ ਤੱਕ, ਤੇ ਜ਼ਮੀਨ ਦੀ ਨਿਗਰਾਨੀ ਲਈ ਕੋਈ ਤਾਂ ਚਾਹੀਦਾ। ਜੀ ਮੈਂ ਇਕੱਲਾ? ਤੇ ਉਹ ਸਰਦਾਰ ਸ਼ੇਰ ਸਿੰਘ? ਮਾਰ ਗੋਲੀ ਸ਼ੇਰ ਸਿੰਘ ਨੂੰ, ਸਰਦਾਰਨੀ ਨੇ ਵਿੱਚੋਂ ਹੀ ਟੋਕ ਦਿੱਤਾ ਸੀ। ਤੇਰਾ ਕੀ ਵਿਗਾੜ ਲੂ? ਤੂੰ ਆਪਣੀ ਜ਼ਮੀਨ 'ਚ ਹਲ ਵਾਉਣਾ, ਕਿਸੇ ਦੇ ਡਾਕਾ ਤਾਂ ਨਹੀਂ ਮਾਰਨਾ? ਡਰਦਾ ਕਿਹੜੀ ਗੱਲੋਂ ਹੈ? ਆਦਮੀ ਨੂੰ ਇੰਨਾ ਡਰਪੋਕ ਵੀ ਨਹੀਂ ਹੋਣਾ ਚਾਹੀਦਾ। ਤੂੰ ਤਕੜਾ ਹੋ, ਹਿੰਮਤ ਕਰ।
ਜ਼ਮੀਨ ਤਾਂ ਮੇਰਾ ਵੀਰ ਵੀ ਸੰਭਾਲ ਲੈਂਦਾ, ਪਰ ਉਹਨਾਂ ਦਾ ਸ਼ਹਿਰ 'ਚ ਆਪਣਾ ਤਕੜਾ ਕਾਰੋਬਾਰ ਹੈ। ਉਹਨਾਂ ਕੋਲ ਟਾਈਮ ਕਿੱਥੇ ਹੈ? ਹਾਂ, ਕਦੇ ਕਦੇ ਚੱਕਰ ਜ਼ਰੂਰ ਲਾਉਂਦੇ ਰਿਹਾ ਕਰਨਗੇ। ਤੈਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ। ਜੰਗੀਰ ਸਿੰਘ ਨੂੰ ਕਾਫੀ ਤਸੱਲੀ ਤੇ ਹੌਸਲਾ ਮਿਲ ਗਿਆ ਸੀ। ਚਿਹਰੇ ਤੇ ਪੂਰੀ ਗੰਭੀਰਤਾ ਲਿਆਉਂਦਿਆਂ ਉਹਨੇ ਸਰਦਾਰਨੀ ਦੇ ਮੂੰਹ ਵੱਲ ਤੱਕਦਿਆਂ ਕਿਹਾ, ਅੱਛਾ ਜੀ, ਜੋ ਤੁਹਾਡੀ ਮਰਜ਼ੀ। ਕੁਝ ਪਲ ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਫਿਰ ਜੰਗੀਰ ਸਿੰਘ ਨੇ ਹੌਸਲਾ ਕਰਕੇ ਪੁੱਛ ਹੀ ਲਿਆ, ਜੀ ਤੁਸੀਂ ਪਿੰਡ ਕਾਹਤੋਂ ਛੱਡ ਰਹੇ ਹੋ? ਅਸੀਂ ਕਰੀ ਜਾਂਦੇ ਸੇਵਾ। ਦੇਖ ਜੰਗੀਰ ਸਿੰਘ, ਤੂੰ ਆਪ ਸਿਆਣਾ ਹੈ। ਮੇਰਾ ਪਿੰਡ 'ਚ ਹੁਣ ਰਹਿ ਵੀ ਕੀ ਗਿਆ? ਸਰਦਾਰਨੀ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਰੋਣ ਜੰਗੀਰ ਸਿੰਘ ਦਾ ਵੀ ਨਿਕਲ ਗਿਆ ਸੀ। ਉਹਨੇ ਪੱਗ ਦੇ ਲੜ ਨਾਲ ਅੱਖਾਂ ਪੂੰਝ ਲਈਆਂ। ਇਹ ਤੋਂ ਬਾਅਦ ਉਸ ਤੋਂ ਕੋਈ ਗੱਲ ਨਾ ਹੋ ਸਕੀ। ਅੱਛਾ ਜੀ, ਸਤਿ ਸ੍ਰੀ ਅਕਾਲ। ਦੋਵੇਂ ਹੱਥ ਜੋੜ ਕੇ ਉਹਨੇ ਸਿਰ ਝੁਕਾਇਆ ਤੇ ਤੁਰਨ ਲੱਗਾ। ਇੱਕ ਗੱਲ ਦਾ ਧਿਆਨ ਰੱਖੀ ਜੰਗੀਰ ਸਿੰਘ, ਆਪਣੇ ਆਪ ਤੇ ਕਾਬੂ ਪਾਉਂਦਿਆਂ ਸਰਦਾਰਨੀ ਇੰਦਰਜੀਤ ਕੌਰ ਨੇ ਕਿਹਾ, ਮੇਰਾ ਪਿੰਡ ਛੱਡ ਕੇ ਚਲੇ ਜਾਣ ਦਾ ਕਿਸੇ ਨੂੰ ਪਤਾ ਨਾ ਲੱਗੇ। ਜੰਗੀਰ ਸਿੰਘ ਨੇ ਚਿਹਰੇ ਦਾ ਪ੍ਰਭਾਵ ਅਜਿਹਾ ਬਣਾ ਲਿਆ ਸੀ ਤੇ ਇਹਦੇ ਨਾਲ ਹੀ ਜਿਸ ਢੰਗ ਨਾਲ ਉਹਨੇ ਸਿਰ ਝੁਕਾ ਕੇ ਹਾਂ ਕੀਤੀ ਸੀ, ਉਹ ਤੋਂ ਲੱਗਦਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ, ਸਰਦਾਰਨੀ ਜੀ, ਜੇਕਰ ਤੁਸੀਂ ਅਜਿਹਾ ਨਾ ਕਹਿੰਦੇ ਤਾਂ ਵੀ ਸ਼ਾਇਦ ਮੈਂ ਕਿਸੇ ਨੂੰ ਨਾ ਦੱਸਦਾ। ਅੰਗ 14। ਗੁਰਦਿਆਲ ਸਿੰਘ ਦਾ ਕਤਲ ਹੋ ਜਾਣ ਤੋਂ ਬਾਅਦ ਪਿੰਡ ਦੇ ਕਈ ਲੋਕ ਸ਼ੇਰ ਸਿੰਘ ਦੀ ਇੱਕ ਵੱਡੀ ਜਿੱਤ ਸਮਝਣ ਲੱਗ ਪਏ ਸਨ, ਪਰ ਆਮ ਰਾਏ ਇਹ ਸੀ ਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਪਿੰਡ ਦੀ ਸੰਸਦ ਸੱਥ ਵਿਚਲੀ ਗੱਲਬਾਤ ਦਾ ਵੀ ਇਹੀ ਸਿੱਟਾ ਨਿਕਲਿਆ ਕਿ ਹੁਣ ਤਾਂ ਘੋਲ ਕਾਰਯੋਗ ਆ ਗਿਆ। ਬੰਦੇ ਵੀ ਜਾਣੋ ਕੋਈ ਬੁੱਕਤ ਹੀ ਨਹੀਂ ਰਹੀ। ਦੇਖੋ ਜਰ, ਕਿੱਡਾ ਤਗੜਾ ਸਰਦਾਰ ਸੀ, ਗਿਆ ਭੰਗ ਦੇ ਪਹਾੜੇ। ਫਿਰ ਹੋਰ ਦੇਖ ਲਓ, ਉਹ ਵਿਚਾਰਾ ਗਰੀਬ ਜੀਤੂ ਐਵੇਂ ਹੀ ਰਗੜਿਆ ਗਿਆ। ਇਹ ਕੋਈ ਨਿਆਂ ਹੈ? ਜੱਗੇ ਬਾਰੇ ਵੀ ਬਿਆਨ ਦਾਗੇ ਗਏ। ਦੇਖੋ ਸਾਰਾ ਕੁਝ ਕਰ ਕਰਾ ਕੇ ਇਹਨੂੰ ਕੰਜਰ ਨੂੰ ਤੱਤੀ ਵਾਹ ਨਹੀਂ ਲੱਗੀ। ਪਹਿਲਾਂ ਨਾਲੋਂ ਵੀ ਜ਼ਿਆਦੇ ਤਿੰਗੜਿਆ ਫਿਰਦਾ। ਕੋਈ ਇਹ ਵੀ ਕਹਿੰਦਾ ਤਿੰਗੜੇ ਕਿਵੇਂ ਨਾ, ਸ਼ੇਰ ਸਿਉਂ ਨਾਲ ਜਾਰੀ ਹੈ। ਪਰ ਕੋਈ ਜੱਗੇ ਤੋਂ ਤਾਂ ਪੁੱਛ ਕੇ ਦੇਖੇ। ਜੱਗਾ ਹੁਣ ਉੱਪਰੋਂ ਹੀ ਜੱਗਾ ਨਜ਼ਰ ਆਉਂਦਾ ਸੀ। ਅੰਦਰੋਂ ਉਸ 'ਚ ਜੱਗੇ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਗੁਰਦਿਆਲ ਸਿੰਘ ਦੇ ਕਤਲ ਤੋਂ ਬਾਅਦ ਸ਼ੇਰ ਸਿੰਘ ਨੇ ਵੀ ਹੱਥ ਖਿੱਚ ਲਿਆ ਸੀ। ਘਰ ਆਏ ਜੱਗੇ ਨੂੰ ਉਹ ਕਈ ਵਾਰ ਬੁਲਾਉਂਦਾ ਵੀ ਨਹੀਂ ਸੀ। ਬੇਸ਼ੱਕ ਪਿੰਡ 'ਚ ਜੱਗੇ ਦੇ ਕਾਤਲ ਹੋਣ ਬਾਰੇ ਚਰਚਾ ਬਹੁਤ ਹੋ ਰਹੀ ਸੀ, ਪਰ ਸਬੂਤ ਤਾਂ ਕਿਸੇ ਕੋਲ ਵੀ ਨਹੀਂ ਸੀ। ਨਾਟਕ ਹੀ ਅਜਿਹਾ ਕੀਤਾ ਗਿਆ ਸੀ। ਪਿੰਡ ਤੇ ਇਲਾਕਾ ਹੱਕਾ ਬੱਕਾ ਰਹਿ ਗਿਆ ਸੀ। ਪਰ ਜੱਗਾ ਤਾਂ ਅਣਜਾਣ ਨਹੀਂ ਸੀ। ਸਰਦਾਰ ਤੋਂ ਨਸ਼ਾ ਪੱਤਾ ਮਿਲਣਾ ਬੰਦ ਹੋ ਗਿਆ ਸੀ ਤੇ ਜੱਗਾ ਨਸ਼ੇ ਦਾ ਗੁਲਾਮ ਬਣ ਚੁੱਕਾ ਸੀ। ਜਦੋਂ ਬੇਗੁਨਾਹ ਗਰੀਬ ਜੀਤੂ ਉਹਦੇ ਦਿਮਾਗ 'ਚ ਆਉਂਦਾ ਤਾਂ ਉਹਦੀ ਥੋੜੀ ਬਹੁਤੀ ਪੀਤੀ ਖਾਧੀ ਹੋਰ ਵੀ ਉਤਰ ਜਾਂਦੀ। ਉਹ ਜੀ ਰਿਹਾ ਸੀ, ਪਰ ਪਛਤਾਵੇ ਦੀ ਅੱਗ 'ਚ ਸੜ ਕੇ। ਘਰੇਲੂ ਸਥਿਤੀ ਵੀ ਬਹੁਤ ਨਾਜ਼ੁਕ ਸੀ। ਘਰ ਦੇ ਕੰਮਕਾਰ ਤੋਂ ਉਹਨੂੰ ਸ਼ੇਰ ਸਿੰਘ ਨੇ ਨਿਕੰਮਾ ਕਰਤਾ ਸੀ। ਸ਼ਰਾਬ ਪੀਣੀ ਜੱਗੇ ਦੀ ਦਿਨ ਰਾਤ ਦੀ ਆਦਤ ਬਣ ਗਈ। ਕਤਲ ਹੋਣ ਵਾਲੀ ਰਾਤ ਦੀਆਂ ਉਹਦੀ ਘਰਵਾਲੀ ਦੁਆਰਾ ਕੀਤੀਆਂ ਗੱਲਾਂ ਉਹਨੂੰ ਭੁੱਲਦੀਆਂ ਹੀ ਨਹੀਂ। ਬੇਸ਼ੱਕ ਜੱਗੇ ਨੇ ਰੱਜਵੀਂ ਸ਼ਰਾਬ ਪੀਤੀ ਹੋਈ ਸੀ ਤੇ ਉਹਨੇ ਹੂੰ ਹਾਂ ਤੋਂ ਬਿਨਾਂ ਕੁਝ ਨਹੀਂ ਸੀ ਕਿਹਾ, ਫੇਰ ਵੀ ਸੁਰਜੀਤ ਕੌਰ ਵਿੱਚੋਂ ਰੁਕ ਕੇ ਹੋਏ ਕਤਲ ਤੇ ਕੋਈ ਨਾ ਕੋਈ ਟਿੱਪਣੀ ਕਰਦੀ ਰਹੀ ਸੀ। ਜੀਤੂ ਕਿੱਡਾ ਕਮੀਨਾ ਨਿਕਲਿਆ। ਹਰਾਮਜ਼ਾਦੇ ਨੇ ਜਿਹੜੀ ਥਾਲੀ 'ਚ ਖਾਧਾ ਉਸੇ ਚੀਜ਼ ਸ਼ੇਕ ਕਰਤਾ। ਕਿੰਨਾ ਯਕੀਨ ਸੀ ਸਰਦਾਰ ਨੂੰ ਉੱਤੇ, ਪਰ ਇਹ ਜਾਤ ਹੀ ਇਹੋ ਜਿਹੀ ਹੁੰਦੀ ਹੈ। ਕਿੰਨੀ ਦਲੇਰੀ ਕੀਤੀ ਇਸ ਜੀਤੂ ਦੇ ਬੱਚੇ ਨੇ, ਭੋਰਾ ਵੀ ਨਹੀਂ ਡਰਿਆ। ਉਸ ਰਾਤ ਜੱਗਾ ਚਾਹੁੰਦਾ ਸੀ ਕਾਸ਼ ਕਿ ਸਿੱਕਾ ਘੋਲ ਕੇ ਕੋਈ ਉਹਦੇ ਕੰਨਾਂ 'ਚ ਪਾ ਦਿੰਦਾ, ਤਾਂ ਕਿ ਸੁਰਜੀਤ ਕੌਰ ਦੀਆਂ ਜਿਹੀਆਂ ਗੱਲਾਂ ਤਾਂ ਨਾ ਸੁਣਨੀਆਂ ਪੈਂਦੀਆਂ। 2 ਮਹੀਨਿਆਂ ਦੇ ਅੰਦਰ ਅੰਦਰ ਘਰ ਦੇ ਭਾਂਡੇ ਟਿੰਡਰ ਵੀ ਵਿਕ ਗਏ। ਫਿਕਰ ਕਾਰਨ ਸੁਰਜੀਤ ਕੌਰ ਦੀ ਨੀਂਦ ਹਰਾਮ ਹੋ ਚੁੱਕੀ ਸੀ। ਸੁਰਿੰਦਰ ਦਾ ਫਿਕਰ ਵੱਢ ਕੇ ਖਾਣ ਲੱਗਾ। ਜੱਗੇ ਦੀ ਸਿਹਤ ਦਿਨ ਬ ਦਿਨ ਨਿੱਘਰਦੀ ਜਾ ਰਹੀ ਸੀ। ਸੁਰਜੀਤ ਕੌਰ ਬਹੁਤ ਨੇਕ ਸੁਭਾਅ ਦੀ ਇਸਤਰੀ ਹੈ, ਬਹੁਤ ਹੀ ਸੁਲਝੀ ਹੋਈ ਤੇ ਮਿਹਨਤੀ, ਜਜ਼ਬਾਤੀ ਵੀ ਹੱਦ ਦਰਜੇ ਦੀ ਸੀ। ਪੁੱਤਰ ਪ੍ਰਤੀ ਮੋਹ ਪਾਗਲਪਣ ਦੀ ਹੱਦ ਤੱਕ। ਉਹਦੇ ਭਵਿੱਖ ਪ੍ਰਤੀ ਉਹਨੇ ਜੋ ਸੁਪਨੇ ਸਿਰਜੇ ਸਨ, ਉਹਨਾਂ ਦੇ ਪੂਰੇ ਹੋਣ ਦੀ ਆਸ ਨਜ਼ਰ ਨਹੀਂ ਸੀ ਆ ਰਹੀ। ਇਸ ਗੱਲ ਦਾ ਵੀ ਉਹਨੂੰ ਦੁੱਖ ਤੇ ਅਫਸੋਸ ਹੈ ਕਿ ਜੱਗਾ ਤਾਂ ਉਸ ਉੱਤੇ ਹੱਥ ਵੀ ਚੁੱਕਣ ਲੱਗ ਪਿਆ ਸੀ। ਕਈ ਦਿਨ ਘਰ ਨਹੀਂ ਸੀ ਮੁੜਦਾ, ਪਿੰਡੋਂ ਲੋਪ ਹੀ ਹੋ ਜਾਂਦਾ ਸੀ। ਸੁਰਜੀਤ ਕੌਰ ਨੂੰ ਪਿੰਡੋਂ ਇੱਕ ਨਵੀਂ ਭਿਣਕ ਪਈ ਸੀ। ਪਤਾ ਲੱਗਿਆ ਕਿ ਜੱਗਾ ਚੋਰੀਆਂ ਕਰਨ ਲੱਗ ਪਿਆ ਸੀ। ਆਪਣੇ ਗੁਲਾਬਗੜ੍ਹ ਦੇ ਬਾਹਰਲੇ ਘਰਾਂ 'ਚ ਉਹਨੇ ਰਾਤੀ ਪ੍ਰਭਾਤੀ ਗੇੜਾ ਲਾਇਆ ਸੀ। ਅਜੇ ਲੋਕਾਂ ਨੂੰ ਸ਼ੱਕ ਹੀ ਸੀ,
ਨੁਕਸਾਨ ਵੀ ਬਹੁਤਾ ਨਹੀਂ ਸੀ ਹੋਇਆ। ਚੋਰ ਨੂੰ ਰੰਗੇ ਹੱਥੀ ਫੜਨ ਲਈ ਉਹਨਾਂ ਨੇ ਪੂਰੀ ਤਰ੍ਹਾਂ ਕਮਰ ਕੱਸ ਰੱਖੇ ਸੀ। ਇੱਕ ਰਾਤ ਜੱਗਾ ਸ਼ਰਾਬ ਨਾਲ ਡੱਕਿਆ ਕਾਫੀ ਦੇਰ ਨਾਲ ਘਰ ਆਇਆ ਤਾਂ ਸੁਰਜੀਤ ਕੌਰ ਨੇ ਆਉਣ ਸਾਰ ਹੀ ਕਹਿਤਾ, ਹੁਣ ਤੂੰ ਪੀਣ ਡੱਫਣ ਦੇ ਨਾਲ ਨਾਲ ਚੋਰੀ ਵਾਲਾ ਲੱਛਣ ਵੀ ਫੜ ਲਿਆ। ਅਜੇ ਇਹ ਕਸਰ ਬਾਕੀ ਸੀ। ਕੀ ਕਹਿੰਨੀ ਹੈ ਤੂੰ? ਮੈਨੂੰ ਨਾ ਬੁਲਾ। ਜੱਗਾ ਲੜਖੜਾ ਕੇ ਮੰਜੀ ਤੇ ਡਿੱਗ ਪਿਆ ਸੀ। ਚੰਗਾ, ਕੱਢ ਰੱਖਿਆ ਪਿਓ ਦਾਦੇ ਦਾ ਨੇਕ ਨੱਕ ਨਮੂਜ਼। ਪਿਓ ਦਾ ਨਾਂ ਨਾ ਲਈ, ਛਿੱਤਰ ਖਾ ਲੇਂਗੀ। ਵੇਖ ਕਿਵੇਂ ਬੋਲਦੀ ਐ, ਚਪੜ ਚਪੜ। ਮਾਰ ਕੇ ਥੱਪੜ ਮੂੰਹ ਫੇਰ ਦਿਓ। ਤੂੰ ਥੱਪੜ ਹੀ ਮਾਰੇ ਐ, ਜਦ ਦੀ ਆਈ ਐ, ਹੋਰ ਦਿੱਤਾ ਵੀ ਕੀ ਹੈ? ਬੋਲ, ਤੈਨੂੰ ਹੋਰ ਕੀ ਚਾਹੀਦਾ? ਤੁਸੀਂ ਜਨਾਨੀਆਂ ਨਹੀਂ ਰੱਜਦੀਆਂ। ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਇੱਕ ਨਾਲ। ਜਾਂ ਦਫਾ ਹੋ ਜਾ ਮੇਰੇ ਘਰੋਂ। ਖਾ ਖੇ ਜਿੱਥੋਂ ਖਾਣੀ ਹੈ। ਸੁਰਜੀਤ ਕੌਰ ਸੁੰਨ ਹੋ ਗਈ ਸੀ। ਇਹ ਆਦਮੀ ਕਿਸੇ ਤਰ੍ਹਾਂ ਵੀ ਸਮਝਣ ਵਾਲਾ ਨਹੀਂ ਸੀ। ਥੋੜੀ ਦੇਰ ਬਾਅਦ ਜੱਗਾ ਉੱਠ ਕੇ ਮੰਜੀ ਤੇ ਬੈਠ ਗਿਆ। ਲਿਆ, ਕੁਛ ਖਾਣ ਨੂੰ ਹੈਗਾ ਇਹ ਤਾਂ। ਸੁਰਜੀਤ ਕੌਰ ਚੁੱਪ ਰਹੀ। ਅੱਜ ਘਰ 'ਚ ਕੁਝ ਵੀ ਨਾ ਹੋਣ ਕਾਰਨ ਚੁੱਲ੍ਹਾ ਠੰਡਾ ਹੀ ਰਿਹਾ ਸੀ। ਪਤਨੀ ਨੂੰ ਚੁੱਪ ਦੇਖ ਕੇ ਉਹ ਦੁਬਾਰਾ ਮੰਜੀ ਤੇ ਲੇਟ ਗਿਆ। ਸੁਰਜੀਤ ਕੌਰ ਨੇ ਜੱਗੇ ਦਾ ਨਵਾਂ ਲੱਛਣ ਜਾਪਿਆ। ਉਹਨੂੰ ਹੋਰ ਖਿਝ ਆਈ। ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ। ਓਏ ਮੇਰੇ ਰੱਬਾ, ਮੈਂ ਮਰ ਜੂੰਗਾ, ਮਰ ਜੂੰਗਾ। ਜੱਗਾ ਬਾਰ-ਬਾਰ ਇਹ ਸ਼ਬਦ ਦੁਹਰਾ ਰਿਹਾ ਸੀ। ਉਹ ਕਿਸੇ ਗੱਲ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹੋਇਆ ਵੀ ਕਰ ਨਹੀਂ ਸੀ ਸਕਦਾ। ਸੁਰਜੀਤ ਕੌਰ ਨੂੰ ਕੁਝ ਫਿਕਰ ਹੋਇਆ। ਉੱਠ ਕੇ ਜੱਗੇ ਦੇ ਨੇੜੇ ਚਲੀ ਗਈ। ਉਹਦਾ ਮੂੰਹ ਮੱਥਾ ਸਾਫ਼ ਕੀਤਾ, ਪਾਣੀ ਪਿਲਾਇਆ। ਕੁਝ ਮਿੰਟਾਂ 'ਚ ਹੀ ਜੱਗਾ ਸੌਂ ਗਿਆ। ਅੰਗ 15ਵਾਂ। ਚੋਰੀਆਂ ਦਾ ਸੱਚਮੁੱਚ ਹੀ ਬੋਲਬਾਲਾ ਹੋ ਗਿਆ ਸੀ। ਚੋਰ ਵੀ ਬਹੁਤ ਹੀ ਅਜੀਬ ਕਿਸਮ ਦੇ। ਉਹ ਗਲੋਂ ਨੰਗੇ ਆਉਂਦੇ, ਤੇਲ ਮਲ ਕੇ। ਉਹਨਾਂ ਦੇ ਆਪਣੇ ਪਿੰਡੇ ਲਿਸ਼ਕਾਏ ਹੁੰਦੇ, ਰੰਗ ਕਾਲੇ ਸ਼ਾਹ, ਤਵੇ ਦੇ ਪਿਛਲੇ ਪਾਸੇ ਅਰਗੇ। ਦੇਖ ਕੇ ਡਰ ਲੱਗਦਾ, ਬਿਲਕੁਲ ਛਲੇਡਿਆਂ ਵਾਂਗ। ਮਾਨੋ ਦੇਖਦਿਆਂ ਦੇਖਦਿਆਂ ਰੂਪੋਂ ਬੇਰੂਪ ਹੋ ਜਾਂਦੇ। ਹੱਥਾਂ ਦੇ ਤੋਤੇ ਉੱਡ ਜਾਂਦੇ। ਸਿਰਫ ਗੁਲਾਬਗੜ੍ਹ ਹੀ ਨਹੀਂ, ਸਾਰਾ ਇਲਾਕਾ ਹੈਰਾਨ ਸੀ, ਪਰੇਸ਼ਾਨ ਵੀ ਸੀ। ਲੋਕਾਂ ਦੀ ਰਾਤ ਦੀ ਨੀਂਦ ਹਰਾਮ ਹੋ ਗਈ ਸੀ। ਇੰਨਾ ਚੋਰੀ ਹੋ ਜਾਣ ਦਾ ਭੈ ਨਹੀਂ ਸੀ ਜਿੰਨਾ ਇਹਨਾਂ ਖਾਸ ਕਿਸਮ ਦੇ ਚੋਰਾਂ ਦੇ ਆ ਜਾਣ ਦਾ। ਇਹਨਾਂ ਸੰਬੰਧੀ ਪਿੰਡਾਂ 'ਚ ਕਾਫੀ ਦੰਦ ਕਥਾਵਾਂ ਵੀ ਪ੍ਰਚਲਿਤ ਹੋ ਗਈਆਂ ਸਨ। ਕਈ ਪਿੰਡਾਂ ਵਿੱਚ ਦਾਨ ਪੁੰਨ ਆਦਿ ਵੀ ਕੀਤਾ ਗਿਆ ਸੀ। ਆਪੋ ਆਪਣੀਆਂ ਪੱਤੀਆਂ ਵਿੱਚ ਲੋਕੀ ਰਾਤ ਨੂੰ ਵਾਰੋ ਵਾਰੀ ਪਹਿਰਾ ਦੇਣ ਲੱਗ ਪਏ ਸਨ। ਰਾਤ ਦੇ ਪਹਿਲੇ ਪਹਿਰ ਇਹਨਾਂ ਦੇ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਸੀ। ਇਸ ਲਈ ਇਸ ਨਾਜ਼ੁਕ ਸਮੇਂ ਪਹਿਰੇਦਾਰ ਚਤੰਨ ਰਹਿੰਦੇ ਸਨ। ਮਾਮੂਲੀ ਜਿਹੇ ਖੜਕੇ ਨਾਲ ਲੋਕ ਤਰਬਕ ਕੇ ਉੱਠ ਖੜਦੇ ਸਨ। ਕਈ ਤਾਂ ਇੰਨੇ ਸਹਿਮ ਜਾਂਦੇ ਕਿ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ, ਆ ਗਏ ਓਏ, ਆ ਗਏ ਓਏ, ਫੜੋ ਫੜੋ ਓਏ, ਫੜ ਲਓ ਓਏ। ਉਸ ਸਮੇਂ ਲੋਕਾਂ ਦੀ ਹਾਲਤ ਦੇਖਣ ਵਾਲੀ ਹੁੰਦੀ। ਜਿਹਦਾ ਜਿੱਧਰ ਮੂੰਹ ਆਉਂਦਾ ਦੌੜ ਪੈਂਦਾ। ਕਈ ਤਾਂ ਆਪਸ 'ਚ ਟਕਰਾ ਕੇ ਹੀ ਜ਼ਖਮੀ ਹੋ ਜਾਂਦੇ। ਉਸ ਵਕਤ ਉਸ ਪਿੰਡ ਦੀ ਹਾਲਤ ਬਹੁਤ ਹੀ ਅਜੀਬ ਤੇ ਹਾਸੋਹੀਣੀ ਹੋ ਜਾਂਦੀ। ਬੱਚੇ ਚੁੱਕਣ ਦੀਆਂ ਵੀ ਕੁਝ ਵਾਰਦਾਤਾਂ ਹੋਈਆਂ ਸਨ। ਇਹਨਾਂ ਫਿਕਰਾਂ ਕਾਰਨ ਹੀ ਸੁਰਜੀਤ ਕੌਰ ਨੂੰ ਨੀਂਦ ਨਹੀਂ ਸੀ ਆਉਂਦੀ। ਮੁੰਡੇ ਨੂੰ ਸਕੂਲ 'ਚ ਦਾਖਲ ਕਰਾਉਣਾ ਸੀ ਤੇ ਮੁੰਡੇ ਦੇ ਪਿਓ ਦਾ ਉੱਤੋਂ ਇਹ ਹਾਲ ਸੀ। ਸੁਰਜੀਤ ਕੌਰ ਕਤਈ ਇਹ ਨਹੀਂ ਸੀ ਚਾਹੁੰਦੀ ਕਿ ਸੁਰਿੰਦਰ ਅਨਪੜ੍ਹ ਹੀ ਰਹਿ ਜਾਏ ਤੇ ਸਾਰੀ ਉਮਰ ਪਸ਼ੂਆਂ ਵਾਲਾ ਜੀਵਨ ਬਤੀਤ ਕਰੇ। ਜਨਮ ਤੋਂ ਹੀ ਮੁੰਡੇ ਨੂੰ ਉਹਨੇ ਜੱਗੇ ਦੇ ਅਸਰ ਤੋਂ ਦੂਰ ਰੱਖਿਆ ਸੀ। ਸੁਰਜੀਤ ਕੌਰ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਬੇਸ਼ੱਕ ਕਿਸੇ ਦੇ ਘਰ ਦੇ ਭਾਂਡੇ ਹੀ ਕਿਉਂ ਨਾ ਮਾਂਜਣੇ ਪੈਣ, ਗੋਹਾ ਕੂੜਾ ਹੀ ਕਿਉਂ ਨਾ ਕਰਨਾ ਪਵੇ, ਮੁੰਡੇ ਦੀ ਵਰਦੀ ਤੇ ਦਾਖਲੇ ਜਾਂ ਕਿਤਾਬਾਂ ਆਦਿ ਲਈ ਪੈਸੇ ਜ਼ਰੂਰ ਹੀ ਇਕੱਠੇ ਕਰਨੇ ਆ। ਇਸ ਫੈਸਲੇ ਨਾਲ ਸੁਰਜੀਤ ਕੌਰ ਦਾ ਦਿਲ ਹੌਲਾ ਹੋ ਗਿਆ ਤੇ ਉਹਨੂੰ ਨੀਂਦ ਆ ਗਈ। ਮਹੀਨਾ ਗੁਜ਼ਰ ਗਿਆ। ਜੱਗੇ ਦੀ ਹਾਲਤ ਸੰਤੂ ਅਮਲੀ ਤੋਂ ਵੀ ਭੈੜੀ ਹੋ ਗਈ। ਕਾਰਨ ਇਹ ਸੀ ਕਿ ਸੰਤੂ ਥੋੜੇ 'ਚ ਹੀ ਗੁਜ਼ਾਰਾ ਕਰ ਲੈਂਦਾ ਸੀ। ਉਹ ਤਾਂ ਨਿੱਕੇ ਮੋਟੇ ਨਸ਼ੇ 'ਚ ਹੀ ਮਸਤ ਰਹਿੰਦਾ ਸੀ। ਪਰ ਜੱਗੇ ਦਾ ਬੋਤਲ ਤੋਂ ਘੱਟ ਪੇਟ ਨਹੀਂ ਸੀ ਭਰਦਾ। ਛੋਟੀ ਮੋਟੀ ਗੋਲੀ ਆਦਿ ਨੇ ਤਾਂ ਉੱਤੇ ਕੀ ਅਸਰ ਕਰਨਾ ਸੀ। ਅੱਜ ਤਾਂ ਦੁਪਹਿਰ ਢਲਣ ਤੇ ਹੋਈ ਖੜੀ ਸੀ। ਜੱਗੇ ਨੂੰ ਕਿਤੋਂ ਵੀ ਕੁਝ ਪ੍ਰਾਪਤ ਨਹੀਂ ਸੀ ਹੋਇਆ। ਬੜੀ ਤਰਸਯੋਗ ਹਾਲਤ ਸੀ ਉਹਦੀ। ਆਖਰ ਡਿੱਗਦੀ ਢਹਿੰਦੀ ਹਾਲਤ ਵਿੱਚ ਉਹ ਸੱਥ 'ਚ ਜਾ ਪਹੁੰਚਿਆ। ਪਛਤਾਵੇ ਕਾਰਨ ਜਿਵੇਂ ਉਹਦੀ ਸੋਚ ਸ਼ਕਤੀ ਜਵਾਬ ਦੇ ਗਈ ਸੀ। ਸੱਥ ਵਿੱਚ ਵੀ ਉਹਦਾ ਦਿਲ ਨਾ ਟਿਕਿਆ। ਉੱਠ ਕੇ ਸੰਤੂ ਅਮਲੀ ਦੀ ਕੋਠੜੀ ਵੱਲ ਜਾਣ ਲੱਗਾ, ਪਰ ਸੰਤੂ ਤਾਂ ਪਹਿਲਾਂ ਹੀ ਉਸ ਵੱਲ ਤੁਰਿਆ ਆ ਰਿਹਾ ਸੀ। ਸੰਤੂ, ਮੈਂ ਤਾਂ ਤੇਰੇ ਕੋਲ ਆਉਣ ਲੱਗਿਆ ਸੀ। ਜੱਗੇ ਨੇ ਹਸੂ ਹਸੂ ਕਰਦੇ ਸੰਤੂ ਨੂੰ ਸੰਬੋਧਨ ਕਰਕੇ ਕਿਹਾ।
ਮੇਰੇ ਨਾਲ ਜੱਗਾ ਸਿਆ ਤੈਨੂੰ ਕੀ ਕੰਮ ਹੋ ਗਿਆ? ਮੈਂ ਕਿਹਾ ਕੁਛ ਹੈਗਾ ਤਾਂ ਦੇ ਦਿੰਦਾ, ਸਰੀਰ ਨਹੀਂ ਕਾਇਮ ਅੱਜ ਤਾਂ। ਸੰਤੂ ਹੈਰਾਨ ਸੀ ਕਿ ਜੱਗੇ ਨੇ ਕਿਹੋ ਜਿਹੀ ਗੱਲ ਕੀਤੀ ਸੀ। ਬੇਸ਼ੱਕ ਪਿਛਲੇ ਕਾਫੀ ਦਿਨਾਂ ਤੋਂ ਜੱਗੇ ਦੀ ਹਾਲਤ ਤੋਂ ਜਾਣੂ ਸੀ। ਨਾ ਬਾਈ ਜੀ, ਕਿੱਥੇ, ਇਸ ਵੇਲੇ ਤੱਕ ਤਾਂ ਸਾਰਾ ਮਸਾਲਾ ਖਤਮ ਹੋ ਜਾਂਦਾ। ਤੂੰ ਆਪ ਸਿਆਣਾ, ਉੱਤੋਂ ਰਾਤ ਵੀ ਅਜੇ ਸਿਰ ਤੇ ਖੜੀ ਹੈ। ਸੱਥ 'ਚ ਕਾਫੀ ਰੌਣਕ ਹੋ ਗਈ ਸੀ। ਆਜਾ ਆਜਾ ਬਾਈ, ਕਦੇ ਸਾਡੇ ਕੋਲ ਵੀ ਬਹਿ ਜਾ ਕਰ 2 ਘੜੀ। ਸੰਤੂ ਨੇ ਜੱਗੇ ਦਾ ਹੱਥ ਫੜ ਲਿਆ ਤੇ ਉਹਨੂੰ ਸੱਥ ਵਾਲੇ ਪਾਸੇ ਲੈ ਤੁਰਿਆ। ਮੈਂ ਤਾਂ ਭਰਾਵਾ ਤੇਰੇ ਨਾਲ ਬੈਠਣ ਦੇ ਲਾਇਕ ਵੀ ਨਹੀਂ ਰਿਹਾ। ਜੱਗਾ ਇਹ ਸ਼ਬਦ ਕਹਿਣਾ ਤਾਂ ਚਾਹੁੰਦਾ ਸੀ, ਪਰ ਉਹਦਾ ਗਲਾ ਭਰ ਆਇਆ ਸੀ। ਉਹ ਤੋਂ ਕੁਝ ਵੀ ਬੋਲਿਆ ਨਾ ਗਿਆ। ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਿੰਡ 'ਚ ਵਾਪਰੀਆਂ ਪਿਛਲੀਆਂ ਸਾਰੀਆਂ ਘਟਨਾਵਾਂ ਦੀ ਸਮੀਖਿਆ ਕੀਤੀ ਗਈ। ਹਰ ਇੱਕ ਨੇ ਵਾਰੋ ਵਾਰੀ ਦਿਲ ਦਾ ਗੁਬਾਰ ਕੱਢਿਆ। ਅੱਜ ਜੱਗੇ ਦੀ ਹੋਂਦ ਸਾਰਿਆਂ ਵਾਸਤੇ ਵਿਸ਼ੇਸ਼ ਖਿੱਚ ਦਾ ਕਾਰਨ ਬਣੀ ਸੀ। ਇਸੇ ਲਈ ਅੱਜ ਗੱਲਾਂ ਬਾਤਾਂ 'ਚ ਗੰਭੀਰਤਾ ਵੀ ਸੀ, ਪਰ ਸੰਤੂ ਨੂੰ ਜਿਵੇਂ ਵੀ ਲੱਗੀ ਹੋਈ ਸੀ। ਉਹਦੀ ਕੋਈ ਪੁੱਛ ਪ੍ਰਤੀਤ ਵੀ ਨਹੀਂ ਸੀ ਹੋ ਰਹੀ। ਅਖੀਰ 'ਚ ਕਿਸੇ ਨੇ ਪੁੱਛ ਹੀ ਲਿਆ, ਸੰਤੂ ਤੂੰ ਕਿਵੇਂ ਚੁੱਪ ਹੈ ਅੱਜ? ਸੰਤੂ ਦੀ ਜਿਵੇਂ ਪਿਣਕ ਲੱਗੀ ਹੋਈ ਸੀ। ਉਹਨੇ ਕੋਈ ਜਵਾਬ ਨਾ ਦਿੱਤਾ। ਮਰਾਸਣ ਆਉਂਦੀ ਆ ਯਾਦ, ਇੱਕ ਹੋਰ ਦੇ ਕਹਿਣ ਤੇ ਸੰਤੂ ਨੂੰ ਜਿਵੇਂ ਸੁਰਤ ਜੀ ਆ ਗਈ ਹੋਵੇ। ਉਹਨੇ ਅੱਖਾਂ ਖੋਲ ਲਈਆਂ। ਜਾਗਿਆ ਵੀ ਬੱਬਰ ਸ਼ੇਰ, ਕਿਸੇ ਦੇ ਕਹਿਣ ਤੇ ਸਾਰੀ ਸੱਥ 'ਚ ਹਾਸੜ ਪੈ ਗਈ। ਸੰਤੂ ਵੀ ਮੁਸਕਰਾਉਣ ਲੱਗਾ। ਯਾਦ ਕਾਹਨੂੰ, ਸਾਲੀ ਭੂਤ ਬਣ ਕੇ ਚਿੰਬੜੀ ਆ। ਸੰਤੂ ਨੇ ਹੋਰ ਵੀ ਰੌਣਕ ਲਾਤੀ। ਹਾਸਾ ਹੋਰ ਉੱਚਾ ਹੋ ਗਿਆ ਸੀ, ਪਰ ਜੱਗਾ ਬਿਲਕੁਲ ਚੁੱਪ ਬੈਠਾ ਸੀ। ਦੇ ਜਾਂਦੀ ਆ ਦਰਸ਼ਨ ਕਿਤੇ ਨਾ, ਹੁਣ ਤਾਂ ਆਈ ਨਹੀਂ ਕਈ ਦਿਨਾਂ ਤੋਂ। ਕੁਛ ਕਹਿਤਾ ਹੋਣਾ। ਕਹਿਣ ਨੂੰ ਕੀ ਵਾ, ਡਾਂਗ ਮਾਰਦਾ। ਝੱਟ ਆ ਜਾਂਦੀ ਹੈ ਤਾਂ ਜੀ ਖੁਸ਼ ਹੋ ਜਾਂਦਾ। ਹੋਰ ਕੀ ਲੈਣਾ ਦੇਣਾ ਹੁੰਦਾ ਕਿਸੇ ਤੋਂ। ਓਏ ਹੋਰ ਵੀ ਬਥੇਰਾ ਕੁਛ ਹੁੰਦਾ ਅਮਲੀਆ, ਵਿੱਚੋਂ ਹੀ ਕਿਸੇ ਨੇ ਕਹਿਤਾ। ਹਾਸਾ ਹੋਰ ਵੱਧ ਗਿਆ। ਬਸ ਓਏ ਬਸ ਭਲੇ ਮਾਨਸ, ਇੱਕ ਅਧਖੜ ਆਦਮੀ ਦੇ ਕਹਿਣ ਨਾਲ ਕੁਝ ਜ਼ਿਆਦਾ ਹੀ ਬੁੱਢੇ ਠਹਿਰੇ ਤੇ ਜਿਹੜੇ ਲਗਾਤਾਰ ਚੁੱਪ ਬੈਠੇ ਸੀ ਉੱਠਣ ਲੱਗੇ। ਲਓ ਜੀ, ਉਹ ਮਰਾਸਣ ਵੀ ਤੁਰੀ ਆਉਂਦੀ ਹੈ। ਅਮਲੀ ਨੂੰ ਸੁਚੇਤ ਕਰਦਿਆਂ ਇੱਕ ਸੱਜਣ ਬੋਲਿਆ, ਸੰਭਾਲ ਲਾ ਹੁਣ। ਉਦਰਿਆ ਬੈਠਾ ਸੀ। ਜੱਗੇ ਤੋਂ ਬਿਨਾਂ ਸਾਰੇ ਆਪੋ ਆਪਣੇ ਘਰਾਂ ਨੂੰ ਹੋ ਚੱਲੇ ਸੀ। ਸੰਤੂ ਪੈਰਾਂ ਭਾਰ ਹੋ ਗਿਆ ਸੀ। ਕਿਵੇਂ ਆ ਅਮਲੀਆ? ਜੱਸੋ ਨੇ ਨੇੜੇ ਆ ਕੇ ਹਾਲ ਚਾਲ ਪੁੱਛਣ ਦੇ ਅੰਦਾਜ਼ ਨਾਲ ਕਿਹਾ। ਸਾਲੀ ਬੋਲਦੀ ਕਿ ਵੇਖ ਕਿਵੇਂ ਆ, ਕਜਾਦ ਕਿਸੇ ਥਾਂ ਦੀ। ਹੋਰ ਤੈਨੂੰ ਸਰਦਾਰ ਜੀ ਕਹਾਂ। ਉਹ ਕੁਛ ਸਾਕਲ ਚਾਹੀਦੀ ਐ, ਸੰਤਾਸੀ ਉਹੀ ਕਹਿ ਦਿੰਦੀ। ਨਾ ਇੰਨਾ ਸਿਆਣਾ ਤੂੰ ਕਦੋਂ ਦਾ ਹੋ ਗਿਆ? ਦੇਖ ਹੁਣ ਪਿੰਡ ਦੇ ਵੱਡੇ ਵੱਡੇ ਸਰਦਾਰ ਮਰੀ ਜਾਂਦੇ ਆ, ਆਪਾਂ ਹੀ ਬਣਨਾ ਸਰਦਾਰ ਹੁਣ। ਜੱਗਾ ਅਜੇ ਵੀ ਗੁੱਛਾ ਮੁੱਛਾ ਹੋਇਆ ਬੈਠਾ ਸੀ। ਜੱਸੋ ਨੇ ਅਮਲੀ ਦੇ ਬਹੁਤ ਹੀ ਨੇੜੇ ਹੋ ਕੇ ਕੰਨ 'ਚ ਕਿਹਾ, ਹਾਂ ਜਿੱਥੇ ਕਿਵੇਂ, ਆਪਣਾ ਚੇਲਾ ਹੀ ਬਣ ਗਿਆ। ਫੂਕ ਨਿਕਲੀ ਵੀ ਹੈ। ਇਹਦੀ ਤਾਂ ਚੜ੍ਹਤੀ ਵਾਲੀ ਸੀ, ਉਹ ਹੁਣ ਕੋਈ ਢੂਈ ਨਹੀਂ ਮਾਰਦਾ। ਘਰ ਵਾਲੀ ਤਾਂ ਵਿਚਾਰੇ ਦੀ ਸ਼ਰੀਫ ਹੈ, ਤਾਂ ਹੀ ਤਾਂ ਟਿਕੀ ਹੈ, ਤੇਰੇ ਵਰਗੀ ਥੋੜਾ। ਜੱਸੋ ਨੇ ਘਸੁੰਨ ਮਾਰਿਆ ਤਾਂ ਪੋਲਾ ਜਿਹਾ, ਪਰ ਸੰਤੂ ਦਾ ਤਾਂ ਜਿਵੇਂ ਸਾਹ ਚੜਾ ਕੇ ਰੱਖਤਾ। ਅਮਲੀ ਦੀ ਹਾਲਤ ਦੇਖ ਕੇ ਜੱਸੋ ਨੇ ਆਪ ਹੀ ਕਹਿਤਾ, ਓਹੋ ਬਾਹਲਾ ਤਾਂ ਨਹੀਂ ਵੱਜ ਗਿਆ? ਨਾ ਨਾ, ਹੈ ਕੀ, ਮੈਂ ਮਰਨ ਲੱਗਾ ਸੀ। ਭਾਵਾਂ ਦੀ 2 ਹੋਰ ਮਾਰ ਦਿੰਦੀ। ਲੈ ਫਿਰ ਮਾਰ ਦਿੰਨੀ ਆ। ਜੱਸੋ ਨੇ ਦੁਬਾਰਾ ਮੁੱਕਾ ਵੱਟ ਲਿਆ ਸੀ। ਠਹਿਰ ਜਾ, ਅਮਲੀ ਜਿਵੇਂ ਚੀਕ ਹੀ ਪਿਆ ਸੀ। ਕੀ ਹੋ ਗਿਆ? ਮੈਨੂੰ ਜਰਾ ਠੀਕ ਹੋ ਕੇ ਬਹਿ ਲੈਣ ਦੇ। ਜੱਸੋ ਖਿੜਖੜਾ ਕੇ ਹੱਸ ਪਈ ਸੀ। ਜੱਗਾ ਵੀ ਜਰਾ ਸੁਚੇਤ ਹੋ ਗਿਆ ਸੀ। ਲੈ ਜਾਗ ਪਿਆ ਜੱਗਾ ਜੱਟ ਵੀ। ਅਮਲੀ ਨੇ ਚੁੰਡੀ ਵੜਦਿਆਂ ਜੱਸੋ ਨੂੰ ਅੱਖ ਮਾਰੀ। ਜਾਗਿਆ ਕਾਹਦਾ ਹੈ, ਵਿਚਾਰੇ ਦਾ ਬੁਰਾ ਹਾਲ ਹੈ। ਪਾਨ ਖਾਣ ਨੂੰ ਮਿਲਦਾ ਨਹੀਂ। ਬੁਰਾ ਹਾਲ ਬਾਂਕੇ ਦਿਹਾੜੇ, ਅਮਲੀ ਨੇ ਕਿਹਾ। ਉਹ ਮੈਂ ਤਾਂ ਕੁਛ ਹੋਰ ਵੀ ਸੁਣਿਆ। ਕੀ? ਅਮਲੀ ਨੇ ਜੱਗੇ ਵੱਲ ਨਜ਼ਰ ਘੁਮਾਉਂਦਿਆਂ ਪੁੱਛਿਆ, ਜਿਹੜਾ ਪੂਰਾ ਤਾਣ ਲਾ ਕੇ ਉੱਠ ਰਿਹਾ ਸੀ। ਇਹਦੇ ਘਰ ਵਾਲੀ ਤਾਂ ਲੋਕਾਂ ਦੇ ਜੂਠੇ ਭਾਂਡੇ ਮਾਂਜਦੀ ਫਿਰਦੀ ਹੈ। ਜੱਗੇ ਨੇ ਸੁਣ ਲਿਆ ਸੀ ਇਹ ਤੋਂ ਪਹਿਲਾਂ ਕਿ ਅਮਲੀ ਤੇ ਜੱਸੋ ਕੁਛ ਹੋਰ ਬੋਲਦੇ। ਉਹ ਕੰਨ ਵਲੇਟ ਕੇ ਹੌਲੀ ਹੌਲੀ ਤੁਰਦਾ ਬਣਿਆ। ਗੱਲਾਂ ਦਾ ਰੁੱਖ ਜੱਗੇ ਵੱਲ ਹੋ ਗਿਆ ਸੀ। ਹੋਰ ਪਤਾ ਨਹੀਂ ਉਹਨੂੰ ਕੀ ਕੁਝ ਸੁਣਨਾ ਪੈਂਦਾ। ਲੈ ਤੁਰ ਚੱਲਿਆ ਤਾਂ, ਜੱਸੋ ਨੇ ਕਿਹਾ। ਜਾਣਦੇ ਆਪਾਂ ਨੇ ਕੀ ਲੈਣਾ, ਆਪਾਂ ਤਾਂ ਠੀਕ ਹੈ। ਚੱਲ ਆਪਾਂ ਚੱਲਦੇ ਹਾਂ। ਕਿੱਥੇ? ਆਪਦੀ ਹਵੇਲੀ 'ਚ, ਹੋਰ ਕਿੱਥੇ?
ਅਮਲੀ ਨੇ ਆਪਣੀ ਝੌਂਪੜੀ ਵੱਲ ਇਸ਼ਾਰਾ ਕਰਦਿਆਂ ਕਿਹਾ। ਨਾ ਨਾ, ਕੁਵੇਲਾ ਹੋ ਗਿਆ, ਮੈਂ ਤਾਂ ਜਾਨੀ ਆ। ਓਏ ਤੂੰ ਚੱਲਦੀ ਐ ਕਿ ਦੱਸਾਂ? ਵੇਖ ਕਰਦੀ ਕਿਵੇਂ ਆ, ਜਿਵੇਂ ਆਪਾਂ ਉੱਪਰੇ ਹੁੰਨੇ ਆ। ਅਮਲੀ ਜੱਸੋ ਨੂੰ ਖਿੱਚ ਕੇ ਝੌਂਪੜੀ ਵੱਲ ਲੈ ਗਿਆ। ਜੱਸੋ ਨੇ ਵੀ ਹੋਰ ਨਾ ਨੁੱਕਰ ਨਾ ਕੀਤੀ। ਅੰਗ 16। ਕਾਫੀ ਹਨੇਰਾ ਹੋ ਗਿਆ ਸੀ ਜਦ ਜੱਗਾ ਘਰੇ ਪਹੁੰਚਿਆ। ਦਰਵਾਜ਼ਾ ਬਾਹਰੋਂ ਬੰਦ ਸੀ, ਸਿਰਫ ਕੁੰਡਾ ਲੱਗਿਆ ਹੋਇਆ ਸੀ। ਜਿੰਦਰੇ ਦੀ ਸ਼ਾਇਦ ਜ਼ਰੂਰਤ ਹੀ ਨਹੀਂ ਸੀ ਸਮਝੀ ਗਈ। ਖਾਲੀ ਕੋਠੇ ਨੂੰ ਤਾਂ ਕੋਈ ਚੁੱਕ ਕੇ ਨਹੀਂ ਸੀ ਲਿਜਾਣ ਲੱਗਾ। ਗਰਮੀ ਕਾਫੀ ਸੀ। ਜੱਗੇ ਨੇ ਕਮੀਜ਼ ਲਾ ਕੇ ਮੰਜੀ ਤੇ ਸੁੱਟ ਦਿੱਤੀ। ਖੁੱਚਾਂ ਤੋਂ ਕਾਫੀ ਉੱਤੇ ਕਰਕੇ ਬੰਨੇ ਚਾਦਰੇ ਦੀ ਲੱਕ ਦੁਆਲਿਓਂ ਗੰਢ ਖੋਲਣ ਹੀ ਲੱਗਾ ਸੀ ਕਿ ਸਾਹਮਣੇ ਪਏ ਤੌੜੇ ਤੇ ਉਹਦੀ ਨਿਗਾਹ ਜਾ ਪਈ। ਨਾਲ ਹੀ ਪਏ ਜੰਗਾਲੇ ਜੇ ਟੀਨ ਦੇ ਡੱਬੇ ਨੂੰ ਉਹਨੇ ਤੌੜੇ 'ਚ ਡੁਬੋ ਕੇ ਭਰਿਆ ਤੇ ਬੁੱਕ ਨਾਲ ਪਾਣੀ ਪੀਤਾ। ਬਾਕੀ ਬਚਦੇ ਪਾਣੀ ਨਾਲ ਮੂੰਹ ਤੇ ਅੱਖਾਂ ਤੇ ਛੱਟਾ ਮਾਰ ਲਿਆ। ਕੁਝ ਸੁਰਤ ਟਿਕਾਣੇ ਆ ਗਈ। ਇੰਨੇ ਨੂੰ ਸੁਰਜੀਤ ਕੌਰ ਵੀ ਆ ਗਈ। ਸੁਰਿੰਦਰ ਨੂੰ ਉਹਨੇ ਕੁੱਛੜ ਚੁੱਕਿਆ ਹੋਇਆ ਸੀ। ਜੱਗੇ ਦੇ ਇਸ ਤਰ੍ਹਾਂ ਵਕਤ ਸਿਰ ਘਰ ਪਹੁੰਚ ਜਾਣ ਤੇ ਉਹਨੂੰ ਹੈਰਾਨੀ ਹੋ ਗਈ। ਆ ਗਈ ਹੁਣ ਤੂੰ ਵੀ ਅੱਧੀ ਰਾਤ ਨੂੰ? ਜੱਗੇ ਨੇ ਥੋੜਾ ਜਿਹਾ ਗੁੱਸਾ ਪ੍ਰਗਟਾਉਂਦਿਆਂ ਕਿਹਾ। ਅਸਲ 'ਚ ਉਹਨੇ ਆਵਾਜ਼ ਹੀ ਇੰਨੀ ਕਮਜ਼ੋਰ ਜੀ ਕੱਢੀ ਸੀ ਕਿ ਜੇਕਰ ਉਹ ਗੁੱਸੇ ਵਿੱਚ ਵੀ ਬੋਲਦਾ ਤਾਂ ਫਿਰ ਵੀ ਸੁਰਜੀਤ ਕੌਰ ਤੇ ਕੋਈ ਅਸਰ ਨਾ ਹੁੰਦਾ। ਮੁੰਡੇ ਨੂੰ ਕੁੱਛੜੋਂ ਲਾ ਕੇ ਉਹਨੇ ਮੰਜੀ ਤੇ ਬਿਠਾਤਾ। ਜੱਗੇ ਨੂੰ ਬਗੈਰ ਕੋਈ ਜਵਾਬ ਦਿੱਤਿਆਂ ਉਹਨੇ ਸੀਖਾਂ ਵਾਲੀ ਡੱਬੀ ਚੁੱਕੀ। ਪਹਿਲਾਂ ਉਹਨੂੰ ਖੜਕਾਇਆ, ਫਿਰ ਸੀਖ ਕੱਢੀ। ਡੱਬੀ ਦੇ ਪਾਸੇ ਨਾਲ ਘਸਾਉਣ ਸਾਰ ਸਾਰੇ ਵਿਹੜੇ 'ਚ ਚਾਨਣ ਹੋ ਗਿਆ। ਪੁਰਾਣੀ ਜੀ ਲਾਲਟਨ ਜਗਾ ਉਹਨੇ ਕੀਲੀ ਤੇ ਟੰਗਤੀ। ਸੁਰਜੀਤ ਦੇ ਇਸ ਸਮੁੱਚੇ ਕੰਮਕਾਰ ਉੱਤੇ ਜੱਗੇ ਨੇ ਲਗਾਤਾਰ ਨਿਗਾਹ ਰੱਖੀ। ਸਗੋਂ ਮੈਂ ਪੁੱਛਣੀ ਆ, ਤੂੰ ਕਿਵੇਂ ਆਇਆ ਬੈਠਾ ਉਸ ਵਕਤ ਹੀ? ਸੁਰਜੀਤ ਕੌਰ ਦੇ ਜਵਾਬ ਦੇਣ ਤੱਕ ਜੱਗਾ ਸੱਚਮੁੱਚ ਹੀ ਗੁੱਸੇ 'ਚ ਆ ਚੁੱਕਾ ਸੀ। ਹੁਣ ਉਹਦੀ ਕੋਈ ਜਵਾਬ ਨਾ ਦੇਣ ਦੀ ਵਾਰੀ ਸੀ। ਸੁਰਿੰਦਰ ਮੰਜੇ ਤੇ ਪਏ ਇੱਕ ਧਾਗੇ ਨਾਲ ਖੇਡ ਰਿਹਾ ਸੀ। ਪਤਲੇ ਲੰਮੇ ਧਾਗੇ ਨੂੰ ਕਦੇ ਇੱਕ ਉਂਗਲ ਤੇ ਵਲੇਟ ਲੈਂਦਾ, ਕਦੇ ਦੂਜੀ ਤੇ, ਫਿਰ ਤੇਜ਼ੀ ਨਾਲ ਧਾਗਾ ਉਧੇੜ ਦਿੰਦਾ। ਸੁਰਜੀਤ ਕੌਰ ਥੱਕੀ ਹੋਣ ਦੇ ਬਾਵਜੂਦ ਕਾਫੀ ਸੰਤੁਸ਼ਟ ਨਜ਼ਰ ਆ ਰਹੀ ਸੀ। ਲਾਲਟੈਨ ਦੀ ਰੋਸ਼ਨੀ 'ਚ ਉਹਦੇ ਚਿਹਰੇ ਦੀ ਖੁਸ਼ੀ ਵੀ ਸਪਸ਼ਟ ਦਿਸ ਰਹੀ ਸੀ। ਤੌੜੇ 'ਚੋਂ ਪਾਣੀ ਦਾ ਡੱਬਾ ਭਰ ਕੇ ਉਹਨੇ ਪੀਤਾ। ਪੁੱਤ ਤੂੰ ਵੀ ਪੀਣਾ ਪਾਣੀ? ਮੁੰਡੇ ਨੇ ਨਾਂਹ 'ਚ ਸਿਰ ਹਿਲਾ ਦਿੱਤਾ। ਸੁਰਜੀਤ ਕੌਰ ਨੇ ਚੁੰਨੀ ਦੇ ਪੱਲਿਓਂ ਕੁਝ ਟਟੋਲ ਕੇ ਬਾਹਰ ਕੱਢਿਆ। ਚੀਜ਼ ਨੂੰ ਮੁੱਠੀ 'ਚ ਨੱਪਦਿਆਂ ਹੀ ਉਹ ਬੋਲੀ, ਮੈਂ ਆਪਣੇ ਪੁੱਤ ਨੂੰ ਨਵੇਂ ਕੱਪੜੇ ਸਮਾ ਕੇ ਦੇਵਾਂਗੀ, ਨਾਲੇ ਸਕੂਲ ਵੀ ਦਾਖਲ ਕਰਾਵਾਂਗੀ। ਮੇਰਾ ਪੁੱਤ ਵੱਡਾ ਹੋਊਗਾ, ਡਾਕਦਾਰ ਬਣੂਗਾ। ਓਹੋ, ਤੂੰ ਮੁੰਡੇ ਨੂੰ ਡਾਕਦਾਰ ਹੀ ਬਣਾਉਂਦੀ ਫਿਰੇਂਗੀ ਕਿ ਕੁਝ ਖਾਣ ਨੂੰ ਵੀ ਦੇਂਗੀ? ਜੱਗਾ ਮੰਜੀ ਤੇ ਲੇਟਿਆ ਲੇਟਿਆ ਕੋਹਣੀ ਭਾਰ ਹੋ ਗਿਆ ਸੀ। ਨਾਲੇ ਦੱਸ ਖਾਂ, ਹਾਂ ਮੁੱਠੀ 'ਚ ਕੀ ਲੁਕੋਇਆ? ਲੁਕੋਇਆ ਤੇਰਾ ਸਿਰ। ਸੁਰਜੀਤ ਕੌਰ ਕਹਿਣਾ ਤਾਂ ਚਾਹੁੰਦੀ ਸੀ, ਪਰ ਉਹਨੇ ਇਹ ਸ਼ਬਦ ਨਾ ਬੋਲੇ, ਸਗੋਂ ਮੁੱਠੀ ਪਿੱਛੇ ਕਰ ਲਈ। ਸ਼ੁਦਾਈ ਹੋਇਆ ਫਿਰਦਾ, ਕਿਤੇ ਮਹੀਨੇ ਦੀ ਕਮਾਈ ਖੋ ਕੇ ਹੀ ਨਾ ਭੱਜੇ। ਦੱਸਦੀ ਆ ਕਿ ਆਵਾਂ ਫਿਰ? ਜੱਗਾ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਸੀ। ਪੈਸੇ ਐ, ਹੋਰ ਕੀ ਹੈ? ਨਾਲੇ ਮੈਂ ਤੇਰੇ ਲਈ ਤਾਂ ਨਹੀਂ ਲਿਆਂਦੇ, ਮੁੰਡੇ ਦੀ ਵਰਦੀ ਲਈ ਰੱਖਣੇ ਆ, ਨਾਲੇ ਬਸਤਾ ਤੇ ਤਖਤੀ ਲੈ ਕੇ ਦੇਣੀ ਹੈ। ਜੱਦੀ ਬਸਤੇ ਫੱਟੀ ਦੀ ਫੜਾ ਉਰੇ। ਜੱਗਾ ਉੱਠ ਖੜਾ ਹੋਇਆ ਸੀ। ਸਵੇਰ ਦਾ ਸੁੱਕਾ ਹੀ ਤੁਰਿਆ ਫਿਰਦਾ। ਉਹ ਹੌਲੀ ਹੌਲੀ ਤੁਰਦਾ ਸੁਰਜੀਤ ਦੇ ਨੇੜੇ ਚਲਾ ਗਿਆ। ਜ਼ਰਾ ਪੁਚਕਾਰ ਕੇ ਉਹਨੇ ਫੇਰ ਕਿਹਾ, ਲਿਆ ਕਰ ਉਰੇ, ਮੈਂ ਫੜ ਲਿਆਉਣਾ 2 ਘੁੱਟ। ਸਰੀਰ 'ਚ ਕੁਛ ਜਾਨ ਪੈ ਜੇ, ਅਸਲੋਂ ਹੀ ਮਰੇ ਪਏ ਆ ਅੱਜ ਤਾਂ। ਬਹੁਤ ਹੀ ਕਠਿਨ ਸਥਿਤੀ 'ਚ ਫਸ ਗਈ ਸੀ ਸੁਰਜੀਤ ਕੌਰ। 5 ਜਾਂ 10 ਰੁਪਏ ਹੁੰਦੇ ਤਾਂ ਵੀ ਦੇ ਦਿੰਦੀ, ਇਹ ਤਾਂ ਪੂਰਾ 50 ਦਾ ਬੰਨਿਆ ਨੋਟ ਸੀ। ਸੁਰਜੀਤ ਕੌਰ ਕੜਿੱਕੀ 'ਚ ਫਸੀ ਮਹਿਸੂਸ ਕਰ ਰਹੀ ਸੀ। ਲਿਆ ਛੇਤੀ ਲਿਆ। ਜੱਗੇ ਨੂੰ ਅਚਵੀ ਜੀ ਲੱਗ ਗਈ। ਨਾਲੇ ਉਹਨੇ ਤਾਂ ਰੁਪਏ ਖੋਣ ਵਾਲੀ ਸਥਿਤੀ 'ਚ ਕੱਸ ਕੇ ਸੁਰਜੀਤ ਕੌਰ ਦੀ ਬਾਂਹ ਵੀ ਫੜ ਲਈ ਸੀ। ਸਿਰਫ ਫੜੀ ਨਹੀਂ, ਮਰੋੜਨੀ ਵੀ ਸ਼ੁਰੂ ਕਰਤੀ ਸੀ। ਪਰ ਇਹ ਦਫਾ ਹੋ ਜਾ, ਛੱਡ ਦੇ ਮੇਰੀ ਬਾਂਹ। ਸੁਰਜੀਤ ਕੌਰ ਡਰ ਦੇ ਨਾਲ ਨਾਲ ਗੁੱਸੇ 'ਚ ਵੀ ਆ ਗਈ ਸੀ। ਪੈਸੇ ਦੇ ਦੇ, ਬਾਂਹ ਛੱਡ ਦਿੰਨੇ ਆ। ਮੈਂ ਕਹਿੰਨੀ ਆ, ਹੈ ਨਹੀਂ ਪੈਸੇ ਪੂਸੇ ਮੇਰੇ ਕੋਲ। ਵੇਖ ਓਏ ਕਰਦੀ ਕੀ ਆ? ਕਹਿੰਦੇ ਆ ਜੱਗੇ ਨੇ ਇੱਕ ਤਕੜਾ ਘੁਸੁੰਨ ਸੁਰਜੀਤ ਕੌਰ ਦੀ ਧੌਣ 'ਚ ਜੜਤਾ। ਜੇਕਰ ਕੋਈ ਹੋਰ ਵਕਤ ਹੁੰਦਾ ਤਾਂ ਸੁਰਜੀਤ ਕੌਰ ਸ਼ਾਇਦ ਈਨ ਵੀ ਮੰਨ ਲੈਂਦੀ, ਪਰ ਅੱਜ ਕਿਸੇ ਕੀਮਤ ਤੇ ਵੀ ਰੁਪਏ ਉਹ ਜੱਗੇ ਦੇ ਹਵਾਲੇ ਨਹੀਂ ਸੀ ਕਰਨਾ ਚਾਹੁੰਦੀ। ਉਸ 'ਚ ਸ਼ੇਰ ਜਿੰਨੀ ਤਾਕਤ ਆ ਗਈ। ਉਹਨੇ ਜੱਗੇ ਨੂੰ ਇੰਨੇ ਜ਼ੋਰ ਨਾਲ ਧੱਕਾ ਮਾਰਿਆ ਕਿ ਉਹ ਕਿੰਨਾ ਸਾਰਾ ਪਿਛਾਂਹ ਹੋ ਕੇ ਜਾ ਡਿੱਗਾ। ਪਿੱਛੇ ਅੱਧੀ ਇੱਟ ਪਈ ਸੀ, ਉਹਦੀ ਖੱਬੀ ਬਾਂਹ ਦੀ ਕੋਹਣੀ ਇੱਟ ਤੇ ਜਾ ਵੱਜੀ।
ਬੇਹੱਦ ਦਰਦ ਹੋਇਆ। ਕਿੰਨਾ ਚਿਰ ਤਾਂ ਉਹ ਤੋਂ ਉੱਠਿਆ ਵੀ ਨਾ ਗਿਆ। ਇੱਧਰ ਮੌਕਾ ਤਾੜ ਕੇ ਸੁਰਜੀਤ ਕੌਰ ਅੰਦਰ ਵੜਨ ਲੱਗੀ। ਜੱਗੇ ਦਾ ਗੁੱਸਾ ਪੂਰੀ ਤਰ੍ਹਾਂ ਉਹਦੇ ਦਿਮਾਗ ਨੂੰ ਚੜ ਗਿਆ। ਸੁਰਜੀਤ ਦੀ ਬੰਦ ਮੁੱਠੀ ਤੇ ਫੇਰ ਠੇਕਾ ਉਹਦਾ ਨਿਸ਼ਾਨਾ ਸੀ। ਮੁੱਠੀ ਹਰ ਹਾਲਤ 'ਚ ਖੁਲਵਾਉਣੀ ਸੀ। ਅੱਧੀ ਇੱਟ ਨੂੰ ਉਹਨੇ ਸੱਜੇ ਹੱਥ 'ਚ ਮਜ਼ਬੂਤੀ ਨਾਲ ਫੜਿਆ ਤੇ ਬਗੈਰ ਦੇਰੀ ਕੀਤਿਆਂ ਅੰਦਰ ਵੱਲ ਜਾ ਰਹੀ ਸੁਰਜੀਤ ਕੌਰ ਵੱਲ ਵਗਾ ਕੇ ਮਾਰੇ। ਨਿਸ਼ਾਨਾ ਠੀਕ ਲੱਗਾ। ਦੋਹਾਂ ਹੱਥਾਂ ਨਾਲ ਸਿਰ ਫੜ ਕੇ ਚੀਕ ਮਾਰਦੀ ਹੋਈ ਧਾੜ ਕਰਕੇ ਜ਼ਮੀਨ ਤੇ ਡਿੱਗ ਪਈ। ਸੁਰਿੰਦਰ ਵੀ ਰੋਣ ਲੱਗ ਪਿਆ ਸੀ। ਹੁਣ ਹੋਰ ਵਕਤ ਖਰਾਬ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਜੱਗਾ ਬਹੁਤ ਹੀ ਫੁਰਤੀ ਨਾਲ ਉੱਠਿਆ, ਸੁਰਜੀਤ ਕੌਰ ਦੇ ਹੱਥੋਂ 50 ਦਾ ਨੋਟ ਖਸਕਾਇਆ ਤੇ ਗਲੋਂ ਨੰਗਾ ਹੀ ਬਾਹਰ ਵੱਲ ਨਿਕਲ ਦੌੜਿਆ। ਕੁਵੇਲਾ ਹੋ ਜਾਣ ਕਾਰਨ ਪਿੰਡ ਦੀਆਂ ਗਲੀਆਂ ਚੁੱਪ ਸਨ। ਠੇਕੇ ਤੱਕ ਪਹੁੰਚਦਿਆਂ ਜੱਗੇ ਨੇ ਆਪਣੀ ਚਾਲ 'ਚ ਫਰਕ ਨਹੀਂ ਸੀ ਪੈਣ ਦਿੱਤਾ, ਸਗੋਂ ਤੇਜ਼ ਤੋਂ ਤੇਜ਼ ਹੁੰਦਾ ਗਿਆ। ਪਰ ਇਹ ਕੀ, ਠੇਕਾ ਤਾਂ ਬੰਦ ਸੀ। ਠੇਕਾ ਵੀ ਤਾਂ ਬਸ ਨਾਂ ਦਾ ਹੀ ਸੀ। ਦੂਰ ਦੁਰਾਡੇ ਸ਼ਹਿਰ ਦੀ ਕਿਸੇ ਸ਼ਾਖਾ ਨਾਲ ਇੱਕ ਛੜੇ ਛੜਾਂਗ ਆਦਮੀ ਨੇ ਸੰਪਰਕ ਰੱਖਿਆ ਹੋਇਆ ਸੀ। ਉੱਥੋਂ ਹੀ ਚੋਰੀ ਛੁਪੇ ਦੇਸੀ ਸ਼ਰਾਬ ਲਿਆ ਕੇ ਚੰਗਾ ਲਾਭ ਲੈ ਕੇ ਇੱਥੇ ਵੇਚ ਦਿਆ ਕਰਦਾ ਸੀ। ਜਗ੍ਹਾ ਹੋਰ ਨੇੜੇ ਹੋ ਗਿਆ। ਠੇਕਾ ਸੱਚਮੁੱਚ ਹੀ ਬੰਦ ਸੀ। ਬਾਹਰੋਂ ਭਾਰੀ ਜੰਦਰਾ ਲੱਗਿਆ ਹੋਇਆ। ਉਹਦੀ ਸੋਚ ਜਵਾਬ ਦਿੰਦੀ ਜਾ ਰਹੀ ਸੀ। ਇਸ ਸਮੇਂ ਦੌਰਾਨ ਉਹਨੂੰ ਇੱਕ ਵਾਰੀ ਵੀ ਘਰ ਵਾਲੀ ਤੇ ਪੁੱਤਰ ਦਾ ਖਿਆਲ ਨਹੀਂ ਸੀ ਆਇਆ। ਪਰ ਉਹਦੇ ਚੇਤੇ 'ਚ ਇਹ ਗੱਲ ਜ਼ਰੂਰ ਥੋੜੇ ਵਾਂਗ ਆ ਵੱਜੀ ਸੀ ਕਿ ਨਾਲ ਦੇ ਪਿੰਡ ਵੀ ਅਜਿਹਾ ਹੀ ਇੱਕ ਠੇਕਾ ਚੱਲਦਾ ਸੀ। ਉਹ ਰਵਾਂ ਰਵੀ ਉੱਧਰ ਨੂੰ ਹੋ ਤੁਰਿਆ। ਪਿੰਡ ਪੂਰਾ 2 ਮੀਲ ਦੀ ਦੂਰੀ ਤੇ ਸੀ। ਫਿਰ ਕੀ ਹੋਇਆ, ਅੱਜ ਤਾਂ ਜੱਗਾ ਇਹ ਤੋਂ ਵੀ ਵੱਧ ਤੁਰ ਸਕਦਾ ਸੀ। ਪੂਰੇ 50 ਰੁਪਏ ਉਹਦੀ ਮੁੱਠ 'ਚ ਸੀ। ਪੂਰੀ ਰਾਤ ਪੈ ਚੁੱਕੀ ਸੀ। ਅਜੇ ਪਿੰਡ ਦੀ ਨਿਆਈ 'ਚ ਹੀ ਪਹੁੰਚਿਆ ਸੀ ਕਿ ਨੇੜੇ ਉਹਨੂੰ ਖੁਸਰ ਫੁਸਰ ਹੁੰਦੀ ਸੁਣਾਈ ਦਿੱਤੀ। ਫਿਰ ਤੁਰੰਤ ਇਹ ਆਵਾਜ਼ ਵੀ ਉਹਦੇ ਕੰਨੀ ਪਈ। ਆ ਗਿਆ ਓਏ, ਆ ਗਿਆ ਓਏ, ਉਹ ਚੋਰ ਚੋਰ ਆ ਜਾਂਦਾ, ਫੜ ਲੋ ਓਏ, ਆ ਜਾਓ ਲੋਕੋ, ਫੜ ਲੋ। ਕਿੰਨਾ ਚਿਰ ਤਾਂ ਜੱਗੇ ਨੂੰ ਸਮਝ ਹੀ ਨਹੀਂ ਸੀ ਆਈ ਕਿ ਚੋਰ ਕੌਣ ਸੀ। ਸਗੋਂ ਉਹਨੇ ਮੁੱਠੀ ਵਾਲੇ ਪੈਸੇ ਲੱਕ ਦੁਆਲੇ ਬੰਨੀ ਚਾਦਰ ਦੇ ਲੜ ਨਾਲ ਬੰਨ ਕੇ ਟੁੰਗ ਲਏ ਸੀ, ਦੂਜੇ ਸ਼ਬਦਾਂ 'ਚ ਲੁਕੋ ਲਏ ਸੀ। ਇੱਕ ਵਾਰ ਤਾਂ ਉਹਦਾ ਜੀ ਕੀਤਾ ਕਿ ਉਹ ਖੁਦ ਵੀ ਪਿੰਡ ਵਾਲਿਆਂ ਦਾ ਸਾਥ ਦੇਵੇ ਤੇ ਚੋਰ ਚੋਰ ਕਹਿ ਕੇ ਰੌਲਾ ਪਾਵੇ। ਪਰ ਇਹ ਕੀ, ਚਾਰੇ ਪਾਸਿਆਂ ਤੋਂ ਲੋਕਾਂ ਨੇ ਘੇਰਾ ਪਾ ਲਿਆ ਸੀ। ਜੱਗੇ ਨੂੰ ਯਕੀਨ ਹੋ ਗਿਆ ਸੀ ਕਿ ਇਹਨਾਂ ਦਾ ਨਿਸ਼ਾਨਾ ਵੀ ਉਹ ਆਪ ਹੀ ਸੀ। ਚੋਰ ਚੋਰ ਕੀ, ਜੱਗਾ ਚੋਰ? ਨਹੀਂ, ਇਸ ਵਕਤ ਤਾਂ ਨਹੀਂ। ਚੋਰ ਹੀ ਤਾਂ ਹਾਂ ਮੈਂ, ਚੋਰ ਨਹੀਂ ਲੁਟੇਰਾ ਮੈਂ। 50 ਰੁਪਏ ਮੈਂ ਲੁੱਟ ਕੇ ਹੀ ਤਾਂ ਲਿਆਂਦੇ ਨੇ। ਚੋਰ ਚੋਰ ਚੋਰ, ਜੱਗੇ ਦਾ ਜਿੱਧਰ ਮੂੰਹ ਆਇਆ ਬੇਤਹਾਸ਼ਾ ਦੌੜ ਪਿਆ। ਲੋਕਾਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਉਹ ਜੱਗੇ ਚੋਰ ਦੇ ਪਿੱਛੇ ਦੌੜੇ। ਕਿਸੇ ਨੇ ਚਲਾਵਾਂ ਵੱਟਾ ਜਾਂ ਪੱਥਰ ਮਾਰਿਆ, ਕਿਸੇ ਨੇ ਡੰਡਾ ਜਾਂ ਛਿੱਤਰ। ਪਤਾ ਨਹੀਂ ਲੋਕਾਂ 'ਚ ਇੰਨਾ ਜੋਸ਼ ਕਿੱਥੋਂ ਆ ਗਿਆ ਸੀ। ਅੱਜ ਉਹ ਬੇਖੌਫ ਹੋਏ ਸ਼ਿਕਾਰ ਦੇ ਮਗਰ ਹੱਥ ਧੋ ਕੇ ਪੈ ਗਏ ਸੀ। ਇੱਥੋਂ ਤੱਕ ਕਿ ਛੋਟੇ ਛੋਟੇ ਬੱਚੇ ਵੀ ਆਪਣਾ ਯੋਗਦਾਨ ਪਾਉਣ ਲਈ ਆ ਰਲੇ ਸੀ। ਜੱਗੇ ਦਾ ਬੁਰਾ ਹਾਲ ਹੋ ਗਿਆ ਸੀ। ਉਹਦਾ ਸਾਰਾ ਸਰੀਰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਚਾਦਰਾ ਤਾਂ ਪਹਿਲਾਂ ਹੀ ਲੱਥ ਕੇ ਡਿੱਗ ਪਿਆ ਸੀ, ਪਰ ਉਹ ਨੀਂਦ ਬੇਹੋਸ਼ੀ ਦੀ ਹਾਲਤ 'ਚ ਦੌੜਿਆ ਜ਼ਰੂਰ ਫਿਰਦਾ ਸੀ। ਹਨੇਰੇ ਕਾਰਨ ਲੋਕ ਵੀ ਬੇਤਰਤੀਬੇ ਜਿਹੇ ਨਿਸ਼ਾਨੇ ਲਾ ਰਹੇ ਸੀ। ਆਖਰ ਜੱਗੇ ਦਾ ਪੈਰ ਫਿਸਲ ਗਿਆ ਤੇ ਫਿਸਲਦਾ ਹੋਇਆ ਭੁਆਂਦੜੀਆਂ ਖਾਂਦਾ ਇੱਕ ਡੂੰਘੀ ਖੱਡ 'ਚ ਜਾ ਡਿੱਗਾ। ਜੱਗਾ ਜਾਦੂਈ ਦੀ ਖੇਡ ਵਾਂਗ ਲੋਕਾਂ ਦੀਆਂ ਨਜ਼ਰਾਂ ਤੋਂ ਲੋਪ ਹੋ ਗਿਆ ਸੀ। ਹੁਣੇ ਹੁਣੇ ਦਿਸਦਾ ਸੀ, ਹੁਣੇ ਦਿਸਣੋਂ ਬੰਦ ਹੋ ਗਿਆ ਸੀ। ਅਗਲੇ ਦਿਨ ਇਲਾਕੇ 'ਚ ਲੋਕਾਂ ਦੁਆਰਾ ਇੱਕ ਚੋਰ ਦੇ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣ ਦੀ ਖੂਬ ਚਰਚਾ ਸੀ। ਬੇਸ਼ੱਕ ਚੋਰ ਦੀ ਪਛਾਣ ਨਹੀਂ ਸੀ ਆਈ। ਨਾਵਲ ਦਾ ਦੂਸਰਾ ਭਾਗ, 17ਵਾਂ ਅੰਗ। ਸਤੀਸ਼ ਜਾਣਬੁੱਝ ਕੇ ਕੁੜੀ ਨਾਲ ਟਕਰਾ ਗਿਆ ਸੀ। ਸਾਹਮਣੇ ਖੜੇ ਕਿੰਨੇ ਸਾਰੇ ਮੁੰਡੇ ਖਿੜਖੜਾ ਕੇ ਹੱਸਣ ਲੱਗੇ ਸਨ, ਨਾਲੇ ਲਗਾਤਾਰ ਤਾੜੀਆਂ ਵਜਾਈ ਜਾ ਰਹੇ ਸਨ। ਕੁੜੀ ਦੀਆਂ ਸਾਰੀਆਂ ਕਿਤਾਬਾਂ ਖਿੱਲਰ ਗਈਆਂ ਸਨ। ਕਿਤਾਬਾਂ ਇਕੱਠੀਆਂ ਕਰਦੀ ਕੁੜੀ ਨੂੰ ਵੇਖ ਕੇ ਮੁੰਡਿਆਂ ਦੁਆਰਾ ਹੋਰ ਵੀ ਹੋ ਹੋਣ ਲੱਗ ਪਈ ਸੀ। ਸੁਰਿੰਦਰ ਇਹ ਸਾਰਾ ਤਮਾਸ਼ਾ ਦੇਖਦਾ ਹੀ ਰਹਿ ਗਿਆ ਸੀ। ਇੱਕ ਵਾਰੀ ਤਾਂ ਉਹਦਾ ਦਿਲ ਕੀਤਾ ਸੀ ਕਿ ਇਸ ਬਦਮਾਸ਼ ਟੋਲੇ ਨੂੰ ਲੋਹੇ ਦੇ ਚਣੇ ਚਬਾਵੇ, ਨਾਲੇ ਉਸ ਸਤੀਸ਼ ਦੇ ਬੱਚੇ ਨੂੰ ਵੀ ਦੱਸ ਦੇਵੇ ਕਿ ਬਦਮਾਸ਼ੀ ਕਿਵੇਂ ਕਰੀਦੀ ਹੈ। ਪਰ ਕੁਝ ਸੋਚ ਕੇ ਚੁੱਪ ਕਰ ਗਿਆ ਸੀ। ਕਾਲਜ 'ਚ ਅਜਿਹਾ ਕਰਨਾ ਵੈਸੇ ਵੀ ਸ਼ੋਭਾ ਨਹੀਂ ਸੀ ਦਿੰਦਾ। ਨਵੇਂ ਵਿਦਿਆਰਥੀਆਂ ਨਾਲ ਅਜਿਹਾ ਵਿਵਹਾਰ ਕੀਤਾ ਜਾਵੇ ਤਾਂ ਕੋਈ ਖਾਸ ਗੱਲ ਨਹੀਂ ਸਮਝੀ ਜਾਂਦੀ। ਪਰ ਸਰਬਜੀਤ ਨੂੰ ਤਾਂ 2 ਸਾਲ ਹੋ ਚੁੱਕੇ ਸਨ ਤੇ ਅਜਿਹਾ ਮੌਕਾ ਉਹਦੇ ਸਾਹਮਣੇ ਪਹਿਲੀ ਵਾਰੀ ਆਇਆ ਸੀ। ਜੇਕਰ ਉਹ ਚਾਹੁੰਦੀ ਤਾਂ ਉਹਦੇ ਮੂੰਹ ਤੇ ਕੱਸ ਕੇ ਇੱਕ ਚਪੇੜ ਜੜ ਦਿੰਦੀ,
ਪਰ ਕਿਉਂਕਿ ਅਜਿਹਾ ਕਰਨ ਨਾਲ ਉਹ ਬਰਾਬਰ ਦੀ ਕਸੂਰਵਾਰ ਬਣ ਜਾਣੀ ਸੀ। ਉਹ ਪ੍ਰਿੰਸੀਪਲ ਕੋਲ ਹੀ ਇਹਦੀ ਸ਼ਿਕਾਇਤ ਕਰੇਗੀ, ਇਸ ਲਈ ਕਿਤਾਬਾਂ ਇਕੱਠੀਆਂ ਕਰਕੇ ਉਹ ਇੱਕ ਪਾਸੇ ਚਲੀ ਗਈ ਸੀ। ਸਤਵੰਤ ਉਹਦੀਆਂ ਪੱਕੀਆਂ ਸਹੇਲੀਆਂ ਵਿੱਚੋਂ ਇੱਕ ਸੀ। ਸਰਬਜੀਤ ਸਿੱਧੀ ਉਹਦੇ ਕੋਲ ਚਲੀ ਗਈ। ਸਤਵੰਤ ਨੂੰ ਵੀ ਇਸ ਘਟਨਾ ਦਾ ਪਤਾ ਚੱਲ ਚੁੱਕਾ ਸੀ। ਉਹਨੇ ਬੜੇ ਅਜੀਬ ਢੰਗ ਨਾਲ ਅੱਖ ਨੱਪ ਕੇ ਸਰਬਜੀਤ ਨੂੰ ਛੇੜਿਆ। ਕਿਵੇਂ ਟਕਰਾਉਂਦੀ ਫਿਰਦੀ ਐ? ਅੱਜ ਕੱਲ ਮੁੰਡਿਆਂ ਨਾਲ ਖੈਰ ਤਾਂ ਹੈ। ਦੇਖ ਸੰਤੀਏ, ਤੈਨੂੰ ਮਖੌਲ ਸੁੱਝਦੇ ਆ। ਠਹਿਰ ਕਰਦੀ ਐ ਤੇਰਾ ਪਤਾ। ਸਰਬਜੀਤ ਨੇ ਸਤਵੰਤ ਦੀ ਗੁੱਤ ਨੂੰ ਹੱਥ ਪਾ ਲਿਆ ਸੀ। ਉਸ ਮੁਸ਼ਟੰਡੇ ਨੂੰ ਤਾਂ ਮੈਂ ਕੁਛ ਨਹੀਂ ਕਿਹਾ, ਤੇਰੀ ਤਾਂ ਮਰੋੜਨੀ ਹੈ ਗੁੱਤਲੀ। ਪਲੀਜ਼ ਪਲੀਜ਼, ਇੱਕ ਮਿੰਟ ਸਰਬੀਏ, ਇੱਕ ਮਿੰਟ ਲੈ ਕੰਨਾਂ ਨੂੰ ਹੱਥ ਲਾਏ। ਗੁੱਤ ਛੱਡ ਮੇਰੀ। ਸਤਵੰਤ ਜਲਦੀ ਤਰਲਿਆਂ ਤੇ ਉਤਰ ਆਈ ਸੀ। ਆ ਗਈ ਨਾ ਮਿੰਟਾਂ 'ਚ ਹੀ ਕਾਬੂ, ਅਸੀਂ ਵੀ ਜੱਟ ਹੁੰਨੇ ਆ। ਸਰਬਜੀਤ ਨੇ ਸਤਵੰਤ ਦੀ ਗੁੱਤ ਛੱਡਤੀ, ਪਰ ਉਹਦੀ ਗੱਲ ਤੇ ਇੱਕ ਭਰਮੀ ਚੂੰਡੀ ਜ਼ਰੂਰ ਵੱਢਤੀ ਸੀ। ਗੋਰੀ ਮੁਲਾਇਮ ਗੱਲ ਤੇ ਛੋਟਾ ਜਿਹਾ ਲਾਲ ਧੱਬਾ ਪੈ ਗਿਆ ਸੀ। ਅੱਛਾ ਵੱਡੀਏ ਜੱਟੀਏ, ਇਹ ਦੱਸ ਵੀ ਹੋਇਆ ਕੀ ਹੈ? ਹੋਣਾ ਕੀ ਸੀ? ਉਹ ਰਾਮਜ਼ਾਦਾ ਸਤੀਸ਼ ਇੱਕ ਦਿਨ ਜ਼ਰੂਰ ਮੈਥੋਂ ਬੋਦੇ ਪਟਵਾ ਲਊਗਾ। ਕਿਉਂ? ਉਸ ਵਿਚਾਰੇ ਨੇ ਕੀ ਕਸੂਰ ਕੀਤਾ? ਕਸੂਰ? ਸਰਬਜੀਤ ਨੇ ਵਿਸਥਾਰ ਨਾਲ ਦੱਸਣਾ ਸ਼ੁਰੂ ਕੀਤਾ। ਜਿੱਦੇ ਦੀ ਦਾਖਲ ਹੋਈ ਹੈ, ਇਹਨੂੰ ਪਤਾ ਨਹੀਂ ਕੀ ਤਾਪ ਚੜ ਗਿਆ। 2 ਸਾਲ ਹੋ ਗਏ, ਜਾਣੋ ਇਹਨੂੰ ਚੈਨ ਜਿਹਾ ਹੀ ਨਹੀਂ। ਜਿੱਥੇ ਖੜੋ ਉੱਥੇ ਪਹੁੰਚ ਜੂ। ਕਲਾਸ 'ਚ ਬੈਠਾ ਵੀ ਸ਼ੁਦਾਈਆਂ ਵਾਂਗ ਝਾਕੀ ਜਾਊ। ਨਹੀਂ ਅੱਜ ਕਿਉਂ ਵੱਜਿਆ ਤੇਰੇ 'ਚ? ਸਤਵੰਤ ਅਸਲੀ ਗੱਲ ਜਾਣਨਾ ਚਾਹੁੰਦੀ ਸੀ। ਮੈਂ ਝਾੜ ਪਾਤੀ ਸੀ ਪਰਸੋਂ, ਵੰਗਾਰ ਕੇ ਕਹਿਤਾ ਸੀ ਵੀ ਜੇ ਮੇਰੇ ਨੇੜੇ ਵੀ ਆਇਆ ਤਾਂ ਜਾਨ ਕੱਢ ਦੂੰਗੀ। ਫੇਰ ਕੀ? ਹੁਣ ਇਹੋ ਜਿਹੀਆਂ ਕਮੀਨੀਆਂ ਹਰਕਤਾਂ ਤੇ ਤੁਲ ਗਿਆ ਹੈ। ਅੱਜ ਪਹਿਲਾ ਚਾਂਸ ਸੀ। ਮੈਂ ਚੁੱਪ ਕਰ ਗਈ। ਜੇਕਰ ਕਿਤੇ ਫਿਰ ਤੂੰ ਸੁਰਿੰਦਰ ਕੋਲੇ ਸ਼ਿਕਾਇਤ ਕਰ ਦੇਈਂ। ਸਤਵੰਤ ਇੱਕ ਵਾਰੀ ਫੇਰ ਹੱਥ ਕਰ ਗਈ ਸੀ। ਸੁਰਿੰਦਰ ਤੇ ਸਰਬਜੀਤ ਦੇ ਪਿਆਰ ਤੋਂ ਸਾਰਾ ਕਾਲਜ ਜਾਣੂ ਸੀ, ਇੱਥੋਂ ਤੱਕ ਕਿ ਪ੍ਰਿੰਸੀਪਲ ਵੀ। ਪਰ ਦੋਹਾਂ ਦੀ ਨੇਕੀ, ਇਮਾਨਦਾਰੀ, ਸ਼ਰਾਫਤ ਤੇ ਲਿਆਕਤ ਕਾਰਨ ਕੋਈ ਵੀ ਉਂਗਲ ਨਹੀਂ ਸੀ ਕਰ ਸਕਿਆ। ਸਤੀਸ਼ ਵਰਗਿਆਂ ਨੂੰ ਸਾੜਾ ਲੱਗਾ ਰਹਿੰਦਾ ਸੀ ਤਾਂ ਕੋਈ ਪਰਵਾਹ ਨਹੀਂ ਸੀ। ਸਤਵੰਤ ਇਸ ਸਮੇਂ ਉਹਨੂੰ ਆਨੇ ਵਾਲੀ ਥਾਂ ਤੇ ਲਿਆਉਣਾ ਚਾਹੁੰਦੀ ਸੀ, ਇਸ ਲਈ ਉਹਨੇ ਸਰਬਜੀਤ ਦੀ ਵੱਖੀ ਤੇ ਚੁੰਡੀ ਵੱਢਦਿਆਂ ਇਹ ਕਿਹਾ ਸੀ। ਸੁਰਿੰਦਰ ਦਾ ਜ਼ਿਕਰ ਛਿੜਦਿਆਂ ਹੀ ਸਰਬਜੀਤ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਸੀ ਤੇ ਕਿੰਨੀ ਦੇਰ ਉਹ ਕੋਈ ਜਵਾਬ ਨਹੀਂ ਸੀ ਦੇ ਸਕੀ। ਸਾਹਮਣੇ ਲਾਲ ਗੁਲਾਬ ਖਿੜਿਆ ਹੋਇਆ ਸੀ। ਸਰਬਜੀਤ ਇੱਕ ਟੱਕ ਇੱਕ ਫੁੱਲ ਵੱਲ ਦੇਖਣ ਲੱਗ ਪਈ ਸੀ। ਇੱਕ ਰੰਗ ਬਿਰੰਗੀ ਤਿਤਲੀ ਫੁੱਲ ਉੱਤੇ ਕਦੀ ਬੈਠ ਜਾਂਦੀ, ਕਦੀ ਫੇਰ ਕੋਮਲ ਖੰਭ ਹਿਲਾ ਕੇ ਉੱਡਣ ਲੱਗ ਪੈਂਦੀ। ਸਰਬਜੀਤ ਨੂੰ ਜਾਪਿਆ ਜਿਵੇਂ ਸੁਰਿੰਦਰ ਗੁਲਾਬ ਦਾ ਫੁੱਲ ਹੋਵੇ ਤੇ ਉਹ ਖੁਦ ਤਿਤਲੀ, ਸੁਨਹਿਰੀ ਖੰਭਾਂ ਵਾਲੀ ਤਿਤਲੀ। ਨਹੀਂ ਤੂੰ ਕੀ ਸੋਚਣ ਲੱਗ ਪਈ? ਸਤਵੰਤ ਨੇ ਜਿਵੇਂ ਸਰਬਜੀਤ ਨੂੰ ਨੀਂਦ ਤੋਂ ਜਗਾ ਦਿੱਤਾ ਸੀ। ਸਰਬਜੀਤ ਤਰਬਕ ਗਈ ਸੀ। ਉਹਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਕੁਝ ਸ਼ਰਮਾ ਵੀ ਗਈ ਸੀ। ਜੇ ਬਾਲਾ ਕਰਦੀਆਂ ਤਾਂ ਬੁਲਾ ਲਿਆਉਣੀਆਂ ਵਿਚਾਰੇ ਨੂੰ, ਉਹ ਵੀ ਬਥੇਰਾ ਉਧਰਿਆ ਪਿਆ ਹੋ। ਨਹੀਂ ਛੱਡ ਡੁੱਬਣੀ ਪਰੇ, ਤੂੰ ਵੀ ਕਿਹੜੇ ਸਮੇਂ ਯਾਦ ਕਰਾਤਾ। ਪੀਰੀਅਡ ਬਦਲਣ ਵਾਲੀ ਘੰਟੀ ਨੇ ਟੰਨ ਕੀਤੀ ਤੇ ਸਰਬਜੀਤ ਸਤਵੰਤ ਤੋਂ ਖਹਿੜਾ ਛੁਡਾ ਕੇ ਦੌੜੀ ਗਈ। ਅੰਗ 18ਵਾਂ। 10-11 ਸਾਲ ਦਾ ਲੰਮਾ ਸਮਾਂ ਬੇਸ਼ੱਕ ਬੀਤਦਾ ਹੀ ਬੀਤਿਆ, ਪਰ ਬੀਤਿਆ ਬਹੁਤ ਹੀ ਵਧੀਆ। ਸਰਦਾਰਨੀ ਇੰਦਰਜੀਤ ਕੌਰ ਬੇਸ਼ੱਕ ਪਿੰਡ ਛੱਡ ਕੇ ਆਪਣੇ ਭਰਾ ਕੋਲ ਦੂਰ ਦੁਰਾਡੇ ਸ਼ਹਿਰ ਆ ਗਈ ਸੀ ਤੇ ਸ਼ੁਰੂ 'ਚ ਕਈ ਮਹੀਨੇ ਪਿੰਡ ਚੱਕਰ ਨਾ ਮਾਰ ਸਕਣ ਕਾਰਨ ਲੋਕਾਂ ਵਿੱਚ ਇਹ ਚਰਚਾ ਵੀ ਹੋਈ ਸੀ ਕਿ ਸਰਦਾਰਨੀ ਤਾਂ ਵਿਚਾਰੀ ਕੁੜੀ ਨੂੰ ਲੈ ਕੇ ਕਿਤੇ ਤੀਰਥਾਂ ਤੇ ਚਲੀ ਗਈ। ਪਰ ਬਾਅਦ 'ਚ ਉਸ ਸਾਲ 'ਚ ਮਾਈ ਨੂੰ ਜ਼ਮੀਨ ਤੇ ਵੀ ਗੇੜਾ ਲਾਉਂਦੀ ਰਹੀ ਸੀ। ਇੱਕੋ ਇੱਕ ਧੀ ਸਰਬਜੀਤ, ਉਹ ਵੀ ਪੜ੍ਹਾਈ 'ਚ ਹੁਸ਼ਿਆਰ ਤੇ ਮੁੰਡਿਆਂ ਤੋਂ ਵੱਧ ਦਲੇਰ, ਇਸ ਤੋਂ ਵੱਧ ਹੱਦ ਦਰਜੇ ਦੀ ਸ਼ਰੀਫ। ਮਾਂ ਲਈ ਇਸ ਤੋਂ ਵੱਡੀ ਖੁਸ਼ੀ ਹੋਰ ਕਿਹੜੀ ਹੋ ਸਕਦੀ ਸੀ? ਜਿਸ ਹਿਸਾਬ ਨਾਲ ਸਰਬਜੀਤ ਦੀ ਪੜ੍ਹਾਈ ਚੱਲ ਰਹੀ ਸੀ, ਇੰਦਰਜੀਤ ਕੌਰ ਨੇ ਫੈਸਲਾ ਕਰ ਰੱਖਿਆ ਸੀ ਕਿ ਹੁਣ 16 ਜਮਾਤਾਂ ਪੜ੍ਹਾ ਕੇ ਹੀ ਸਾਹ ਲਾਏਗੀ। ਇਲਾਕੇ 'ਚ ਪਤਾ ਲੱਗ ਜਾਏ ਕਿ ਸਰਦਾਰਨੀ ਵਿਧਵਾ ਹੋ ਕੇ ਵੀ ਕਿਸ ਤਰ੍ਹਾਂ ਦਲੇਰੀ ਨਾਲ ਰਹੀ ਤੇ ਧੀ ਨੂੰ ਪਾਪ ਨਾ ਸਮਝ ਕੇ ਪੁੱਤਾਂ ਤੋਂ ਹੋ ਵੀ ਵੱਧ ਲਾਡਾਂ ਤੇ ਚਾਵਾਂ ਨਾਲ ਪਾਲਿਆ ਤੇ ਪੜ੍ਹਾਇਆ। ਕੁੜੀਆਂ ਪ੍ਰਤੀ ਅਜਿਹੀ ਸਾਰਥਕ ਸੋਚ ਹੀ ਸਮਾਜ ਦਾ ਸੰਤੁਲਨ ਬਰਕਰਾਰ ਰੱਖਣ 'ਚ ਸੰਪੂਰਨ ਤੌਰ ਤੇ ਸਹਾਈ ਹੋ ਸਕਦੀ ਹੈ। ਇਹ ਹਰ ਯੁੱਗ ਤੇ ਹਰ ਵਕਤ ਦਾ ਤਕਾਜ਼ਾ ਰਿਹਾ। ਠੀਕ ਹੈ, ਉਹਨੂੰ ਸਿਰ ਦੇ ਸਾਈਂ ਤੋਂ ਹੱਥ ਧੋਣੇ ਪਏ ਸਨ, ਪਰ ਉਸ ਪੇਂਡੂ ਤੇ ਪਛੜੇ ਹੋਏ ਮਾਹੌਲ ਦੇ ਉਲਟ ਸ਼ਹਿਰ ਆ ਕੇ ਜੋ ਸੁੱਖ ਤੇ ਸ਼ਾਂਤੀ ਉਹਨੂੰ ਪ੍ਰਾਪਤ ਹੋਈ ਸੀ, ਉਹਦੇ ਸਰਦਾਰ ਦੀ ਪੂਰਤੀ ਤਾਂ ਬੇਸ਼ੱਕ ਨਹੀਂ ਸੀ ਕਰ ਸਕਦੀ। ਰੋਜ਼ ਦੇ ਲੜਾਈ ਝਗੜਿਆਂ ਤੋਂ ਤਾਂ ਨਿਜਾਤ ਮਿਲੀ ਗਈ ਸੀ।
ਜੰਗੀਰ ਸਿੰਘ ਦੀ ਇਮਾਨਦਾਰੀ ਰੰਗ ਲਿਆਈ ਸੀ। ਜ਼ਮੀਨ ਦੀ ਆਮਦਨ ਇਹਦੇ ਅਸਲੀ ਵਾਰਸਾਂ ਕੋਲ ਹੀ ਪਹੁੰਚਦੀ ਰਹੀ ਸੀ। ਇਸ ਵਕਤ ਸਰਦਾਰਨੀ ਦੀ ਸ਼ਹਿਰ ਵਿੱਚ ਆਪਣੀ ਵਿਸ਼ਾਲ ਕੋਠੀ ਹੈ। ਕੰਮ ਕਰਨ ਲਈ ਨੌਕਰ ਚਾਕਰ ਹਨ। ਪਿੰਡ ਵਿੱਚ ਕੀ ਸੀ? ਸਿਰਫ ਖੱਪਖਾਨਾ, ਵਾਧੂ ਦਾ ਰੌਲਾ ਰੱਪਾ ਤੇ ਮਿੱਟੀ ਘੱਟਾ। ਇੱਥੇ ਨਾ ਕਿਸੇ ਦੀ ਕਹਿ ਨਾ ਚੈਂ ਚੈਂ, ਨਾ ਲੱਲਾ ਨਾ ਪੱਪਾ। ਹਰ ਕੋਈ ਆਪਣੇ ਆਪ ਵਿੱਚ ਮਸਤ, ਜਿਵੇਂ ਕੋਈ ਮਰਜ਼ੀ ਉੱਠੇ ਬੈਠੇ ਤੁਰੇ ਫਿਰੇ ਖਾਵੇ ਪੀਏ। ਸਰਦਾਰਨੀ ਵਰਾਂਡੇ 'ਚ ਆਰਾਮ ਕੁਰਸੀ ਤੇ ਬੈਠੀ ਅਤੀਤ 'ਚ ਗੁਆਚੀ ਹੋਈ ਸੀ। ਇੱਕਦਮ ਉਹਦੀ ਨਿਗਾਹ ਗੇਟ ਵੱਲ ਗਈ। ਸਰਬਜੀਤ ਆ ਰਹੀ ਸੀ। ਕੁੜੀ ਦੇ ਨੇੜੇ ਆਉਣ ਤੇ ਉਹਨੇ ਪੁੱਛਿਆ, ਅੱਜ ਇੰਨੀ ਜਲਦੀ? ਅੱਜ ਮਾਂ ਹੜਤਾਲ ਹੋ ਗਈ। ਕਿਉਂ, ਕਾਹਦੀ ਹੜਤਾਲ? ਮੁੰਡੇ ਆ ਗਏ ਸੀ ਬਾਹਰੋਂ, ਕਹਿੰਦੇ ਸੀ ਕਿਸੇ ਕਾਲਜ ਦੇ ਵਿਦਿਆਰਥੀ ਨੂੰ ਪੁਲਿਸ ਚੱਕ ਕੇ ਲੈ ਗਈ, ਕਾਲਜ ਬੰਦ ਕਰ ਦਿਓ। ਹੈ, ਕਿਵੇਂ ਫੜ ਕੇ ਲੈ ਗਈ? ਇਹ ਤਾਂ ਪਤਾ ਨਹੀਂ ਮਾਂ। ਸਰਬਜੀਤ ਨੂੰ ਬੇਸ਼ੱਕ ਕਾਫੀ ਕੁਝ ਜਾਣਕਾਰੀ ਸੀ, ਪਰ ਇਸ ਸਮੇਂ ਉਹ ਜਲਦੀ ਤੋਂ ਜਲਦੀ ਆਪਣੇ ਕਮਰੇ 'ਚ ਚਲੀ ਜਾਣਾ ਚਾਹੁੰਦੀ ਸੀ। ਬੇਸ਼ੱਕ ਮਾਂ ਤੋਂ ਕਦੇ ਵੀ ਕੁਝ ਲੁਕੋ ਕੇ ਉਹਨੇ ਨਹੀਂ ਸੀ ਰੱਖਿਆ, ਪਰ ਅੱਜ ਬਹੁਤੇ ਵਿਸਥਾਰ ਵਿੱਚ ਜਾਣ ਦਾ ਉਹਦਾ ਮੂਡ ਨਹੀਂ ਸੀ। ਸਰਬਜੀਤ ਸਿੱਧੀ ਆਪਣੇ ਕਮਰੇ 'ਚ ਗਈ, ਬਗੈਰ ਕੱਪੜੇ ਬਦਲਿਆਂ ਪਲੰਗ ਤੇ ਜਿਵੇਂ ਡਿੱਗੀ ਪਈ। ਨੌਕਰ ਪਾਣੀ ਲੈ ਕੇ ਆਇਆ। ਉਹਨੇ ਚੁੱਪਚਾਪ ਪਾਣੀ ਦਾ ਗਲਾਸ ਪੀ ਲਿਆ। ਖਾਣਾ ਲਿਆਵਾਂ ਜੀ? ਖਾਲੀ ਗਲਾਸ ਟਰੇ 'ਚ ਰਖਾਉਣ ਤੋਂ ਬਾਅਦ ਨੌਕਰ ਨੇ ਪੁੱਛਿਆ। ਨਹੀਂ, ਅਜੇ ਨਹੀਂ, ਕਹਿ ਕੇ ਸਰਬਜੀਤ ਨੇ ਇੱਕ ਮੋਟੀ ਜਿਹੀ ਕਿਤਾਬ ਖੋਲ ਲਈ। ਇਸ ਕਿਤਾਬ ਨੂੰ ਉਹ ਹਰ ਰੋਜ਼ ਹੀ ਖੋਲ ਲੈਂਦੀ ਸੀ, ਪੜ੍ਹਨ ਦੇ ਉਦੇਸ਼ ਨਾਲ ਨਹੀਂ, ਸਗੋਂ ਇਸ ਅੰਦਰ ਸੰਭਾਲ ਕੇ ਰੱਖਿਆ ਹੋਇਆ ਕੁਝ ਦੇਖਣ ਲਈ। ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ, ਅਨਾਰ ਦੇ ਫੁੱਲਾਂ ਦੀਆਂ ਪੱਤੀਆਂ, ਚਮੇਲੀ ਦੇ ਫੁੱਲਾਂ ਦੀਆਂ ਪੱਤੀਆਂ। ਇਸ ਤੋਂ ਇਲਾਵਾ ਇੱਕ ਤਸਵੀਰ, ਜਿਹਨੂੰ ਘੰਟਿਆਂ ਬੱਧੀ ਲਗਾਤਾਰ ਦੇਖਦੀ ਰਹਿੰਦੀ ਸੀ ਤੇ ਵੇਖ ਵੇਖ ਕੇ ਰੱਜਦੀ ਨਹੀਂ ਸੀ। ਇਹ ਤਸਵੀਰ ਸੁਰਿੰਦਰ ਦੀ ਸੀ। ਸੁਰਿੰਦਰ ਤੇ ਸਰਬਜੀਤ ਦੀ ਮੁਲਾਕਾਤ ਵੀ ਬਹੁਤ ਹੀ ਅਜੀਬ ਢੰਗ ਨਾਲ ਹੋਈ ਸੀ। ਸਰਬਜੀਤ ਦਾ ਕਾਲਜ 'ਚ ਜਾਣ ਦਾ ਪਹਿਲਾ ਦਿਨ ਸੀ। ਉਹ ਸਾਈਕਲ ਤੇ ਸਵਾਰ ਹੋਈ ਭੀੜ ਭੜੱਕੇ ਵਾਲੇ ਬਾਜ਼ਾਰ 'ਚੋਂ ਬੇਸ਼ੱਕ ਬੜੇ ਆਰਾਮ ਨਾਲ ਨਿਕਲ ਆਈ ਸੀ, ਪਰ ਖੁੱਲੀ ਸੜਕ ਤੇ ਚੜ੍ਹਨ ਸਾਰ ਹੀ ਉਹ ਇੱਕ ਮੁਸੀਬਤ 'ਚ ਫਸ ਗਈ ਸੀ। ਉਹਦੀ ਚੁੰਨੀ ਸਾਈਕਲ ਦੇ ਪਿਛਲੇ ਚੱਕੇ ਵਿੱਚ ਫਸ ਗਈ ਸੀ ਤੇ ਨਿਕਲਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਜੇਕਰ ਇਹਨੂੰ ਜ਼ੋਰ ਲਾ ਕੇ ਖਿੱਚਦੀ ਸੀ ਤਾਂ ਪਾਟਣ ਦਾ ਡਰ ਸੀ, ਤੇ ਉਤੋਂ ਕਾਲਜ ਦਾ ਪਹਿਲਾ ਦਿਨ ਸੀ। ਸੜਕ ਤੇ ਆਉਂਦੇ ਜਾਂਦੇ ਲੋਕ ਬਿਨਾਂ ਰੁਕੇ ਮੁਸਕਰਾਈ ਲੰਘੇ ਜਾ ਰਹੇ ਸਨ। ਸਰਬਜੀਤ ਸੰਗ ਦੀ ਕਿਸੇ ਨੂੰ ਵੀ ਮਦਦ ਲਈ ਕੁਝ ਨਹੀਂ ਸੀ ਕਹਿ ਰਹੀ। ਇੰਨੇ ਨੂੰ ਪਿੱਛੋਂ ਤੁਰਿਆ ਆ ਰਿਹਾ ਇੱਕ ਨੌਜਵਾਨ, ਜਿਹਦੇ ਹੱਥ ਵਿੱਚ 3-4 ਕਿਤਾਬਾਂ ਫੜੀਆਂ ਹੋਈਆਂ ਸਨ, ਸਰਬਜੀਤ ਦੇ ਕੋਲ ਆ ਗਿਆ ਸੀ। ਸਰਬਜੀਤ ਨੇ ਉਹਦੇ ਚਿਹਰੇ ਵੱਲ ਵੇਖਿਆ ਸੀ, ਜਿਵੇਂ ਮਦਦ ਲਈ ਬੇਨਤੀ ਕਰ ਰਹੀ ਹੋਵੇ। ਨੌਜਵਾਨ ਦੇ ਹੱਥ ਪਤਾ ਨਹੀਂ ਕੀ ਜਾਦੂ ਸੀ, ਉਹਨੇ ਚੁੰਨੀ ਦਾ ਵਾਲ ਵਿੰਗਾ ਵੀ ਨਹੀਂ ਸੀ ਹੋਣ ਦਿੱਤਾ। ਉਹ ਗੰਭੀਰ ਚਿਹਰੇ ਵਾਲਾ ਨੌਜਵਾਨ ਨੇ ਸਰਬਜੀਤ ਦੀ ਸ਼ੁਕਰੀਆ ਦਾ ਜਵਾਬ ਵੀ ਨਹੀਂ ਸੀ ਦਿੱਤਾ ਤੇ ਸਿੱਧਾ ਅੱਗੇ ਨੂੰ ਚਲਾ ਗਿਆ ਸੀ। ਫਿਰ ਜਦ ਸਰਬਜੀਤ ਸਾਈਕਲ ਤੇ ਉਸਦੇ ਨੇੜਿਓਂ ਲੰਘੀ ਸੀ ਤਾਂ ਉਹਨੇ ਇੰਨੀ ਨੀਵੀਂ ਪਾ ਲਈ ਸੀ ਕਿ ਦੁਬਾਰਾ ਸਰਬਜੀਤ ਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਪੂਰੇ 1 ਹਫ਼ਤੇ ਬਾਅਦ ਸਰਬਜੀਤ ਦੀ ਦੁਬਾਰਾ ਉਸ ਲੜਕੇ ਨਾਲ ਮੁਲਾਕਾਤ ਹੋਈ, ਜਦ ਪੰਜਾਬੀ ਦਾ ਪੀਰੀਅਡ ਲਾ ਕੇ ਉਹ ਕਮਰੇ 'ਚੋਂ ਬਾਹਰ ਆਈ ਸੀ। ਉਹਨਾਂ ਨੇ ਪੰਜਾਬੀ ਦੇ ਪ੍ਰੋਫੈਸਰ ਦਾ ਪੜ੍ਹਾਉਣ ਦਾ ਮੂਡ ਨਹੀਂ ਸੀ। ਉਹਨੇ ਕਹਿ ਦਿੱਤਾ ਸੀ, ਅੱਜ ਤੱਕ ਤੁਸੀਂ ਕੁਝ ਸੁਣਾਓ। ਸਭ ਤੋਂ ਪਹਿਲਾਂ ਰੋਲ ਨੰਬਰ 10। ਪ੍ਰਦੀਪ ਨੇ ਇੱਕ ਗੀਤ ਸੁਣਾਇਆ ਸੀ। ਗੀਤ ਗੁਰਦਾਸ ਮਾਨ ਦਾ ਸੀ ਤੇ ਉਸੇ ਦੀ ਆਵਾਜ਼ ਦੀ ਨਕਲ ਕੀਤੀ ਗਈ ਸੀ, ਪਰ ਪ੍ਰਦੀਪ ਦੀ ਆਵਾਜ਼ ਇੰਨੀ ਭੱਦੀ ਤੇ ਬੇਸੁਰੀ ਸੀ ਕਿ ਜਮਾਤ ਨੇ ਵਿਚਾਲਿਓਂ ਹੀ ਤਾੜੀਆਂ ਮਾਰਨੀਆਂ ਸ਼ੁਰੂ ਕਰਤੀਆਂ ਸੀ। ਮਜਬੂਰਨ ਵਿਚਾਰੇ ਨੂੰ ਬੈਠਣਾ ਪਿਆ ਸੀ। ਬਿੱਲੀਆਂ ਅੱਖਾਂ ਕਾਰਨ ਪਹਿਲਾਂ ਹੀ ਉਹਦੀ ਸ਼ਕਲ ਬਦਮਾਸ਼ਾਂ ਵਰਗੀ ਸੀ, ਫਿਰ ਰੋਲ ਨੰਬਰ ਵੀ 10 ਮਿਲਿਆ ਸੀ। ਪਿੱਠ ਪਿੱਛੇ ਤਾਂ ਮੁੰਡੇ ਕੁੜੀਆਂ ਇਹਨੂੰ 10 ਨੰਬਰੀ ਆਖਿਆ ਕਰਦੇ ਸਨ। 10 ਨੰਬਰੀਏ ਦੇ ਬੈਠ ਜਾਣ ਤੋਂ ਬਾਅਦ ਇੱਕ ਕੁੜੀ ਨੇ ਹਿੰਦੀ ਦਾ ਫਿਲਮੀ ਗੀਤ ਸੁਣਾਇਆ, ਵੇ ਮੈਂ ਨਹੀਂ ਬੋਲਣਾ, ਵੇ ਮੈਂ ਨਹੀਂ ਬੋਲਣਾ ਜਾ। ਕੁੜੀ ਨੇ ਨਰਿੰਦਰ ਚੰਚਲ ਦੀ ਰੀਸ ਤਾਂ ਕਰਨੀ ਚਾਹੀ ਸੀ, ਪਰ ਉਹਦੀ ਆਵਾਜ਼ ਚੀਕਾਂ 'ਚ ਬਦਲ ਕੇ ਰਹਿ ਗਈ ਸੀ। ਇਸ ਤੋਂ ਬਾਅਦ ਸੁਰਿੰਦਰ ਉੱਠ ਖੜਾ ਹੋਇਆ ਸੀ। ਸੁਰਿੰਦਰ ਦੇ ਉੱਠਣ ਸਾਰ ਸਰਬਜੀਤ ਦੇ ਚਿਹਰੇ ਤੇ ਲਾਲੀ ਫਿਰ ਗਈ ਸੀ। ਇਹ ਤਾਂ ਉਹੀ ਮੁੰਡਾ ਸੀ ਜਿਹਨੇ ਉਹਦੀ ਚੁੰਨੀ ਸਾਈਕਲ ਦੀ ਚੇਨ ਤੋਂ ਆਜ਼ਾਦ ਕਰਵਾਈ ਸੀ। ਪਲੀਜ਼ ਇੱਧਰ ਆ ਜਾਓ। ਪ੍ਰੋਫੈਸਰ ਦੇ ਕਹਿਣ ਤੇ ਉਹ ਲੈਕਚਰ ਸਟੈਂਡ ਤੇ ਚਲਾ ਗਿਆ। ਉਹਨੇ ਕਹਿਣਾ ਸ਼ੁਰੂ ਕੀਤਾ, ਸਤਿਕਾਰਯੋਗ ਪ੍ਰੋਫੈਸਰ ਸਾਹਿਬ ਤੇ ਵਿਦਿਆਰਥੀ ਸਾਥੀਓ, ਵੈਸੇ ਤਾਂ ਮੈਂ ਗੀਤ ਹੀ ਲਿਖਦਾ ਤੇ ਗਾਉਣ ਦਾ ਵੀ ਸ਼ੌਕ ਰੱਖਦਾ, ਪਰ ਕੁਝ ਦਿਨ ਪਹਿਲਾਂ ਇੱਕ ਤਾਜ਼ਾ ਨਜ਼ਮ ਲਿਖੀ ਹੈ, ਜਿਹੜੀ ਕਿ ਇਸ ਵਕਤ ਤੁਹਾਡੇ ਸਾਰਿਆਂ ਦੀ ਨਜ਼ਰ ਕਰ ਰਿਹਾ। ਨਜ਼ਮ ਦਾ ਅਨੁਵਾਨ ਹੈ ਚੁੰਨੀ ਦਾ ਪੱਲਾ।
ਤਾੜੀਆਂ ਨਾਲ ਸਾਰਾ ਕਮਰਾ ਗੂੰਜ ਉੱਠਿਆ, ਪਰ ਸਰਬਜੀਤ ਦੀ ਲਾਲੀ ਪਲਤਨ 'ਚ ਬਦਲ ਗਈ ਸੀ। ਹਵਾ 'ਚ ਉੱਡਦੀ ਚੁੰਨੀ ਦਾ ਪੱਲਾ ਮੈਨੂੰ ਦੇ ਗਿਆ ਹੁਲਾਰਾ, ਜਿਵੇਂ ਫਿਰ ਵਾਪਸ ਆਉਣ ਦਾ ਲਾ ਗਿਆ ਲਾਰਾ। ਚਾਹਵਾਂ ਹਮੇਸ਼ਾ ਉੱਡਦਾ ਰਹੇ ਇਹ ਚੁੰਨੀ ਦਾ ਪੱਲਾ, ਮੇਰੀ ਤੇ ਜ਼ਿੰਦਗੀ ਦਾ ਇਹੀ ਸਹਾਰਾ। ਵਾਹ ਵਾਹ, ਕਿਆ ਕਹਿਣੇ। ਪ੍ਰੋਫੈਸਰ ਨੇ ਬੜੀ ਤਕੜੀ ਦਾਤ ਦਿੱਤੀ ਸੀ। ਸਾਰੀ ਜਮਾਤ ਵੀ ਖੂਬ ਖੁਸ਼ੀ 'ਚ ਝੂਮ ਰਹੀ ਸੀ। ਸਰਬਜੀਤ ਦੇ ਚਿਹਰੇ ਤੇ ਵੀ ਮੁਸਕਰਾਹਟ ਫਿਰ ਗਈ ਸੀ। ਪੱਲੇ ਨਾਲ ਖਹਿੰਦੀ ਹਵਾ ਜਦ ਮੇਰੇ ਪਾਸ ਆਈ ਏ, ਇਉਂ ਲੱਗਦਾ ਏ ਜਿਵੇਂ ਕੋਈ ਸੰਗੀਤ ਜਿਹਾ ਲਿਆਈ ਏ। ਪਾਉਣ ਵਿੱਚੋਂ ਪਈ ਆਵੇ ਉਸਦੇ ਜਿਸਮ ਦੀ ਖੁਸ਼ਬੂ, ਖੁਸ਼ਬੂ ਹੀ ਅੱਜ ਤਾਂ ਰਗ ਰਗ 'ਚ ਸਮਾਈ ਏ। ਤਾੜੀਆਂ ਇੰਨੀਆਂ ਲਗਾਤਾਰ ਵੱਜਣ ਲੱਗ ਪਈਆਂ ਸੀ ਕਿ ਪ੍ਰੋਫੈਸਰ ਸਾਹਿਬ ਨੂੰ ਦਖਲ ਦੇ ਕੇ ਚੁੱਪ ਕਰਾਉਣਾ ਪਿਆ ਸੀ। ਹਵਾ ਪੂਰੇ ਦੀ ਚੱਲਦੀ ਏ, ਮਹੀਨਾ ਸਿਆਲ ਦਾ ਏ, ਕੋਈ ਕੀ ਜਾਣੇ ਕੀ ਸਰੂਰ ਉਸਦੀ ਚਾਲ ਦਾ ਏ। ਸੁਰਿੰਦਰ ਦੇ ਚਿਹਰੇ ਤੇ ਇਸ਼ਾਰਿਆਂ ਤੋਂ ਸਪਸ਼ਟ ਹੋ ਰਿਹਾ ਸੀ ਕਿ ਉਹ ਇਹ ਸਭ ਕੁਝ ਸਰਬਜੀਤ ਨੂੰ ਹੀ ਸੰਬੋਧਨ ਕਰਕੇ ਕਹਿ ਰਿਹਾ ਸੀ। ਉਹ ਖੁਦ ਵੀ ਹੈਰਾਨ ਸੀ ਕਿ ਅੱਜ ਉਹਨੂੰ ਕੀ ਹੋ ਗਿਆ ਸੀ। ਸਰਬਜੀਤ ਵੀ ਭਾਂਪ ਗਈ ਸੀ। ਉਹਨੇ ਸਿਰ ਤੇ ਠੀਕ ਕਰਕੇ ਚੁੰਨੀ ਲੈ ਲਈ ਸੀ, ਕੰਨੀਆਂ ਨੂੰ ਕੰਨਾਂ ਦੇ ਪਿੱਛੇ ਕਰ ਲਿਆ ਸੀ। ਕੋਈ ਨਹੀਂ ਜਾਣਦਾ ਉਹਦਾ ਪੱਲਾ ਉੜਨ ਦਾ ਅੰਦਾਜ਼, ਮੈਂ ਹੀ ਜਾਣਾ ਕੀ ਉੱਤਰ ਇਸ ਸਵਾਲ ਦਾ ਏ। ਸਰਬਜੀਤ ਨੂੰ ਤਾਂ ਜਿਵੇਂ ਹੱਥਾਂ ਪੈਰਾਂ ਦੀ ਪੈ ਗਈ ਸੀ। ਉਹਨੇ ਫਟਾਫਟ ਚੁੰਨੀ ਸਿਰ ਤੋਂ ਖਸਕਾ ਕੇ ਗਲ 'ਚ ਪਾ ਲਈ। ਚੁੰਨੀ ਦੇ ਪੱਲੇ ਨੂੰ ਲਗਾਤਾਰ ਆਪਣੇ ਸੱਜੇ ਹੱਥ ਦੀ ਉਂਗਲ ਤੇ ਵਲੇਟਣ ਤੇ ਉਧੇੜਨ ਲੱਗ ਪਈ ਸੀ। ਸਥਿਤੀ ਇਹ ਸੀ ਕਿ ਸਾਰੀ ਜਮਾਤ ਹੁਣ ਉਸੇ ਵੱਲ ਵੇਖ ਰਹੀ ਸੀ। ਸੁਰਿੰਦਰ ਕਹਿ ਰਿਹਾ ਸੀ, ਤਾਰਿਆਂ ਦੀ ਛਾਵੇਂ ਜਦ ਪੱਲਾ ਲੈ ਜਾਂਦਾ ਏ ਸਿਰ ਤੋਂ, ਮੈਂ ਉਹਦੀ ਸੁੰਦਰਤਾ ਬਾਰੇ ਸੋਚਦਾ ਹਾਂ ਫਿਰ ਤੋਂ। ਜਾਪਦਾ ਜੀ ਜਿਉਂ ਕਾਲੀ ਘਟਾ ਉਤਰ ਆਈਏ ਧਰਤੀ ਤੇ। ਸੁਰਿੰਦਰ ਉਡੀਕ ਕਰ ਰਿਹਾ ਸੀ ਜਿਸ ਦੀ ਚਿਰ ਤੋਂ। ਆਪਣੇ ਨਾਂ ਵਾਲੀ ਆਖਰੀ ਪੰਕਤੀ ਨੂੰ ਉਹਨੇ ਬਾਰ-ਬਾਰ ਦੁਹਰਾਇਆ ਤੇ ਉਧਰ ਤਾੜੀਆਂ ਦੀ ਗੂੰਜ 'ਚ ਘੰਟੀ ਵੀ ਲੱਗ ਚੁੱਕੀ ਸੀ, ਪਰ ਪ੍ਰੋਫੈਸਰ ਸਮੇਤ ਕਿਸੇ ਨੂੰ ਵੀ ਸੁਣੀ ਨਹੀਂ ਸੀ। ਖੁਸ਼ੀ 'ਚ ਝੂਮਦੇ ਵਿਦਿਆਰਥੀ ਖੁਦ ਹੀ ਆਪਣੀਆਂ ਸੀਟਾਂ ਤੋਂ ਉੱਠ ਕੇ ਸੁਰਿੰਦਰ ਦੇ ਦੁਆਲੇ ਹੋ ਗਏ ਸਨ। ਹਰ ਕੋਈ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਦੇਖਦੇ ਹੀ ਦੇਖਦੇ ਸੁਰਿੰਦਰ ਤਾਂ ਜਿਵੇਂ ਕਿਤੇ ਲੋਪ ਹੀ ਹੋ ਗਿਆ ਸੀ। ਸਰਬਜੀਤ ਦੇ ਅਗਲੇ 2 ਪੀਰੀਅਡ ਖਾਲੀ ਸਨ। ਉਹ ਇਕੱਲੀ ਕਾਲਜ ਵਿੱਚ ਇੱਧਰ ਉੱਧਰ ਸੁਰਿੰਦਰ ਨੂੰ ਲੱਭਦੀ ਰਹੀ। ਆਖਿਰ ਕਾਫੀ ਪਾਸੇ ਜੇ ਇੱਕ ਬੈਂਚ ਤੇ ਕਿਸੇ ਡੂੰਘੀ ਸੋਚ ਵਿੱਚ ਗੁਆਚਿਆ ਸੁਰਿੰਦਰ ਉਹਦੀ ਨਜ਼ਰੀ ਪਿਆ। ਉਹ ਸਿੱਧੀ ਉਹਦੇ ਨੇੜੇ ਚਲੀ ਗਈ। ਕਿੰਨਾ ਸੋਚਾਂ 'ਚ ਡੁੱਬੇ ਹੋਏ ਹੋ? ਸਰਬਜੀਤ ਸ਼ਰਮਾ ਵੀ ਰਹੀ ਸੀ, ਪਰ ਇਹ ਪ੍ਰਸ਼ਨ ਉਹਨੇ ਬੜੇ ਆਰਾਮ ਨਾਲ ਕਰ ਦਿੱਤਾ ਸੀ। ਤੁਸੀਂ ਉਸ ਦਿਨ ਮੇਰੀ ਚੁੰਨੀ ਨੂੰ ਸਾਈਕਲ ਦੀ ਚੇਨ 'ਚੋਂ ਕੱਢਿਆ ਸੀ ਨਾ? ਹਾਂ, ਤੇ ਫਿਰ ਕੀ ਹੋ ਗਿਆ? ਉਹ ਕੋਈ ਵੱਡੀ ਗੱਲ ਸੀ? ਨਹੀਂ, ਮੈਂ ਤਾਂ ਵੈਸੇ ਹੀ ਕਹਿ ਰਹੀ ਸੀ। ਸੁਰਿੰਦਰ ਚੁੱਪ ਹੀ ਰਿਹਾ ਸੀ। ਅੱਜ ਤੁਸੀਂ ਕਵਿਤਾ ਵੀ ਚੁੰਨੀ ਤੇ ਹੀ ਸੁਣਾਈ। ਸੁਰਿੰਦਰ ਫੇਰ ਵੀ ਚੁੱਪ ਰਿਹਾ ਸੀ। ਇਹ ਕਵਿਤਾ ਤੁਸੀਂ ਮੇਰੀ ਚੁੰਨੀ ਵਾਲੀ ਘਟਨਾ ਤੇ ਲਿਖੀ ਸੀ? ਸੁਰਿੰਦਰ ਨੂੰ ਥੋੜੀ ਥੋੜੀ ਘਬਰਾਹਟ ਹੋਣ ਲੱਗ ਪਈ ਸੀ। ਨਹੀਂ ਨਹੀਂ, ਇਹ ਤਾਂ ਬਹੁਤ ਹੀ ਪਹਿਲਾਂ ਦੀ ਲਿਖੀ ਹੋਈ ਸੀ। ਕਿੰਨੀ ਕੁ ਪਹਿਲਾਂ ਦੀ? ਸਿਰਫ 1 ਹਫ਼ਤਾ। ਇਹੀ ਨਾ, ਤੁਸੀਂ ਕਵਿਤਾ ਪੜ੍ਹਨ ਤੋਂ ਪਹਿਲਾਂ ਆਪ ਹੀ ਤਾਂ ਦੱਸਿਆ ਸੀ। ਅੱਛਾ, ਤਾਂ ਇੰਨੇ ਧਿਆਨ ਨਾਲ ਸੁਣ ਰਹੇ ਸੀ ਤੁਸੀਂ। ਧਿਆਨ ਤਾਂ ਰੱਖਣਾ ਹੀ ਪੈਂਦਾ। ਸ਼ੁਕਰੀਆ। ਸੱਚੀ ਕਵਿਤਾ ਬਹੁਤ ਹੀ ਪਿਆਰੀ ਸੀ। ਤੁਹਾਨੂੰ ਚੰਗੀ ਲੱਗੀ? ਮੇਰੇ ਲਈ ਖੁਸ਼ੀ ਦੀ ਗੱਲ ਹੈ। ਆਪਣੇ ਦੋਹਾਂ ਲਈ ਖੁਸ਼ੀ ਦੀ ਗੱਲ ਹੈ। ਸੱਚੀ ਮੈਂ ਤਾਂ ਪੂਰੇ 2 ਪੀਰੀਅਡਾਂ ਦੀ ਤੁਹਾਨੂੰ ਲੱਭ ਰਹੀ ਸੀ। ਮੈਂ ਸੋਚਿਆ ਮੇਰੇ ਤੋਂ ਪਹਿਲਾਂ ਕੋਈ ਹੋਰ ਹੀ ਕਬਜ਼ਾ ਨਾ ਕਰ ਲਏ। ਇਹ ਕਿਵੇਂ ਹੋ ਸਕਦਾ ਹੈ? ਪਿਆਰ ਤੇ ਵੀ ਕੋਈ ਕਬਜ਼ਾ ਕਰ ਸਕਿਆ? ਪਿਆਰ ਤਾਂ ਇੱਕ ਪਛਾਣ ਹੈ, ਰੂਹਾਂ ਦੇ ਸੌਦੇ। ਕਦੇ ਕੋਈ ਰੂਹ ਤੇ ਵੀ ਕਬਜ਼ਾ ਕਰ ਸਕਿਆ? ਸੁਰਿੰਦਰ ਦੇ ਵਿਚਾਰਾਂ ਨੇ ਸਰਬਜੀਤ ਨੂੰ ਹੈਰਾਨ ਕਰ ਦਿੱਤਾ ਸੀ। ਮਾਣ ਤਾਂ ਉਹਨੂੰ ਮਹਿਸੂਸ ਹੋ ਹੀ ਰਿਹਾ ਸੀ। ਪਿਆਰ ਪ੍ਰਤੀ ਤੁਹਾਡੇ ਵਿਚਾਰ ਬਹੁਤ ਅੱਛੇ ਨੇ। ਧੰਨਵਾਦ। ਮੈਂ ਚਾਹੁੰਦੀ ਹਾਂ ਆਪਾਂ ਇਸੇ ਤਰ੍ਹਾਂ ਹੀ ਕਦੇ-ਕਦੇ ਮਿਲਦੇ ਰਹੀਏ। ਸੱਚੀ ਪਿਆਰ ਦੀਆਂ ਗੱਲਾਂ 'ਚ ਕਿੰਨਾ ਆਨੰਦ ਹੁੰਦਾ ਹੈ। ਹਾਂ ਹਾਂ, ਬਿਲਕੁਲ, ਮੈਂ ਵੀ। ਬਸ ਮੈਂ ਸਮਝ ਗਈ। ਸਰਬਜੀਤ ਨੂੰ ਅੱਗੇ ਕੁਝ ਨਾ ਕਹਿਣ ਦਿੱਤਾ। ਉਹ ਕੀ ਕਹਿਣਾ ਚਾਹੁੰਦਾ ਸੀ ਉਹਨੇ ਸੁਣਿਆ ਵੀ ਨਾ। ਇੰਨੀ ਖੁਸ਼ ਹੋ ਗਈ ਸੀ ਕਿ ਦੌੜ ਹੀ ਪਈ। ਉਹਦੀ ਚੁੰਨੀ ਦਾ ਪੱਲਾ ਇੰਨਾ ਥੱਲੇ ਖਿਸਕ ਗਿਆ ਸੀ ਕਿ ਜ਼ਮੀਨ ਦੀ ਹਿੱਕ ਚੁੰਮਣ ਲੱਗ ਪਿਆ। ਅਜੇ ਸੁਰਿੰਦਰ ਉੱਥੋਂ ਗਿਆ ਵੀ ਨਹੀਂ ਸੀ ਕਿ ਸਰਬਜੀਤ ਫੇਰ ਮੁੜ ਕੇ ਵਾਪਸ ਆ ਗਈ ਸੀ। ਸੱਚ, ਮੈਂ ਤੁਹਾਡਾ ਨਾਮ ਪੁੱਛਣਾ ਤਾਂ ਭੁੱਲ ਹੀ ਗਈ। ਨਾਮ ਤਾਂ ਮੇਰਾ ਸੁਰਿੰਦਰ ਹੈ।
ठीक है, बहुत अच्छा नाम है। कविता ਦੀ ਆਖਰੀ ਪੰਕਤੀ ਨਹੀਂ ਸੀ ਸੁਣੀ? ਸੁਣੀ ਸੀ ਪੂਰੇ ਧਿਆਨ ਨਾਲ। ਮੈਂ ਆਪਣਾ ਨਾਂ ਜੋੜਿਆ ਹੋਇਆ ਸੀ। ਤਾੜੀਆਂ ਦੀ ਗੂੰਜ 'ਚ ਪੂਰਾ ਪਤਾ ਨਹੀਂ ਸੀ ਲੱਗਾ। ਹੁਣ ਤਾਂ ਲੱਗ ਗਿਆ ਪਤਾ। ਜੀ ਹਾਂ। ਸਰਬਜੀਤ ਫਿਰ ਮੁੜ ਚੱਲੀ ਸੀ। ਇੱਕ ਮਿੰਟ, ਸੁਰਿੰਦਰ ਦੁਆਰਾ ਮੁਸਕਰਾ ਕੇ ਕਹਿਣ ਤੇ ਸਰਬਜੀਤ ਰੁਕ ਗਈ ਸੀ। ਹਾਂ ਦੱਸੋ, ਆਪਣਾ ਨਾਂ ਨਹੀਂ ਦੱਸਿਆ। ਮੇਰਾ ਨਾਂ ਪੁੱਛ ਕੇ ਤੁਸੀਂ ਕੀ ਲਓਗੇ? ਮੇਰਾ ਨਾਂ ਤਾਂ ਐਵੇਂ ਜਿਹਾ ਹੀ ਹੈ। ਐਵੇਂ ਜਿਹਾ? ਨਾਂ ਵੀ ਕਦੇ ਐਵੇਂ ਜਿਹੇ ਹੁੰਦੇ ਆ। ਮੇਰਾ ਨਾਂ ਸੋਹਣਾ ਨਹੀਂ, ਫਿਰ ਵੀ ਮੇਰੇ ਲਈ ਤਾਂ ਬਹੁਤ ਸੋਹਣਾ ਹੋਏਗਾ, ਬਿਲਕੁਲ ਤੇਰੇ ਵਰਗਾ। ਖੁਸ਼ੀ ਨਾਲ ਭਰਪੂਰ ਇੱਕ ਅਨੋਖੀ ਕੰਬਣੀ ਨੇ ਉਹਦੇ ਜਿਸਮ ਦੇ ਕੋਨੇ ਕੋਨੇ 'ਚ ਚੁਣਕਾਰ ਪੈਦਾ ਕਰਤੀ ਸੀ। ਸਰਬਜੀਤ। ਵਾਹ, ਕਿਆ ਖੂਬਸੂਰਤ ਨਾਮ ਹੈ। ਸਰਬਜੀਤ ਯਾਨੀ ਸਾਰਿਆਂ ਨੂੰ ਜਿੱਤ ਲੈਣ ਵਾਲੀ। ਸਾਰਿਆਂ ਨੂੰ ਨਹੀਂ, ਸਿਰਫ ਇੱਕ ਨੂੰ, ਸਿਰਫ ਸੁਰਿੰਦਰ ਨੂੰ ਜਿੱਤ ਲੈਣ ਵਾਲੀ। ਪਲਾਂ ਵਿੱਚ ਹੀ ਸਰਬਜੀਤ ਸੁਰਿੰਦਰ ਦੀਆਂ ਅੱਖਾਂ ਤੋਂ ਓਹਲੇ ਹੋ ਗਈ। ਅਗਲੇ 2 ਮਹੀਨੇ ਨਿੱਕੀਆਂ ਨਿੱਕੀਆਂ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ, ਪਰ ਉਹਨਾਂ ਦੀ ਕੋਸ਼ਿਸ਼ ਇਹੀ ਰਹੀ ਕਿ ਦੁਨੀਆ ਦਾ ਤਮਾਸ਼ਾ ਨਾ ਬਣਿਆ ਜਾਏ। ਦੋਹਾਂ ਦੀ ਇਸ ਗੱਲ ਤੇ ਸਹਿਮਤੀ ਸੀ ਕਿ ਪੜ੍ਹਾਈ ਪਹਿਲਾਂ, ਪ੍ਰੇਮ ਪਿਆਰ ਬਾਅਦ ਦੀ ਗੱਲ। ਦੋਵੇਂ ਕੁਝ ਖਾਸ ਉਦੇਸ਼ ਲੈ ਕੇ ਪੜ੍ਹਾਈ ਕਰਨ ਆਏ ਸਨ, ਪਰ ਉਹਨਾਂ ਨੇ ਇੱਕ ਕੰਮ ਜ਼ਰੂਰ ਕਰ ਲਿਆ। ਉਹ ਸੀ ਆਪੋ ਆਪਣੀਆਂ ਤਸਵੀਰਾਂ ਦੀ ਅਦਲਾ ਬਦਲੀ। ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਵੀ ਉਹਨਾਂ ਦੀ ਜ਼ਿੰਦਗੀ ਦੀ ਪੂੰਜੀ ਸਨ, ਸਰਮਾਇਆ ਸਨ। ਇਸ ਵਕਤ ਸਰਬਜੀਤ ਨੇ ਸੁਰਿੰਦਰ ਦੀ ਤਸਵੀਰ ਮੋਟੀ ਕਿਤਾਬ ਵਿੱਚੋਂ ਬਾਹਰ ਕੱਢੀ। ਤਸਵੀਰ ਨੂੰ ਕਈ ਵਾਰ ਚੁੰਮਿਆ, ਅੱਖਾਂ ਨਾਲ ਲਾਇਆ, ਗੱਲਾਂ ਨਾਲ ਛੁਆਇਆ। ਤਸਵੀਰ ਨੂੰ ਉਹਨੇ ਮੁੜ ਕਿਤਾਬ 'ਚ ਸਾਂਭ ਲਿਆ ਸੀ। ਉਹਨੇ ਅੱਖਾਂ ਬੰਦ ਕਰ ਲਈਆਂ ਸਨ। ਉਹ ਰੰਗੀਨ ਪਲਾਂ ਨੂੰ ਕਿਸੇ ਹਾਲਤ ਵਿੱਚ ਵੀ ਅੱਖੋਂ ਓਹਲੇ ਨਹੀਂ ਸੀ ਕਰਨਾ ਚਾਹੁੰਦੀ। ਅੰਗ 19। ਸਤੀਸ਼ ਨੇ ਪਹਿਲੇ ਦਿਨ ਤੋਂ ਹੀ ਸਰਬਜੀਤ ਤੇ ਨਿਗਾਹ ਰੱਖ ਲਈ ਸੀ। ਸਰਬਜੀਤ ਹੈ ਸੀ ਵੀ ਹਜ਼ਾਰਾਂ 'ਚੋਂ ਇੱਕ। ਉੱਚੀ, ਲੰਮੀ, ਪਤਲੀ, ਗੋਰੀ ਚਿੱਟੀ, ਵਾਲ ਘੁੰਗਰਾਲੇ ਤੇ ਲੰਮੇ, ਦੰਦ ਮੋਤੀਆਂ ਵਾਂਗ ਚਮਕਦੇ। ਪੜ੍ਹਾਈ 'ਚ ਉਹਦੀ ਹੁਸ਼ਿਆਰੀ ਸੋਨੇ ਤੇ ਸੁਹਾਗੇ ਵਾਲੀ ਗੱਲ। ਸਤੀਸ਼ ਤੇ ਉਹਦਾ ਸਾਥੀ ਅਕਸਰ ਇਸੇ ਵਿਸ਼ੇ ਤੇ ਗੱਲਾਂ ਕਰਦੇ ਰਹਿੰਦੇ। ਸਤੀਸ਼ ਖੁਦ ਕਾਫੀ ਉੱਚਾ ਲੰਮਾ ਸੀ। ਉਹਦਾ ਸਰੀਰ ਭਰਵਾਂ ਤੇ ਚਿਹਰਾ ਗੋਲ ਸੀ। ਮੋਟੀਆਂ ਮੋਟੀਆਂ ਅੱਖਾਂ ਤੇ ਛੋਟੀਆਂ ਛੋਟੀਆਂ ਮੁੱਛਾਂ ਕਾਰਨ ਉਹ ਚਾਲ ਢਾਲ ਤੇ ਚਿਹਰੇ ਮੋਹਰੇ ਤੋਂ ਪੱਕਾ ਬਦਮਾਸ਼ ਲੱਗਦਾ ਸੀ। ਪੜ੍ਹਾਈ ਵੱਲ ਉਹਦਾ ਬਿਲਕੁਲ ਕੋਈ ਧਿਆਨ ਨਹੀਂ ਸੀ। ਬਸ ਇੱਕੋ ਇੱਕ ਕੰਮ ਸੀ, ਅਵਾਰਾਗਰਦੀ। ਬਾਪ ਕੋਲ ਬਥੇਰੀ ਜਾਇਦਾਦ ਸੀ, ਜਿਹਨੂੰ ਖਰਚਣ ਗੁਆਉਣ ਲਈ ਕੋਈ ਤਾਂ ਚਾਹੀਦਾ ਸੀ। ਪਿਤਾ ਕਦੇ ਨਾਰਾਜ਼ ਹੋਇਆ ਹੋਏਗਾ, ਇਸ ਸਤੀਸ਼ ਨੂੰ ਯਾਦ ਹੀ ਨਹੀਂ ਸੀ, ਜਾਂ ਫਿਰ ਪਿਤਾ ਪਾਸ ਨਾਰਾਜ਼ ਹੋਣ ਦਾ ਵਕਤ ਹੀ ਨਹੀਂ ਸੀ। ਪੜ੍ਹਾਈ ਬਾਰੇ ਪੁੱਛ ਪ੍ਰਤੀਤ ਕਰਨਾ ਤਾਂ ਪਿੱਛੇ ਰਿਹਾ। ਸਤੀਸ਼ ਦੀ ਤਾਂ ਉਹ ਗੱਲ ਸੀ, ਸਿਰ ਤੇ ਨੇ ਕੁੰਡਾ ਤੇ ਹਾਥੀ ਫੇਰੇ ਲੁੰਡਾ। ਦੂਜੇ ਪਾਸੇ ਸੁਰਿੰਦਰ ਕਾਲਜ ਦਾ ਹਰਮਨ ਪਿਆਰਾ ਵਿਦਿਆਰਥੀ ਸੀ। ਸਤੀਸ਼ ਤੇ ਉਹਦੀ ਪਾਰਟੀ ਨੂੰ ਇਸ ਗੱਲ ਦਾ ਵੀ ਦੁੱਖ ਸੀ। ਸ਼ੁਰੂ 'ਚ ਉਹਨਾਂ ਨੇ ਸੁਰਿੰਦਰ ਨੂੰ ਕੁੱਟਣ ਦੀ ਯੋਜਨਾ ਬਣਾਈ ਸੀ, ਪਰ ਇਸ ਗੱਲੋਂ ਕਿ ਕਿਤੇ ਕਾਲਜ 'ਚੋਂ ਹੀ ਛੁੱਟੀ ਨਾ ਹੋ ਜਾਏ, ਉਹਨਾਂ ਨੇ ਫੈਸਲਾ ਕਰਕੇ ਵੀ ਅਮਲ 'ਚ ਨਹੀਂ ਸੀ ਲਿਆਂਦਾ। ਕਾਲਜ ਉਹ ਕਿਸੇ ਕੀਮਤ ਤੇ ਵੀ ਛੱਡਣਾ ਨਹੀਂ ਸੀ ਚਾਹੁੰਦੇ, ਕਿਉਂਕਿ ਵਕਤ ਪਾਸ ਕਰਨ ਤੇ ਮੌਜ ਮੇਲੇ ਦੀ ਇਸ ਤੋਂ ਵਧੀਆ ਹੋਰ ਕੋਈ ਥਾਂ ਨਹੀਂ ਸੀ। ਅੰਗ 20। ਸੁਰਿੰਦਰ ਤੇ ਸਰਬਜੀਤ BA ਭਾਗ ਦੂਜਾ ਦੀ ਪ੍ਰੀਖਿਆ ਬਹੁਤ ਹੀ ਵਧੀਆ ਅੰਕ ਲੈ ਕੇ ਪਾਸ ਕਰ ਗਏ। ਨਵਾਂ ਸੈਸ਼ਨ ਸ਼ੁਰੂ ਹੋਇਆ। 11ਵੀਂ ਜਮਾਤ ਵਿੱਚ ਦਾਖਲ ਹੋਏ ਅਨੇਕਾਂ ਮੁੰਡੇ ਕੁੜੀਆਂ ਗਵਾਚੇ ਜੇ ਫਿਰ ਰਹੇ ਸਨ, ਪਰ ਇੱਕ ਪਾਸੇ ਕਾਲਜ ਦੀ ਇਮਾਰਤ ਦੇ ਬਿਲਕੁਲ ਦੂਜੇ ਸਿਰੇ ਤੇ ਸੰਘਣੇ ਦਰਖਤਾਂ ਦੇ ਓਹਲੇ ਖੂਬ ਰੌਣਕ ਲੱਗੀ ਹੋਈ ਸੀ। ਸਤੀਸ਼ ਤੇ ਉਹਦੀ ਜੁੰਡਲੀ ਦੇ ਨਾਲ ਨਾਲ 10-15 ਮੁੰਡੇ ਹੋਰ ਵੀ ਮੌਜੂਦ ਸਨ, ਜਿਹੜੇ ਕਦੇ ਤਾਂ ਖਿੜਖਿੜਾ ਕੇ ਹੱਸ ਪੈਂਦੇ, ਕਦੇ ਲਗਾਤਾਰ ਤਾੜੀਆਂ ਮਾਰਨ ਲੱਗ ਪੈਂਦੇ ਸਨ। ਸਤੀਸ਼ ਹੋਰਾਂ ਨੇ 2 ਛੋਟੇ ਮੁੰਡਿਆਂ ਨੂੰ ਘੇਰ ਰੱਖਿਆ ਸੀ, ਜਿਨ੍ਹਾਂ ਦੇ ਕੱਛਿਆਂ ਤੋਂ ਬਗੈਰ ਸਾਰੇ ਕੱਪੜੇ ਉਤਰਵਾ ਦਿੱਤੇ ਗਏ ਸਨ। ਹੁਣ ਉਹਨਾਂ ਨੂੰ ਅਲਫ ਨੰਗਾ ਕਰਨ ਦੇ ਯਤਨ ਹੋ ਰਹੇ ਸਨ। ਮੁੰਡੇ ਬਹੁਤ ਹੀ ਸ਼ਰਮਸਾਰ ਹੋਏ ਖੜੇ ਸਨ। ਇੱਕ ਤਾਂ ਕਹਿ ਵੀ ਰਿਹਾ ਸੀ, ਯਾਰ ਆਪਾਂ ਦੋਸਤ ਹਾਂ, ਹੋਰ ਰਹਿਣ ਦਿਓ ਯਾਰ। ਨੋ ਬਿਲਕੁਲ ਨਹੀਂ, ਇਹ ਤਾਂ ਕਾਲਜ ਦਾ ਅਸੂਲ ਹੈ। ਸਤੀਸ਼ ਬਾਰ ਉਹਨਾਂ ਦੇ ਸਿਰਾਂ ਦੇ ਵਾਲਾਂ ਨੂੰ ਫੜ ਕੇ ਝਟਕਾ ਦਿੰਦਾ ਤੇ ਕਹਿੰਦਾ। ਬਾਕੀ ਮੁੰਡੇ ਖਿੜਖਿੜਾ ਹੱਸਦੇ ਤੇ ਤਾੜੀਆਂ ਮਾਰਦੇ। ਅਖੀਰ ਇੱਕ ਮੁੰਡਾ ਰੋਣ ਲੱਗ ਪਿਆ। ਨੰਗੇ ਹੋਣ ਤੋਂ ਬਚਣ ਲਈ ਕੱਛਿਆਂ ਨੂੰ ਉਹਨਾਂ ਨੇ ਘੁੱਟ ਕੇ ਫੜਿਆ ਹੋਇਆ ਸੀ।
ਅੱਛਾ, ਤਾਂ ਤੁਸੀਂ ਆਪਣੇ ਆਪ ਸੂਤ ਨਹੀਂ ਆਉਣਾ। ਮੈਂ ਦੱਸਦਾ ਤੁਹਾਨੂੰ ਕਿਵੇਂ ਹੁੰਦੀ ਹੈ ਕਾਲਜ ਦੀ ਪੜ੍ਹਾਈ। ਸਤੀਸ਼ ਖੁਦ ਹੀ ਅਸਲੀ ਕਾਰਵਾਈ ਕਰਨ ਤੇ ਤੁਲ ਗਿਆ ਸੀ, ਨਾਲੋਂ ਨਾਲ ਦੁਹਰਾਈ ਵੀ ਜਾ ਰਿਹਾ ਸੀ। ਮੈਂ ਦੱਸਦਾ ਕਿਵੇਂ ਹੁੰਦੀ ਕਾਲਜ ਦੀ ਪੜ੍ਹਾਈ। ਜਨਾਬ ਤੁਸੀਂ ਕਿਉਂ, ਮੈਂ ਦੱਸ ਦਿੰਦਾ। ਇੱਕ ਤਕੜਾ ਘੁਸੁੰਨ ਸਤੀਸ਼ ਦੀ ਗਰਦਨ ਤੇ ਇਉਂ ਪਿਆ ਜਿਵੇਂ ਕਿਸੇ ਨੇ ਇੱਟ ਚੁੱਕ ਕੇ ਮਾਰਤੀ ਹੋਵੇ। ਨਾਲ ਹੀ ਢੂਈ 'ਚ ਇੱਕ ਭਾਰੇ ਬੂਟ ਦਾ ਠੁੱਡਾ। ਸਤੀਸ਼ ਦੇ 2-3 ਸਾਥੀਆਂ ਤੋਂ ਬਿਨਾਂ ਬਾਕੀ ਸਾਰੇ ਮੁੰਡੇ ਦੌੜ ਗਏ ਸਨ। ਆਪਣੇ ਸਾਥੀਆਂ ਦੀ ਮਦਦ ਨਾਲ ਸਤੀਸ਼ ਵੀ ਸੰਭਲ ਗਿਆ ਸੀ, ਪਰ ਸਾਹ ਤਾਂ ਜਿਵੇਂ ਉਹਦਾ ਸੂਤਿਆ ਹੀ ਗਿਆ ਸੀ। ਉਮੀਦ ਹੀ ਨਹੀਂ ਸੀ ਕੀਤੀ ਜਾ ਸਕਦੀ ਕਿ ਸੁਰਿੰਦਰ ਵਰਗਾ ਮੁੰਡਾ ਇਉਂ ਕਰੇਗਾ। ਉਹਨੂੰ ਭਲਾ ਕੀ ਲੋੜ ਪਈ ਸੀ। ਤੁਹਾਨੂੰ ਸ਼ਰਮ ਨਹੀਂ ਆਉਂਦੀ, ਨਿਆਣਿਆਂ ਨੂੰ ਤੰਗ ਕਰਦੇ ਆ। ਨਾਲ ਦਿਆਂ ਇਕੱਠਿਆਂ ਹੀ 2 ਮੁੰਡਿਆਂ ਨੂੰ ਉਹਨੇ ਧੱਕਾ ਮਾਰ ਕੇ ਪਿਛਾਂਹ ਸੁੱਟਦਿਆਂ ਕਿਹਾ, ਤੈਨੂੰ ਕੀ ਹੁੰਦਾ ਓਏ, ਤੇਰਾ ਢਿੱਡ ਦੁਖਦਾ ਸੀ। ਸਤੀਸ਼ ਵੀ ਪੂਰੀ ਤਰ੍ਹਾਂ ਸੁਰਿੰਦਰ ਨਾਲ ਉਲਝ ਪਿਆ ਸੀ। ਦੂਜੇ ਸਾਥੀ ਵੀ ਉਹਦੇ ਨਾਲ ਰਲ ਗਏ ਸਨ। ਸੁਰਿੰਦਰ ਦੇ ਕਾਫੀ ਸੱਟਾਂ ਲੱਗ ਗਈਆਂ, ਪਰ ਫਿਰ ਵੀ ਉਹ ਲਲਕਾਰ ਕੇ ਕਹਿ ਰਿਹਾ ਸੀ, ਮੈਂ ਵੀ ਕਾਫੀ ਅਰਸੇ ਤੋਂ ਦੇਖ ਰਿਹਾ ਸੀ ਕਿ ਸ਼ਾਇਦ ਬੰਦੇ ਬਣ ਜਾਓਗੇ, ਪਰ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਈ। ਤੁਸੀਂ ਇੱਥੇ ਪੜ੍ਹਨ ਆਉਂਦੇ ਹੋ ਕਿ ਪੜ੍ਹਨ ਨੂੰ ਤੂੰ ਥੋੜਾ। ਸਤੀਸ਼ ਦਾ ਸਾਹ ਉਖੜ ਗਿਆ ਸੀ। ਨਾਲੇ ਤੇਰੀ ਸਰਬਜੀਤ, ਦੂਜੇ ਸਾਥੀ ਨੇ ਕਿਹਾ। ਸਰਬਜੀਤ ਦਾ ਨਾਂ ਲਿਆ ਤਾਂ ਜ਼ੁਬਾਨ ਖਿੱਚ ਦੇਗਾ। ਅੱਛਾ, ਦੇਖ ਲਾਂਗੇ। ਅਜੇ ਅਸੀਂ ਉਹਨੂੰ ਵੀ ਟੱਕਰਨਾ। ਮੈਂ ਕਰਦਾ ਤੁਹਾਡੀ ਸ਼ਿਕਾਇਤ ਪ੍ਰਿੰਸੀਪਲ ਕੋਲ। ਜਾ ਕਰਦੇ, ਹੁਣੇ ਕਰਦੇ। ਤੂੰ ਕਰ ਸ਼ਿਕਾਇਤ, ਅਸੀਂ ਵੀ ਦੇਖ ਲਾਂਗੇ। ਨੰਗ ਕਿਸੇ ਥਾਂ ਦਾ, ਆ ਜਾਂਦੇ ਆ ਕਾਲਜ ਮੂੰਹ ਚੱਕ ਕੇ। ਸੁਰਿੰਦਰ ਨੂੰ ਗੱਲ ਹੋਰ ਵਧਾਉਣੀ ਠੀਕ ਨਾ ਜਾਪੀ। ਪ੍ਰਭਾਵਿਤ ਮੁੰਡੇ ਕੱਪੜੇ ਪਾ ਕੇ ਥੋੜੀ ਜਿਹੀ ਦੂਰੀ ਤੇ ਖੜੇ ਸਨ। ਸੁਰਿੰਦਰ ਉਹਨਾਂ ਕੋਲ ਆ ਕੇ ਦੋਹਾਂ ਦੇ ਮੋਢੇ ਥਪਥਪਾਏ ਤੇ ਕਿਹਾ, ਤਕੜੇ ਹੋ ਕੇ ਰਹੋ, ਇਹਨਾਂ ਗਿੱਦੜਾਂ ਤੋਂ ਡਰਨ ਦੀ ਲੋੜ ਨਹੀਂ। ਫਿਰ ਉਸਨੇ ਸਤੀਸ਼ ਵੱਲ ਦੇਖਿਆ, ਜਿਹੜਾ ਆਪਣੇ ਮੂੰਹ ਸਿਰ ਤੇ ਕੱਪੜਿਆਂ ਤੋਂ ਮਿੱਟੀ ਝਾੜ ਰਿਹਾ ਸੀ। ਸੁਰਿੰਦਰ ਗਰਜਿਆ, ਖਬਰਦਾਰ ਜੇ ਅੱਗੇ ਤੋਂ ਕਦੀ ਕਾਲਜ ਦਾ ਮਾਹੌਲ ਗੰਦਾ ਕਰਨ ਦੀ ਕੋਸ਼ਿਸ਼ ਕੀਤੀ। ਸੁਰਿੰਦਰ ਨੇ ਪੂਰੇ ਗੁੱਸੇ ਨਾਲ ਇਹ ਵੀ ਯਾਦ ਕਰਵਾਇਆ, ਮੁੜ ਕੇ ਸਰਬਜੀਤ ਵਰਗੀ ਦੇਵੀ ਦਾ ਨਾਂ ਵੀ ਆਪਣੀ ਗੰਦੀ ਜ਼ੁਬਾਨ ਤੇ ਨਾ ਲਿਆਇਓ। ਸੁਰਿੰਦਰ ਚਲਾ ਗਿਆ ਸੀ। ਸਤੀਸ਼ ਆਪਣੇ ਯਾਰਾਂ ਬੇਲੀਆਂ ਦੇ ਮੂੰਹ ਵੱਲ ਤੱਕਦਾ ਰਹਿ ਗਿਆ ਸੀ। ਅੱਜ ਵਰਗੀ ਉਹਨਾਂ ਨਾਲ ਪਹਿਲਾਂ ਕਦੀ ਵੀ ਨਹੀਂ ਸੀ ਹੋਈ। ਸਾਰੇ ਹੱਕੇ ਬੱਕੇ ਜੇ ਹੋਏ ਖੜੇ ਜਾ ਰਹੇ ਸੁਰਿੰਦਰ ਵੱਲ ਵੇਖ ਰਹੇ ਸਨ। ਇਕੱਲੇ ਆਦਮੀ ਨੇ ਚਾਰਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਖਾਸ ਕਰ ਸਤੀਸ਼ ਨੂੰ ਬਹੁਤ ਹੀ ਹੈਰਾਨੀ ਹੋ ਰਹੀ ਸੀ। ਅਗਲੇ ਦਿਨ ਸਤੀਸ਼ ਤੇ ਉਹਦੀ ਜੁੰਡਲੀ ਨੂੰ ਪ੍ਰਿੰਸੀਪਲ ਨੇ ਆਪਣੇ ਦਫ਼ਤਰ ਬੁਲਾਇਆ। ਚੰਗੀ ਝਾੜ ਪਾਈ। ਫਿਰ ਸਤੀਸ਼ ਦੇ ਸਾਥੀਆਂ ਨੂੰ ਬਾਹਰ ਚਲੇ ਜਾਣ ਲਈ ਕਹਿ ਦਿੱਤਾ, ਪਰ ਸਤੀਸ਼ ਨੂੰ ਉੱਥੇ ਖੜੇ ਰਹਿਣ ਦੀ ਤਾਕੀਦ ਕੀਤੀ। ਤੂੰ ਬੰਦਿਆਂ ਵਾਂਗ ਕਾਲਜ 'ਚ ਰਹਿਣਾ ਕਿ ਕਰੀਏ ਤੇਰੇ ਪਿਤਾ ਜੀ ਨੂੰ ਫੋਨ। ਪ੍ਰਿੰਸੀਪਲ ਆਪਣੀ ਕੁਰਸੀ ਤੋਂ ਮੇਜ਼ ਵੱਲ ਝੁਕ ਗਿਆ ਸੀ ਤੇ ਉਹਨੇ ਇਹ ਵਾਕ ਸਤੀਸ਼ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਖੇ, ਜੀ ਮੈਂ ਤਾਂ ਦੇਖ, ਕਾਲਜਾਂ 'ਚ ਰਾਹ ਸਿਰ ਦੀ ਗੱਲ ਹੀ ਪਸੰਦ ਕੀਤੀ ਜਾਂਦੀ ਹੈ। ਤੇਰੀਆਂ ਪਹਿਲਾਂ ਹੀ ਮੇਰੇ ਕੋਲ ਬਹੁਤ ਸ਼ਿਕਾਇਤਾਂ ਨੇ। ਕੱਲ ਤੂੰ ਸੁਰਿੰਦਰ ਨਾਲ ਵੀ ਹੱਥੋਂ ਪਾਈ ਹੋਇਆ। ਤੂੰ ਕੀ ਮੁਕਾਬਲਾ ਕਰੇਗਾ ਸੁਰਿੰਦਰ ਨਾਲ? ਉਹ ਇੱਕ ਹੀਰਾ ਹੈ, ਮਾਣ ਹੈ ਕਾਲਜ ਦਾ ਮਾਣ, ਤੇ ਤੂੰ ਕਲੰਕ ਬਣਿਆ ਹੋਇਆ। ਮੈਂ ਪਤਾ ਨਹੀਂ ਕੀ ਸੋਚ ਕੇ ਤੈਨੂੰ ਬਾਰ-ਬਾਰ ਮਾਫ ਕਰੀ ਜਾ ਰਿਹਾ। ਸਤੀਸ਼ ਤੇ ਇੱਕ ਰੰਗ ਆ ਰਿਹਾ ਸੀ, ਇੱਕ ਜਾ ਰਿਹਾ ਸੀ। ਨਾਲੇ ਇੱਕ ਗੱਲ ਹੋਰ, ਸਰਬਜੀਤ ਨਾਲ ਵੀ ਤੂੰ ਛੇੜਖਾਨੀ ਕੀਤੀ ਹੈ। ਮੈਂ ਪੁੱਛਣਾ, ਖੇ ਖਾਣ ਲਈ ਸਾਰਾ ਸ਼ਹਿਰ ਪਿਆ ਹੈ। ਜੇਕਰ ਕੁੱਤੇ ਕੰਮ ਹੀ ਕਰਨੇ ਹੈ, ਉੱਥੇ ਚਲਾ ਜਿਆ ਕਰ। ਪੈਸਾ ਬਥੇਰਾ ਤੁਹਾਡੇ ਕੋਲ, ਐਸ਼ ਲੈ। ਪਰ ਕਾਲਜ ਦੇ ਕੁਝ ਕਾਇਦੇ ਕਾਨੂੰਨ ਹੁੰਦੇ ਆ, ਉਹਨਾਂ ਦਾ ਧਿਆਨ ਰੱਖ ਕੇ ਚੱਲਣਾ ਪੈਂਦਾ। ਤੂੰ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਨਹੀਂ ਲੈ ਸਕਦਾ, ਸਮਝ ਗਿਆ? ਇਹ ਆਖਰੀ ਚੇਤਾਵਨੀ ਹੈ, ਹੁਣ ਤੂੰ ਜਾ ਸਕਦਾ। ਸਤੀਸ਼ ਦੀ ਜ਼ਬਾਨ ਲੱਕੜ ਵਰਗੀ ਹੋ ਗਈ ਸੀ। ਬਿਮਾਰਾਂ ਵਾਂਗ ਲੱਤਾਂ ਘੜੀਸਦਾ ਉਹ ਦਫ਼ਤਰ ਤੋਂ ਬਾਹਰ ਆ ਗਿਆ ਸੀ। ਅੰਗ 21ਵਾਂ। 6 ਮਹੀਨੇ ਹੋਰ ਗੁਜ਼ਰ ਗਏ। ਸੁਰਿੰਦਰ ਕਾਲਜ ਤੋਂ ਵਿਹਲਾ ਹੋ ਕੇ ਸਿੱਧਾ ਘਰ ਜਾਂਦਾ ਤੇ ਕੁਝ ਨਾ ਕੁਝ ਪੜ੍ਹਨ ਲੱਗ ਪੈਂਦਾ। ਸੁਰਜੀਤ ਕੌਰ ਬਹੁਤ ਖੁਸ਼ ਸੀ। ਉਹਦਾ ਪੁੱਤਰ ਉਹਦੀ ਸੋਚ ਮੁਤਾਬਕ ਚੱਲ ਰਿਹਾ ਸੀ। ਇਸ ਤੋਂ ਹੋਰ ਵੱਡੀ ਖੁਸ਼ੀ ਦੀ ਕਿਹੜੀ ਗੱਲ ਹੋ ਸਕਦੀ ਸੀ। ਅੱਜ ਸਵੇਰ ਤੋਂ ਹੁਣ ਤੱਕ ਲਗਾਤਾਰ 5-6 ਘੰਟੇ ਉਹਨੇ ਕੰਮ ਕੀਤਾ ਸੀ। ਅਜੇ ਹੋਰ ਢੇਰ ਸਾਰਾ ਕੰਮ ਪਿਆ ਵੀ ਸੀ, ਪਰ ਉਹ ਲੱਕ ਸਿੱਧਾ ਕਰਨ ਲਈ ਥੋੜੀ ਦੇਰ ਲਈ ਲੇਟ ਗਈ ਸੀ। ਸੁਰਿੰਦਰ ਦੇ ਆ ਜਾਣ ਤੇ ਵੀ ਉਹ ਨਾ ਉੱਠੀ। ਸੁਰਿੰਦਰ ਨੇ ਰੋਟੀ ਆਪੇ ਹੀ ਪਾ ਕੇ ਖਾ ਲਈ ਸੀ। ਸਿਲਾਈ ਮਸ਼ੀਨ ਦਾ ਵੀ ਕਿੰਨਾ ਕੁੱਤਾ ਕੰਮ ਹੈ। ਆਦਮੀ ਜ਼ਮੀਨ ਨਾਲ ਜ਼ਮੀਨ ਹੀ ਹੋ ਜਾਂਦਾ ਹੈ।
ਪਰ ਪਾਪੀ ਪੇਟ ਖਾਤਰ ਸਭ ਕੁਝ ਕਰਨਾ ਪੈਂਦਾ ਹੈ। ਵੈਸੇ ਆਮਦਨ ਵੀ ਵਾਹਵਾ ਹੋ ਰਹੀ ਸੀ। ਮਹੀਨੇ ਦੇ ਖਰਚੇ ਤੋਂ ਇਲਾਵਾ ਸੁਰਜੀਤ ਕੌਰ ਤਾਂ ਕੁਝ ਬੱਚਤ ਵੀ ਕਰ ਲੈਂਦੀ ਸੀ। ਉਹਨੂੰ ਆਪਣਾ ਅਤੀਤ ਤਾਂ ਜਿਵੇਂ ਸੁਪਨੇ ਦੀ ਨਿਆਈ ਜਾਪਣ ਲੱਗ ਪਿਆ ਸੀ। ਜੱਗਾ ਸੁਰਜੀਤ ਕੌਰ ਨੂੰ ਜ਼ਖਮੀ ਕਰਕੇ ਤੇ 50 ਰੁਪਏ ਲੈ ਕੇ ਘਰੋਂ ਐਸਾ ਨਿਕਲਿਆ ਸੀ ਕਿ ਮੁੜ ਕੇ ਉਹਦਾ ਕੋਈ ਖੁਰਾ ਖੋਜ ਹੀ ਨਹੀਂ ਸੀ ਲੱਭਿਆ। ਵੈਸੇ ਵੀ ਜੱਗਾ ਉਹਦੀਆਂ ਨਜ਼ਰਾਂ 'ਚ ਇਸ ਤੋਂ ਕਾਫੀ ਦੇਰ ਪਹਿਲਾਂ ਮਰ ਹੀ ਚੁੱਕਾ ਸੀ। ਉਹਦੀ ਹੋਂਦ ਮਨਫੀ ਹੋ ਚੁੱਕੀ ਸੀ। ਉਹਦੀ ਸ਼ਨਾਖਤ ਵੀ ਹੋਈ ਹੋਏਗੀ, ਪਰ ਅਜੇ ਅਣਹੋਇਆਂ ਨੂੰ ਭੁੱਲਣਾ ਹੀ ਬਿਹਤਰ। ਸੁਰਿੰਦਰ ਦੇ ਲਗਾਤਾਰ ਰੋਣ ਦੀ ਆਵਾਜ਼ ਸੁਣ ਕੇ ਆਂਢ ਗੁਆਂਢ ਦੇ ਕੁਝ ਲੋਕ ਜੱਗੇ ਦੇ ਘਰ ਆ ਗਏ। ਇੱਟ ਦੀ ਸੱਟ ਬਹੁਤ ਕਸੂਤੀ ਲੱਗੀ ਸੀ, ਪਰ ਸੁਰਜੀਤ ਕੌਰ ਤਕੜੀ ਰਹੀ ਸੀ। ਛੇਤੀ ਸੰਭਲ ਗਈ। ਆਂਢ ਗੁਆਂਢ ਦੇ ਆਉਣ ਤੱਕ ਉਹਨੂੰ ਥੋੜੀ ਜਿਹੀ ਸੁਰਤ ਆ ਗਈ ਸੀ। ਫਿਰ ਸੁਰਿੰਦਰ ਦੇ ਰੋਣ ਦੀ ਆਵਾਜ਼ ਨੇ ਤਾਂ ਜਿਵੇਂ ਉਹਨੂੰ ਸੁਚੇਤ ਹੀ ਕਰ ਦਿੱਤਾ ਸੀ, ਜਿਹੋ ਜਿਹਾ ਕਿਸੇ ਨੂੰ ਔੜਿਆ ਸੀ। ਔੜ ਪੌੜ ਕਰਨ ਦਾ ਉਪਰਾਲਾ ਕੀਤਾ ਗਿਆ ਸੀ। ਸੁਰਜੀਤ ਕੌਰ ਕੁਝ ਦਿਨਾਂ 'ਚ ਹੀ ਠੀਕ ਹੋ ਗਈ ਸੀ। ਲੋਕਾਂ ਦੀ ਉਸ ਪ੍ਰਤੀ ਹਮਦਰਦੀ ਵੱਧ ਗਈ ਸੀ। ਕਿਸੇ ਸਿਆਣੇ ਤੇ ਯਕੀਨ ਵਾਲੇ ਆਦਮੀ ਨੂੰ ਵਿੱਚ ਪਾ ਕੇ ਉਹਨੇ ਆਪਣਾ ਘਰ ਵੇਚ ਦਿੱਤਾ ਤੇ ਪੁੱਤਰ ਨੂੰ ਲੈ ਕੇ ਇਸ ਦੂਰ ਦੁਰਾਡੇ ਸ਼ਹਿਰ ਆ ਗਈ ਸੀ। ਸ਼ਹਿਰ ਦੇ ਵਾਤਾਵਰਨ ਤੇ ਸਮੱਸਿਆਵਾਂ ਤੋਂ ਅਣਭਿੱਜ ਸੀ, ਪਰ ਉਹ ਖੁਦ 4 ਜਮਾਤਾਂ ਪੜ੍ਹੀ ਹੋਈ ਸੀ, ਜਿਹੜੇ 4 ਪੈਸੇ ਵੱਟੇ ਸਨ, ਪੁੱਛਾ ਕੇ ਬੈਂਕ 'ਚ ਜਮ੍ਹਾਂ ਕਰਵਾਤੇ ਸਨ। ਮਕਾਨ ਮਾਲਕ ਦੋਵੇਂ ਪਤੀ ਪਤਨੀ ਭਲੇ ਪੁਰਸ਼ ਸਨ। ਉਹਨਾਂ ਦੇ 2 ਮੁੰਡੇ ਸਨ, ਜਿਹੜੇ ਵਿਆਹੇ ਵਰੇ ਤੇ ਆਪੋ ਆਪਣੇ ਕੰਮਾਂ 'ਚ ਰੁੱਝੇ ਹੋਏ ਸਨ। ਸੁਰਜੀਤ ਕੌਰ ਨੂੰ ਧੀਆਂ ਵਾਲਾ ਪਿਆਰ ਤੇ ਮਾਣ ਸਤਿਕਾਰ ਦਿੱਤਾ ਗਿਆ। ਉਹ ਖੁਦ ਵੀ ਮਿਹਨਤੀ ਸੀ। ਸ਼ਹਿਰ ਜਾਣ ਸਾਰ ਉਹਨੇ ਸਿਲਾਈ ਮਸ਼ੀਨ ਖਰੀਦ ਲਈ ਸੀ। ਇਹਦੇ ਨਾਲ ਹੀ ਸਿਲਾਈ ਦੀ ਸਿਖਲਾਈ ਲੈਣੀ ਸ਼ੁਰੂ ਕਰਤੀ। ਸਿਲਾਈ ਕੇਂਦਰ ਨੇੜੇ ਸੀ ਤੇ ਫੀਸ ਕੁੱਲ 10 ਰੁਪਏ ਮਹੀਨਾ। ਸੁਰਜੀਤ ਕੌਰ ਤਾਂ ਦਿਨਾਂ 'ਚ ਹੀ ਸਾਰਾ ਕੁਝ ਸਿੱਖ ਗਈ ਸੀ। ਘਰੇ ਕੰਮ ਆਉਣਾ ਸ਼ੁਰੂ ਹੋ ਗਿਆ ਸੀ ਤੇ ਸੁਰਜੀਤ ਕਾਫੀ ਰੁੱਝੀ ਰਹਿਣ ਲੱਗ ਪਈ ਸੀ। ਮਕਾਨ ਮਾਲਕਾਂ ਦੀ ਸਹਾਇਤਾ ਨਾਲ ਉਹਨੇ ਮੁੰਡੇ ਨੂੰ ਵੀ ਇੱਕ ਚੰਗੇ ਸਕੂਲ 'ਚ ਦਾਖਲ ਕਰਵਾ ਦਿੱਤਾ ਸੀ ਤੇ ਅੱਜ ਮੁੰਡਾ ਸੁੱਖ ਨਾਲ 14ਵੀਂ ਜਮਾਤ 'ਚ ਪੜ੍ਹ ਰਿਹਾ ਸੀ। ਸੁਰਜੀਤ ਕੌਰ ਖੁਸ਼ ਕਿਵੇਂ ਨਾ ਹੁੰਦੀ, ਪਰ ਕਾਸ਼ ਕਿਤੇ ਮੁੰਡੇ ਦਾ ਪਿਓ ਵੀ ਦੇਖਦਾ ਹੁੰਦਾ। ਫਿਰ ਤਾਂ ਸੁਰਜੀਤ ਕੌਰ ਦੀਆਂ ਅੱਖਾਂ ਭਰ ਆਈਆਂ ਸਨ। ਮਰਵਾ ਦਿੱਤਾ ਉਹਨੂੰ ਤਾਂ ਸ਼ੇਰ ਸਿੰਘ ਨੇ। ਕੰਜਰ ਨਾ ਆਦਤ ਪਾਉਂਦਾ ਪੀਣ ਦੀ, ਨਾ ਇਹ ਹਾਲ ਹੁੰਦਾ। ਸੁਰਜੀਤ ਕੌਰ ਨੂੰ ਜਾਪ ਰਿਹਾ ਸੀ ਜਿਵੇਂ ਸ਼ਰਾਬ ਜਾਂ ਹੋਰ ਨਸ਼ੇ ਹੀ ਸਨ, ਜਿਨ੍ਹਾਂ ਨੇ ਸੁਰਿੰਦਰ ਦਾ ਕੋਈ ਹੋਰ ਭੈਣ ਭਰਾ ਹੋਣ ਨਹੀਂ ਸੀ ਦਿੱਤਾ। ਪਤਾ ਨਹੀਂ ਸਰਦਾਰ ਨੇ ਕੀ ਪੱਟੀ ਪੜਾਤੀ ਸੀ। ਜੱਗਾ ਪਹਿਲਾਂ ਵਾਲਾ ਜੱਗਾ ਰਿਹਾ ਹੀ ਨਹੀਂ ਸੀ। ਉਸ ਅੰਦਰ ਪਿਆਰ ਦੀ ਭਾਵਨਾ ਕਿਵੇਂ ਜਿਵੇਂ ਖਤਮ ਹੀ ਹੋ ਗਈ ਸੀ, ਜਿਵੇਂ ਉਸ ਉੱਤੇ ਕਿਸੇ ਨੇ ਟੂਣਾ ਕਰਤਾ ਹੋਵੇ। ਸਭ ਕਿਸਮਤ ਦੀਆਂ ਗੱਲਾਂ ਹਨ। ਉਹਦੇ ਕਰਮਾਂ 'ਚ ਕੁਝ ਨਹੀਂ ਸੀ ਲਿਖਿਆ ਹੋਇਆ। ਜਵਾਨ ਮੁੰਡੇ ਦਾ ਖਿਆਲ ਆਉਂਦੇ ਹੀ ਉਹਦੇ ਦਿਲ ਨੂੰ ਕੁਝ ਹੋਣ ਲੱਗ ਪਿਆ। ਬੁਰੀ ਨਜ਼ਰ ਵਾਲੇ ਦਾ ਆਪੇ ਮੂੰਹ ਕਾਲਾ ਹੋ, ਇਹ ਗੱਲ ਆਪਣੇ ਦਿਲ ਵਿੱਚ ਲਿਆਉਣ ਨਾਲ ਉਹਨੂੰ ਕੁਝ ਤਸੱਲੀ ਹੋ ਗਈ ਸੀ। ਫਿਰ ਉਹਨੂੰ ਇੱਕ ਹੋਰ ਖਿਆਲ ਆਇਆ। ਸਾਹਮਣੇ ਕੰਧ ਨਾਲ ਇੱਕ ਤਸਵੀਰ ਚਿਪਕੀ ਹੋਈ ਸੀ। ਗਰੁੱਪ ਫੋਟੋ ਵਾਂਗ ਸੀ। 15-20 ਚਿਹਰੇ ਸਾਫ਼ ਦਿਸਦੇ ਸਨ, ਪਰ 2 ਸਿਰ ਗਾਇਬ ਸਨ। ਫੋਟੋ ਦੇਖ ਕੇ ਸੁਰਜੀਤ ਕੌਰ ਪਹਿਲਾਂ ਮੁਸਕਰਾਈ ਸੀ, ਫਿਰ ਰੋਣ ਲੱਗ ਪਈ। ਜੱਗਾ ਉਸੇ ਦਾ ਹੀ ਰਹੇ। ਇਸ ਵਾਸਤੇ ਉਹਨੇ ਕੀ ਯਤਨ ਨਹੀਂ ਸੀ ਕੀਤੇ। ਪਿੰਡ 'ਚ ਹੋਏ ਕਿਸੇ ਵਿਆਹ ਦੀਆਂ ਫੋਟੋਆਂ ਹੋਈਆਂ ਸਨ। ਉਹਦੀ ਤੇ ਜੱਗੇ ਦੀ ਵੀ ਸ਼ਗਨ ਪਾਉਂਦਿਆਂ ਦੀ ਤਸਵੀਰ ਖਿੱਚੀ ਗਈ ਸੀ। ਪਿੱਛੇ ਕਾਫੀ ਆਦਮੀ ਤੇ ਤੀਵੀਆਂ ਹੋਰ ਵੀ ਸਨ। ਸੁਰਜੀਤ ਕੌਰ ਨੇ ਉਹ ਫੋਟੋ ਕਿਸੇ ਤਰ੍ਹਾਂ ਪ੍ਰਾਪਤ ਕਰ ਲਈ ਸੀ। ਸੁਰਿੰਦਰ ਦੇ ਜਨਮ ਤੋਂ ਬਾਅਦ ਇੱਕ ਵਾਰੀ ਤਾਂ ਜੱਗਾ ਖੁਦ ਵੀ ਚਾਹੁਣ ਲੱਗ ਪਿਆ ਸੀ ਕਿ ਸ਼ਰਾਬ ਵਾਲੀ ਚੰਦਰੀ ਬਿਮਾਰੀ ਤੋਂ ਨਿਜਾਤ ਮਿਲ ਜਾਏ। ਟੂਣੇ ਟੱਲੇ ਧਾਗਾ ਤਵੀਤ ਬੇਸ਼ੱਕ ਹਰ ਯੁੱਗ ਦੀ ਕਹਾਣੀ ਬਣੀ ਰਹੀ ਸੀ, ਪਰ ਸੁਰਜੀਤ ਕੌਰ ਕਿਸੇ ਪੰਡਤ ਪੁਰੋਹਿਤ ਕੋਲ ਨਹੀਂ ਸੀ ਗਈ। ਉਹਨੇ ਆਪ ਹੀ ਇੱਕ ਤਾਵੀਜ਼ ਤਿਆਰ ਕੀਤਾ ਸੀ, ਬਹੁਤ ਹੀ ਅਨੋਖਾ ਤਾਵੀਜ਼। ਉਹਨੇ ਉਸ ਗਰੁੱਪ ਫੋਟੋ ਵਿੱਚੋਂ ਆਪਣੇ ਤੇ ਜੱਗੇ ਦੀ ਫੋਟੋ ਕੱਟ ਕੇ ਲੈ ਰਹੀ ਸੀ। ਥੱਲੇ ਲਿਖ ਦਿੱਤਾ ਸੀ, ਜੀਤੋ ਜੱਗਾ। ਬਾਜ਼ਾਰੋਂ ਤਾਂਬੇ ਦਾ ਇੱਕ ਤਵੀਜ਼ ਲਿਆ ਕੇ ਫੋਟੋ ਨੂੰ ਤਹਿ ਲਾ ਕੇ ਪਾ ਦਿੱਤਾ ਸੀ ਤੇ ਤਾਵੀਜ਼ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਸੀ। ਅਗਲੇ ਦਿਨ ਸਵੇਰੇ ਉਹਨੇ ਜੱਗੇ ਨੂੰ ਪੁੱਛਿਆ ਸੀ, ਸ਼ਰਾਬ ਛੱਡਣ ਨੂੰ ਕਰਦਾ ਨਾ ਤੇਰਾ ਦਿਲ? ਹਾਂ ਕਰਦਾ ਤਾਂ ਹੈ, ਪਰ ਕਰੀਏ ਕੀ ਸਾਲੀ? ਕਰੀਏ ਕੀ? ਮੈਂ ਕੀਤਾ ਇਲਾਜ। ਕੀ ਕੀਤਾ? ਮੇਰੇ ਪੇਕਿਆਂ ਵਾਲੇ ਇੱਕ ਕਰਨੀ ਵਾਲਾ ਸੰਤ ਹੈ, ਉਹ ਤੂੰ ਆਪ ਬਣਵਾ ਕੇ ਲਿਆਂਦਾ। ਸੁਰਜੀਤ ਕੌਰ ਨੇ ਤਾਵੀਜ਼ ਦਾ ਧਾਗਾ ਜੱਗੇ ਦੀ ਗਰਦਨ ਦੇ ਪਿਛਲੇ ਪਾਸਿਓਂ ਬੰਨ੍ਹ ਹੀ ਦਿੱਤਾ ਸੀ।
ਦੇਖੀ ਕਿਤੇ ਹੋਰ ਨਾ ਮਰਵਾ ਦੇ, ਸਾਲੇ ਭੂਤ ਹੁੰਦੇ ਆ ਇਹਨਾਂ ਧਾਗਾ ਤਵੀਤਾਂ 'ਚ। ਤੇਰੇ ਤੋਂ ਵੱਡਾ ਹੋਰ ਕਿਹੜਾ ਭੂਤ ਹੋਊਗਾ? ਸੁਰਜੀਤ ਕੌਰ ਨੇ ਜੱਗੇ ਦੀ ਛਾਤੀ ਨਾਲ ਸਿਰ ਲਾ ਲਿਆ ਸੀ। ਜੱਗੇ ਨੇ ਵੀ ਉਹਨੂੰ ਘੁੱਟ ਲਿਆ ਸੀ। ਸੁਰਜੀਤ ਕੌਰ ਹਰ ਸਾਲ ਤਾਵੀਜ਼ ਦਾ ਧਾਗਾ ਬਦਲਦੀ ਰਹੀ ਸੀ, ਪਰ ਜੱਗੇ ਨੂੰ ਕੋਈ ਫਰਕ ਨਹੀਂ ਸੀ ਪਿਆ। ਸੁਰਜੀਤ ਕੌਰ ਮੁਸਕਰਾਈ ਇਸ ਲਈ ਸੀ ਕਿ ਇੱਕ ਦਿਨ ਟਰੰਕ ਵਿੱਚੋਂ ਉਹੀ ਫੋਟੋ ਨਿਕਲ ਆਈ ਸੀ ਤੇ ਸੁਰਿੰਦਰ ਨੇ ਚੁੱਕ ਲਈ ਸੀ, ਪਰ ਉਹਨੇ ਵਰਜ ਦਿੱਤਾ ਸੀ, ਨਾ ਬੇਟੇ ਇਹਨੂੰ ਰੱਖ ਦੇ। ਕਿਹਦੀ ਫੋਟੋ ਹੈ ਬੇਬੇ? ਕਿਸੇ ਦੀ ਨਹੀਂ, ਤੂੰ ਫੜਾ ਉਰੇ। ਮੈਂ ਨਹੀਂ, ਪਹਿਲਾਂ ਦੱਸ। ਫੇਰ ਦੱਸੂ, ਤੂੰ ਕਰ ਇੱਧਰ। ਮੈਂ ਨਹੀਂ ਦਿੰਦਾ, ਮੈਂ ਤਾਂ ਇਹਨੂੰ ਕੰਧ ਤੇ ਚਿਪਕਾਊਂਗਾ। ਸੁਰਜੀਤ ਕੌਰ ਮੁੰਡੇ ਦੀ ਜ਼ਿੱਦ ਅੱਗੇ ਹਾਰ ਗਈ ਸੀ। ਵੈਸੇ ਹੁਣ ਲੈਣਾ ਵੀ ਕੀ ਸੀ ਇਸ ਫੋਟੋ ਤੋਂ? ਸੁਰਿੰਦਰ ਨੇ ਆਟੇ ਨਾਲ ਉਹ ਫੋਟੋ ਕੰਧ ਤੇ ਚਿਪਕਾ ਦਿੱਤੀ। ਸੁਰਜੀਤ ਕੌਰ ਨੇ ਚਿਪਕੀ ਰਹਿਣ ਸੀ। ਉਹਨਾਂ ਦਾ ਕਮਰਾ ਕਿੰਨੇ ਹੀ ਵਾਰੀ ਕਲੀ ਹੋਇਆ, ਹਰ ਵਾਰੀ ਇਹ ਯਾਦਗਾਰ ਬਚਾ ਲਈ ਜਾਂਦੀ। ਸੁਰਜੀਤ ਕੌਰ ਦੀ ਨਿਗਾਹ ਸੁਰਿੰਦਰ ਤੇ ਗਈ। ਉਹ ਲਗਾਤਾਰ ਕੰਧ ਵੱਲ ਦੇਖੀ ਜਾ ਰਹੀ ਸੀ, ਕੁਝ ਸੋਚਦਾ ਹੋਇਆ, ਕੁਝ ਲਿਖ ਵੀ ਰਿਹਾ ਸੀ। ਵੇ ਕਾਕਾ, ਤੂੰ ਕੀ ਸੋਚੀ ਜਾਂਦਾ? ਕਦੇ ਆਰਾਮ ਵੀ ਕਰ ਲਿਆ ਕਰ। ਦੁੱਧ ਲਿਆਵਾਂ ਥੋੜਾ ਜਿਹਾ? ਨਹੀਂ ਬੇਬੇ। ਸੁਰਿੰਦਰ ਨੇ ਸੰਖੇਪ ਜਿਹੇ 2 ਸ਼ਬਦ ਬੋਲ ਕੇ ਪੈਨਸਿਲ ਦਾ ਦੂਜਾ ਸਿਰਾ ਮੂੰਹ 'ਚ ਪਾ ਲਿਆ ਸੀ। ਸੁਰਜੀਤ ਕੌਰ ਉੱਠ ਕੇ ਉਸਦੇ ਕੋਲ ਚਲੀ ਗਈ। ਸੁਰਿੰਦਰ ਨੇ ਡਾਇਰੀ ਬੰਦ ਕਰ ਦਿੱਤੀ ਸੀ। ਕਵਿਤਾ ਕਿਸੇ ਹੋਰ ਮੌਕੇ ਦੇ ਪੂਰੀ ਕਰਨ ਦਾ ਇਰਾਦਾ ਕਰਕੇ ਉਹ ਆਪਣੀ ਬੇਬੇ ਨਾਲ ਕਾਲਜ ਦੀਆਂ ਗੱਲਾਂ ਕਰਨ ਲੱਗ ਪਿਆ ਸੀ। ਧੰਨਵਾਦ।